ਸੰਗਤ ਜੇ ਸੱਜ ਜਾਓ। ਪ੍ਰੇਮ ਨਾਲ ਅੰਮ੍ਰਿਤਮਏ ਗੁਰਬਾਣੀ ਦੇ ਲੜੀਵਾਰ ਕਥਾ ਸਰਵਣ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਾਚੁ ਜੁਗਾਦਿ ਸਾਚੁ ਹੈ ਪੀ ਸਾਚੁ ਨਾਨਕ ਹੋਸੀ ਪੀ ਸਾਚੁ। ਚੱਕਰ ਚਿਹਨ ਅਰ ਬਰਨ ਜਾਤਿ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ। ਕੋਟ ਇੰਦਰ ਇੰਦਰਾਣ ਸਾਹੀ ਸਹਾਣ ਗਣਿਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਣ ਕਹਿਤ। ਤਵੈ ਸਰਬ ਨਾਮ ਕਥ ਕਵਨ ਕਰਮ ਨਾਮ ਬਰਨਤ ਸੁਮਤ। ਜਗ ਔਰ ਨ ਯਾਹੀ ਮਹਾਤਮ ਮੈਂ ਅਵਤਾਰ ਉਜਾਗਰ ਆਨ ਕੀਓ। ਤਿਨ ਕੇ ਦੁਖ ਕੋਟਿਕ ਦੂਰ ਗਏ ਮਥੁਰਾ ਜਿਨ ਅੰਮ੍ਰਿਤ ਨਾਮ ਪੀਆਓ। ਇਹ ਪੱਦਤ ਤੇ ਮਤ ਚੁਕੇ ਰੇ ਮਨ ਭੇਦ ਬਭੇਦ ਨ ਜਾਣ ਬੀਆਓ। ਪਰਤਾਸ਼ਰ ਦਾ ਗੁਰ ਅਰਜਨ ਕੈ ਹਰਿ ਪੂਰਨ ਬ੍ਰਹਮ ਨਿਵਾਸ ਲਿਆਓ। ਜਬ ਲਾਓ ਨਹੀਂ ਪਾਗਲ ਲਾਰ ਉਦੈ ਤਬ ਲਾਓ ਭ੍ਰਮ ਤੇ ਫਿਰ ਤੇ ਬਹੁਤ ਆਓ। ਕਾਲ ਘੋਰ ਸਮੁੰਦਰ ਮੈਂ ਬੂਡਤ ਥੇ ਕਬਹੂ ਮਿਟ ਹੈ ਨਹੀਂ ਰੇ ਪਛਤਾਇਓ। ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕਉ ਅਵਤਾਰ ਬਨਾਇਓ। ਜਪਿਆਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨ ਆਇਓ। ਅਮ੍ਯ ਦ੍ਰਿਸ਼ਟ ਸੁਭ ਕਰ ਹਰ ਅਗ ਪਾਪ ਸਕਲ ਮਲ। ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ। ਸਦਾ ਸੁਖ ਮਨ ਵਸੈ ਦੁਖ ਸੰਸਾਰ ਹੈ ਖੋਵੈ।
नव निद दरियाऊ जन्म हम कालख तोअ सो कहो टल गुर सेविय अहनिस सहज सुबाई दर्शन परसिय गुरु का जन्म मरण दुख जाई बेसुमार अथाह अगनत अतुला ज्यो बुलावहो त्यो नानक दास बोला ज्यो बुलावहु त्यो नानक दास बोला। सतनाम श्री वाहिगुरु साहिब जी। गौड़ी महला पंजवा। जो प्राणी गोविंद ध्यावै पढ़िया अनपढ़िया परम गत पावै। जो प्राणी गोविंद ध्यावै पढ़िया अनपढ़िया परम गत पावै। साधु संग सिमर गोपाल बिन नावै झूठा तन माल। रहाउ रूपवंत सो चतुर सियाणा जिन जन मानिया प्रभ का भाणा। जग में आया सो परवान घट घट अपना स्वामी जान। कहो नानक जाके पूरन भाग हर चरणी ताका मन लाग। कहो नानक जाके पूरन भाग हर चरणी ताका मन लाग। वाहिगुरु जी का खालसा वाहिगुरु जी की फतेह। परम सन्मानयोग गुरु गरीब निवाज ਨੀਵਿਆਂ ਨੂੰ ਉੱਚੇ ਚੁੱਕਣ ਵਾਲੇ ਗਰੀਬਾਂ ਦੇ ਸਹਾਈ ਦੁਸ਼ਟਾਂ ਦੇ ਭਖਸ਼ਕ ਸੰਤਾਂ ਦੇ ਰਕਸ਼ਕ ਹੰਨੇ ਹੰਨੇ ਸਰਦਾਰੀ ਬਖਸ਼ਣ ਵਾਲੇ ਚੋਜੀ ਪ੍ਰੀਤਮ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਨੀਲੇ ਦੇ ਸ਼ਾਹ ਅਸਵਾਰ ਸਰਬੰਸ ਦਾਨੀ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਸਰਬਤ ਜੀਆਂ ਦੇ ਭਲੇ ਹਿਤ ਅਪਾਰ ਬਖਸ਼ਿਸ਼ ਕਿਰਪਾਲਤਾ ਕਰਕੇ ਆਪਣੇ ਪਾਵਨ ਸਤਜੁਗੀ ਤਪ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਦਸਾਂ ਹੀ ਪਾਤਸ਼ਾਹੀਆਂ ਜੀ ਦੇ ਪਾਵਨ ਆਤਮਕ ਸਵਰੂਪ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਪਾਕ ਮੁਕੱਦਸ ਸਤ ਸੰਗਤ ਦੇ ਅੰਦਰ ਜੀਵਨ ਦੀਆਂ ਘੜੀਆਂ ਨੂੰ ਅਮੋਲਕ ਬਣਾਉਣ ਵਾਸਤੇ ਗਰੀਬ ਨਿਵਾਜ ਸਾਹਿਬ ਜੀ ਸਭਨਾਂ ਨੂੰ ਕਿਰਤਾਰਥ ਕਰਨ ਵਾਸਤੇ ਸੁਭਾਗਾ ਸਮਾਂ ਬਖਸ਼ਿਸ਼ ਕਰ ਰਹੇ ਨੇ। ਵਡਭਾਗੀ ਜਨਾਂ ਨੇ ਸਤਿਗੁਰੂ ਜੀ ਦੇ ਪਿਆਰ ਵਾਲਿਆਂ ਨੇ ਨੇਮ ਵਾਲਿਆਂ ਨੇ ਪ੍ਰੇਮ ਵਾਲਿਆਂ ਨੇ ਉਤਸ਼ਾਹ ਵਾਲਿਆਂ ਨੇ ਜਗਿਆਸਾ ਵਾਲਿਆਂ ਨੇ
ਸਤਿਗੁਰੂ ਜੀ ਦੇ ਪਾਵਨ ਸੱਚਖੰਡ ਦਰਬਾਰ ਸਾਹਿਬ ਵਿਖੇ ਆ ਕਰਕੇ, ਸਤਿਗੁਰੂ ਜੀ ਦੇ ਪਾਵਨ ਦਰਸ਼ਨ ਦੀਦਾਰ ਕਰਕੇ, ਅੰਮ੍ਰਿਤ ਸਵਰੂਪ ਗੁਰਬਾਣੀ ਨੂੰ ਪੜ੍ਹ, ਸ਼ਰਵਣ ਅਤੇ ਗਾਇਨ ਕਰਕੇ ਆਤਮਿਕ ਆਨੰਦ ਨੂੰ ਮਾਣਿਆ ਹੈ। ਵੱਡੇ ਭਾਰੀ ਲਾਹੇ ਪ੍ਰਾਪਤ ਕੀਤੇ ਨੇ। ਹੁਣ ਵਕਤ ਹੈ ਸਤਿਗੁਰੂ ਜੀ ਦੇ ਪਾਵਨ ਸੱਚਖੰਡ ਸਾਹਿਬ ਜੀ ਦੇ ਦਰਬਾਰ ਦੀ ਮਰਿਆਦਾ ਦੇ ਅਨੁਸਾਰ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਦੇ ਰਾਹੀਂ ਸਤਿਗੁਰੂ ਜੀ ਦੇ ਮੁਬਾਰਕ ਚਰਨਾਂ ਦੇ ਨਾਲ ਜੁੜਨੇ ਦਾ। ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਨੇ, ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰ ਚਰਨਾਂ ਦਾ ਧਿਆਨ ਧਰਦਿਆਂ ਹੋਇਆਂ ਸਰਵਣ ਕਰਨਾ ਕਰੀਏ ਜੀ। ਹਿਰਦੇ ਦੀ ਇਕਾਗਰਤਾ ਤੇ ਰਸਨਾ ਦੀ ਸ਼ੁੱਧਤਾ ਵਾਸਤੇ, ਪਵਿੱਤਰਤਾ ਵਾਸਤੇ ਪਿਆਰ ਦੇ ਸਹਿਤ ਉਚਾਰਣਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾ। ਗੁਰਦੇਵ ਪਿਤਾ ਅੰਤਰਜਾਮੀ, ਧੀਰਜ ਧਾਰੀ, ਪਰ ਉਪਕਾਰੀ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੇ ਪੰਜਵੇਂ ਸਰਗੁਣ ਸਰੂਪ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਪਾਸ ਗੁਰਸਿੱਖਾਂ ਨੇ ਬੇਨਤੀ ਕੀਤੀ ਹੈ, ਹੇ ਸੱਚੇ ਪਾਤਸ਼ਾਹ ਜੀ, ਇਹ ਜਿਹੜੇ ਪੰਡਿਤ ਲੋਕ ਨੇ, ਵਿਦਵਾਨ ਲੋਕ ਨੇ ਨਾ, ਇਹ ਕਹਿੰਦੇ ਨੇ ਕਿ ਜਿਨ੍ਹਾਂ ਨੇ ਵੇਦ ਨਹੀਂ ਪੜ੍ਹੇ, ਜਿਨ੍ਹਾਂ ਨੇ ਸ਼ਾਸਤਰ ਨਹੀਂ ਪੜ੍ਹੇ, ਜਿਨ੍ਹਾਂ ਨੇ ਸਿਮਰਤੀਆਂ ਨਹੀਂ ਪੜ੍ਹੀਆਂ, ਉਹਨਾਂ ਦਾ ਉਧਾਰ ਨਹੀਂ ਹੁੰਦਾ ਹੈ, ਉਹਨਾਂ ਦੀ ਮੁਕਤੀ ਨਹੀਂ ਹੁੰਦੀ ਏ। ਮਹਾਰਾਜ ਇੱਕ ਪਾਸੇ ਤਾਂ ਸੰਸਕ੍ਰਿਤ ਭਾਸ਼ਾ ਨੂੰ ਦੇਵ ਵਿਦਿਆ ਕਹਿੰਦੇ ਨੇ ਕਿ ਇਹ ਦੇਵਤਿਆਂ ਦੀ ਭਾਸ਼ਾ ਏ ਤੇ ਇਸ ਨੂੰ ਪੜ੍ਹਨੇ ਦਾ ਹੱਕ ਕੇਵਲ ਤਾਂ ਕੇਵਲ ਬ੍ਰਾਹਮਣੇ ਦਾ, ਦੂਸਰੇ ਨੂੰ ਪੜ੍ਹਨੇ ਦਾ ਹੱਕ ਹੀ ਨਹੀਂ। ਇੱਕ ਪਾਸੇ ਤਾਂ ਮਹਾਰਾਜ ਸਾਨੂੰ ਇਹ ਵੇਦ ਵਿਦਿਆ ਪੜ੍ਹਨੇ ਦਾ ਹੱਕ ਹੀ ਨਹੀਂ ਦਿੰਦੇ, ਤੇ ਨਾਲ ਜਦੋਂ ਪਤਾ ਲੱਗਦਾ ਅਸੀਂ ਸਤਿਗੁਰੂ ਜੀ ਦੇ ਪਾਸ ਜਾ ਕਰਕੇ ਅੰਮ੍ਰਿਤਮਈ ਗੁਰਬਾਣੀ ਨੂੰ ਪੜ੍ਹਦੇ ਤੇ ਸੁਣਦੇ ਹਾਂ। ਸਤਿਗੁਰੂ ਜੀ ਨੇ ਆਪਣੇ ਖਾਲਸਾ ਪੰਥ ਨੂੰ, ਆਪਣੀਆਂ ਸੰਗਤਾਂ ਨੂੰ, ਆਪਣੀਆਂ ਗੁਰਸਿੱਖਾਂ ਨੂੰ ਕਿਰਪਾਲਤਾ ਕਰਕੇ ਗੁਰਮੁਖੀ ਵਿਦਿਆ ਦੇ ਵਿੱਚ, ਗੁਰਮੁਖੀ ਭਾਸ਼ਾ ਦੇ ਵਿੱਚ ਅੰਮ੍ਰਿਤ ਗੁਰਬਾਣੀ ਉਚਾਰਨ ਕਰਕੇ ਨਾਮ ਬਖਸ਼ਿਆ ਨਾ, ਤੇ ਮਹਾਰਾਜ ਫਿਰ ਬੜੀ ਈਰਖਾ ਕਰਦੇ ਨੇ। ਤੇ ਈਰਖਾ ਕਰਕੇ ਇਹ ਗੱਲ ਕਹਿੰਦੇ ਨੇ ਕਿ ਜਦੋਂ ਤੱਕ ਤੁਸੀਂ ਵੇਦ ਨਹੀਂ ਪੜ੍ਹਦੇ, ਸ਼ਾਸਤਰ ਨਹੀਂ ਪੜ੍ਹਦੇ, ਉਦੋਂ ਤੱਕ ਮੁਕਤੀ ਨਹੀਂ ਹੋਣੀ, ਉਦੋਂ ਤੱਕ ਉਧਾਰ ਨਹੀਂ ਹੋਣਾ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਕੀ ਇਸ ਪ੍ਰਕਾਰ ਉਹਨਾਂ ਦਾ ਕਹਿਣਾ ਜਥਾਯੋਗ ਹੈ? ਕੀ ਉਹਨਾਂ ਦਾ ਕਹਿਣਾ ਉਚਿਤ ਹੈ ਕਿ ਵੇਦ ਸ਼ਾਸਤਰ ਪੜ੍ਹੇ ਤੋਂ ਬਿਨਾਂ ਸੱਚਮੁੱਚ ਹੀ ਮਹਾਰਾਜ ਮੁਕਤੀ ਨਹੀਂ ਹੋਵੇਗੀ ਸਾਡੀ? ਜਦੋਂ ਇਸ ਪ੍ਰਕਾਰ ਸਿੱਖਾਂ ਨੇ ਬੇਨਤੀ ਕੀਤੀ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸੱਚ ਕੀ ਬਾਣੀ ਨਾਨਕ ਆਖੈ, ਸੱਚ ਦਾ ਉਪਦੇਸ਼ ਅੰਮ੍ਰਿਤ ਬਾਣੀ ਹਰ ਹਰ ਤੇਰੀ, ਅੰਮ੍ਰਿਤ ਬਾਣੀ ਰਾਹੀਂ ਸੱਚ ਦਾ ਉਪਦੇਸ਼ ਗਰੀਬ ਨਿਵਾਜ ਸਾਹਿਬ ਜੀ ਆਪਣੇ ਪਾਵਨ ਮੁਖਾਰ ਬਿੰਦ ਚੋਂ ਪ੍ਰਗਟ ਕਰਕੇ ਫਰਮਾਉਂਦੇ ਨੇ। ਤੇ ਗੌੜੀ ਰਾਗ ਰਾਹੀਂ ਉਪਦੇਸ਼ ਬਖਸ਼ਿਆ ਹੈ। ਗੌੜੀ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਗੌੜੀ ਰਾਗ ਰਾਹੀਂ ਸ਼ੁਭ ਸਿੱਖਿਆ ਬਖਸ਼ਿਸ਼ ਕਰ ਰਹੇ ਹਨ ਜੀ। ਜੋ ਪ੍ਰਾਣੀ ਗੋਬਿੰਦ ਧਿਆਵੈ। ਹੇ ਸਿੱਖੋ, ਹਰੀ ਅਕਾਲ ਪੁਰਖ ਵਾਹਿਗੁਰੂ ਪਰਮ ਪਿਤਾ ਪਰਮੇਸ਼ਵਰ ਵਾਹਿਗੁਰੂ ਜੀ ਦੇ ਨਾਮ ਨੂੰ ਜਿਹੜਾ ਵੀ ਪ੍ਰਾਣੀ ਧਿਆਉਂਦਾ ਹੈ, ਪ੍ਰਾਣੀ ਤੋਂ ਭਾਵ ਹੈ ਪ੍ਰਾਣਾਧਾਰੀ ਜੀਵ, ਜਿਸ ਦੇ ਸਰੀਰ ਦੇ ਅੰਦਰ ਸਵਾਸ ਚੱਲਦੇ ਨੇ, ਪ੍ਰਾਣ ਚੱਲਦੇ ਨੇ, ਉਹ ਪ੍ਰਾਣਾਧਾਰੀ ਹੈ, ਉਹ ਪ੍ਰਾਣੀ ਹੈ। ਪ੍ਰਾਣ ਤੋਂ ਭਾਵ ਸਾਹ ਹੋਇਆ ਕਰਦਾ ਹੈ। ਜਿਹੜਾ ਵੀ ਜੀਵ ਜਿਉਂਦਾ ਹੈ, ਜਿਹੜਾ ਵੀ ਜੀਵ ਸਾਹ ਲੈ ਰਿਹਾ ਹੈ, ਇੱਥੇ ਜਾਤ ਦਾ ਕੋਈ ਮਸਲਾ ਨਹੀਂ, ਵਰਣ ਦਾ ਕੋਈ ਮਸਲਾ ਨਹੀਂ, ਧਰਮ ਦਾ ਕੋਈ ਮਸਲਾ ਨਹੀਂ। ਜਿਹੜਾ ਵੀ ਪ੍ਰਾਣੀ ਪ੍ਰਾਣਾਧਾਰੀ ਹੈ, ਪ੍ਰਾਣ ਚੱਲਦੇ ਨੇ ਸਰੀਰ ਦੇ ਅੰਦਰ। ਗੋਬਿੰਦ ਧਿਆਵੈ। ਗੋ ਦਾ ਅਰਥ ਹੈ ਧਰਤੀ ਅਥਵਾ ਸ੍ਰਿਸ਼ਟੀ, ਵੇਂਦ ਤੇ ਬਿੰਦ ਦਾ ਅਰਥ ਹੋਇਆ ਕਰਦਾ ਰਖਵਾਲਾ। ਸਾਰੀ ਸ੍ਰਿਸ਼ਟੀ ਦੇ ਰਖਵਾਲਾ ਸਰੂਪ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਜਿਹੜਾ ਵੀ ਕੋਈ ਪ੍ਰਾਣੀ ਧਿਆਵਣਾ ਕਰਦਾ ਹੈ, ਜਪਣਾ ਕਰਦਾ ਹੈ, ਆਰਾਧਨਾ ਕਰਦਾ ਹੈ। ਪੜਿਆ ਅਨਪੜਿਆ ਪਰਮਗਤ ਪਾਵੈ। ਭਾਵੇਂ ਤੇ ਉਹ ਵੇਦਾਂ ਸ਼ਾਸਤਰਾਂ ਨੂੰ, ਚਾਰੇ ਵੇਦਾਂ ਨੂੰ, 6 ਸ਼ਾਸਤਰਾਂ ਨੂੰ, 27 ਸਿਮਰਤੀਆਂ ਨੂੰ ਪੜਿਆ ਹੋਵੇ, ਤੇ ਭਾਵੇਂ ਉਹ ਅਣਪੜਿਆ ਇਹਨਾਂ ਸ਼ਾਸਤਰਾਂ ਨੂੰ ਪੜਨ ਤੋਂ ਰਹਿਤ ਹੋਵੇ, ਭਾਵੇਂ ਉਸਨੇ ਸ਼ਾਸਤਰ ਵੇਦ ਵਿਦਿਆ ਨਾ ਪੜ੍ਹੀ ਹੋਵੇ,
ਪਰ ਜੇ ਗੋਬਿੰਦ ਜੀ ਦੇ ਵਾਹਿਗੁਰੂ ਜੀ ਦੇ ਨਾਮ ਨੂੰ ਧਿਆਉਂਦਾ ਹੈ, ਜਪਦਾ ਹੈ, ਆਰਾਧਦਾ ਹੈ, ਪਰਮਗਤ ਭਾਵੈ। ਪਰਮ ਤੋਂ ਭਾਵ ਹੈ ਸਰਬ ਸ੍ਰੇਸ਼ਟ, ਉੱਤਰਕ੍ਰਿਸ਼ਟ, ਸਭ ਤੋਂ ਵੱਡੀ, ਤੇ ਗਤ ਤੋਂ ਭਾਵ ਹੈ ਮੁਕਤੀ। ਤੇ ਸਾਧ ਸੰਗਤ ਜੀ, ਜਿਵੇਂ ਆਦਿ ਕਾਲ ਤੋਂ 4 ਮੁਕਤੀਆਂ ਮੰਨੀਆਂ ਜਾਂਦੀਆਂ ਨੇ, ਸਰੂਪ ਮੁਕਤੀ, ਸਾਮੀਪ ਮੁਕਤੀ, ਸਾਲੋਕ ਮੁਕਤੀ, ਸਜੁਜ ਮੁਕਤੀ, ਇਹਨਾਂ ਦੇ ਨਾਲੋਂ ਪਰਮ ਮੁਕਤੀ ਹੈ ਕੈਵਲ ਮੁਕਤੀ। ਸੋ ਕੈਵਲ ਮੁਕਤੀ ਤੋਂ ਭਾਵ ਹੈ ਜਿਉਂਦੇ ਜੀਵ ਵਿਕਾਰਾਂ ਤੋਂ ਮੁਕਤ ਹੋਣਾ, ਬੰਧਨਾਂ ਤੋਂ ਮੁਕਤ ਹੋਣਾ, ਮੋਹ ਮਾਇਆ ਤੋਂ ਮੁਕਤ ਹੋਣਾ, ਕਿਸੇ ਪ੍ਰਕਾਰ ਦਾ ਬੰਧਨ ਮਨ ਨੂੰ ਨਾ ਹੋਵੇ। ਤੇ ਜਦੋਂ ਸਰੀਰ ਅਭਾਵ ਹੋ ਜਾਂਦਾ, ਫਿਰ ਵਾਹਿਗੁਰੂ ਜੀ ਦੇ ਅੰਦਰ ਲੀਨ ਹੋ ਜਾਣਾ। ਗੁਰ ਕਿਰਪਾ ਜਿਹ ਨਰ ਕਉ ਕੀਨੀ, ਤਿਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਓ, ਜਿਉ ਪਾਣੀ ਸੰਗ ਪਾਣੀ। ਜਿਵੇਂ ਪਾਣੀ ਦੇ ਵਿੱਚ ਮਿਲ ਕਰਕੇ ਪਾਣੀ ਇੱਕ ਸਵਰੂਪ ਹੋ ਜਾਂਦਾ ਹੈ। ਸਾਧ ਸੰਗਤ ਜੀ, ਨਦੀਆਂ ਪਾਣੀ ਦੀਆਂ ਭਰ ਕੇ ਚੱਲਦੀਆਂ ਨੇ, ਦਰਿਆ ਭਰ ਕੇ ਚੱਲਦੇ ਨੇ, ਸਮੁੰਦਰਾਂ ਦੇ ਅੰਦਰ ਬੇਅੰਤ ਪਾਣੀ ਹੈ। ਪਰ ਬਰਸਾਤ ਦੀਆਂ ਜਿੰਨੀਆਂ ਬੂੰਦਾਂ ਨਦੀ ਦੇ ਉੱਪਰ, ਦਰਿਆ ਦੇ ਉੱਪਰ ਅਥਵਾ ਸਾਗਰ ਦੇ ਉੱਪਰ ਪੈ ਜਾਂਦੀਆਂ ਨੇ ਨਾ, ਉਹ ਪਾਣੀ ਵਿੱਚ ਮਿਲ ਕੇ ਉਸ ਪਾਣੀ ਦਾ ਸਵਰੂਪ ਹੋ ਜਾਂਦੀਆਂ ਨੇ। ਜਿਹੜੀਆਂ ਬੂੰਦਾਂ ਨਦੀ ਵਿੱਚ ਪੈਂਦੀਆਂ ਨੇ, ਨਦੀ ਰੂਪ ਹੋ ਜਾਂਦੀਆਂ ਨੇ। ਜਿਹੜੀਆਂ ਦਰਿਆ ਵਿੱਚ ਪੈਂਦੀਆਂ ਨੇ, ਦਰਿਆ ਰੂਪ ਹੋ ਜਾਂਦੀਆਂ। ਤੇ ਜਿਹੜੀਆਂ ਸਾਗਰ ਵਿੱਚ ਪੈਂਦੀਆਂ ਨੇ, ਉਹ ਸਾਗਰ ਰੂਪੀ ਹੋ ਜਾਂਦੀਆਂ ਨੇ। ਹੁਣ ਵਰਖਾ ਹੋ ਰਹੀ ਹੋਵੇ, ਮੀਂਹ ਪੈ ਰਿਹਾ ਹੋਵੇ, ਬੇਅੰਤ ਬੂੰਦਾਂ ਸਾਗਰ ਤੇ ਪੈ ਰਹੀਆਂ ਨੇ, ਸਾਗਰ ਸਵਰੂਪ ਹੁੰਦੀਆਂ ਜਾਂਦੀਆਂ ਨੇ। ਤੇ ਜੇ ਕੋਈ ਭਲਾ ਪੁਰਸ਼ ਇਹ ਕਹਿਣਾ ਚਾਹਵੇ ਜੀ ਜਿਹੜੀਆਂ ਪਾਣੀ ਦੀਆਂ ਬੂੰਦਾਂ ਵਿੱਚ ਪੈ ਰਹੀਆਂ ਨੇ ਮੈਂ ਸਾਗਰ ਚੋਂ ਕੱਢ ਕੇ ਵੱਖਰੀਆਂ ਕਰ ਲਵਾਂਗਾ, ਤੇ ਕਿਵੇਂ ਕਰ ਸਕਦਾ ਹੈ? ਨਹੀਂ ਕਰ ਸਕਦਾ। ਇਸੇ ਪ੍ਰਕਾਰ ਜੋ ਜਗਿਆਸੂ ਜਨਾਂ ਦੀਆਂ ਆਤਮਾਵਾਂ, ਰੂਹਾਂ ਨੇ ਨਾ, ਇਹ ਬੂੰਦਾਂ ਦੀ ਨਿਆਈ ਨੇ। ਵਾਹਿਗੁਰੂ ਜੀ ਰੂਪੀ ਸਾਗਰ ਦੇ ਵਿੱਚ ਅਭੇਦਤਾ ਪ੍ਰਾਪਤ ਕਰ ਲੈਂਦੀਆਂ ਨੇ। ਫਿਰ ਅਨਕ ਸਿਆਣੇ ਪਚ ਮੋਏ ਨਾ ਨਿਰਵਾਰੀ ਜਾਏ। ਜਿਹੜੀ ਬੂੰਦ ਸਾਗਰ ਦੇ ਵਿੱਚ ਪੈ ਕਰਕੇ ਪਾਣੀ ਵਿੱਚ ਮਿਲ ਗਈ ਨਾ, ਬੇਅੰਤ ਸਿਆਣੇ ਆ ਕਰਕੇ, ਫਿਲਾਸਫਰ ਆ ਕਰਕੇ, ਸਾਇੰਟਿਸਟ ਆ ਕੇ ਯਤਨ ਕਰ ਲੈਣ ਕਿ ਉਹਨਾਂ ਬੂੰਦਾਂ ਨੂੰ ਬਾਹਰ ਕੱਢ ਲਈਏ, ਕਦਾਚਿਤ ਵੀ ਨਹੀਂ ਕੱਢ ਸਕਦੇ, ਕਿਉਂਕਿ ਉਹ ਤੇ ਸਾਗਰ ਰੂਪ ਹੋ ਗਈਆਂ, ਉਹ ਤੇ ਲੀਨ ਹੋ ਗਈਆਂ, ਉਹ ਤੇ ਮਿਲ ਗਈਆਂ, ਇੱਕਮਿਕ ਹੋ ਗਈਆਂ। ਹੁਣ ਕੋਈ ਸਿਆਣਾ ਨਹੀਂ ਕੱਢ ਸਕਦਾ, ਹੁਣ ਕੋਈ ਸਮਝਦਾਰ ਐਸੀ ਚੇਸ਼ਟਾ ਵੀ ਨਹੀਂ ਕਰ ਸਕਦਾ ਹੈ। ਸੋ ਇਸ ਪ੍ਰਕਾਰ ਪਰਮਾਤਮਾ ਜੀ ਦੇ ਵਿੱਚ ਅਭੇਦ ਹੋ ਕਰਕੇ ਪਰਮਾਤਮਾ ਜੀ ਦਾ ਸਵਰੂਪ ਹੀ ਹੋ ਜਾਣਾ। ਜਿਨ ਹਰ ਜਪਿਆ ਸੇ ਹਰ ਹੋਏ, ਇਹ ਹੈ ਪਰਮ ਗਤੀ। ਇਸੇ ਨੂੰ ਹੀ ਕੈਵਲ ਮੁਕਤੀ ਕਿਹਾ ਜਾਂਦਾ ਹੈ, ਇਸੇ ਨੂੰ ਹੀ ਤੁਰਿਆ ਪਦ ਕਿਹਾ ਜਾਂਦਾ ਹੈ। ਚੌਥੀ ਭੂਮਿਕਾ ਅਥਵਾ ਬ੍ਰਹਮ ਗਿਆਨ ਵੀ ਇਸੇ ਦਾ ਹੀ ਨਾਮ ਹੈ। ਹਜ਼ੂਰ ਫਰਮਾਵਣਾ ਕਰਦੇ ਨੇ, ਪਿਆਰਿਓ, ਇਹ ਗੱਲ ਮਾਇਨੇ ਨਹੀਂ ਰੱਖਦੀ ਕਿ ਨਾਮ ਦੇ ਰਸੀਏ ਨੇ ਵੇਦ ਸ਼ਾਸਤਰ ਪੜ੍ਹੇ ਨੇ ਜਾਂ ਨਹੀਂ ਪੜ੍ਹੇ ਨੇ, ਉਸ ਨੇ ਸਿਮਰਤੀਆਂ ਇਤਿਆਦਿਕ ਪੜ੍ਹੀਆਂ ਨੇ ਜਾਂ ਨਹੀਂ ਪੜ੍ਹੀਆਂ ਨੇ, ਹੋਰ ਗ੍ਰੰਥ ਉਸਨੇ ਪੜ੍ਹੇ ਨੇ ਜਾਂ ਨਹੀਂ ਪੜ੍ਹੇ, ਇਹ ਗੱਲ ਮਾਇਨਾ ਨਹੀਂ ਰੱਖਦੇ। ਕੇਵਲ ਤਾਂ ਕੇਵਲ ਇੱਕ ਗੱਲ ਮਾਇਨਾ ਰੱਖਦੀ ਹੈ ਕਿ ਇਸਨੇ ਨਾਮ ਜਪਿਆ ਕਿ ਨਹੀਂ ਜਪਿਆ। ਨਾਨਕ ਕਹਿ ਘਰ ਕੇਵਲ ਨਾਮ। ਇੱਥੇ ਕੇਵਲ ਤਾਂ ਕੇਵਲ ਨਾਮ ਦੀ ਬਾਤ ਹੈ। ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਇੱਕ ਨਾਮ ਜਪਣ ਦਾ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੱਲੋਂ ਹੁਕਮ ਹੈ। ਤੇ ਸਾਰੇ ਜਗਿਆਸੂ ਜਨਾਂ ਨੂੰ ਸਤਿਗੁਰੂ ਜੀ ਨੇ ਬੁਝਾ ਦਿੱਤਾ ਹੈ, ਸਮਝਾ ਦਿੱਤਾ ਹੈ ਉਪਦੇਸ਼ ਦੁਆਰਾ। ਸਿੱਖੋ, ਨਾਮ ਨੇ ਸਭਨਾਂ ਦੇ ਬੇੜੇ ਪਾਰ ਕਰਨੇ ਨੇ। ਤੇ ਜਿਹੜਾ ਨਾਮ ਦਾ ਰਸੀਆ ਹੈ, ਨਾਮ ਨੂੰ ਧਿਆਉਂਦਾ ਹੈ, ਜੋ ਪ੍ਰਾਣੀ ਗੋਬਿੰਦ ਧਿਆਵੈ, ਗੋਬਿੰਦ ਵਾਹਿਗੁਰੂ ਜੀ ਦੇ ਨਾਮ ਨੂੰ ਧਿਆਉਂਦਾ ਹੈ, ਉਹ ਪੜ੍ਹਿਆ ਹੈ ਜਾਂ ਪੜ੍ਹਿਆ ਹੈ, ਇਹ ਗੱਲ ਕੋਈ ਸਥਾਨ ਨਹੀਂ ਰੱਖਦੀ ਹੈ। ਕੇਵਲ ਤਾਂ ਕੇਵਲ ਨਾਮ ਜਪਣਾ ਹੀ ਸਥਾਨ ਰੱਖਦਾ ਹੈ, ਮਾਇਨੇ ਰੱਖਦਾ ਹੈ। ਵੇਦ ਵਿਦਿਆ ਤੇ ਪੜ੍ਹਿਆ ਹੋਵੇ, ਚਾਰੇ ਵੇਦ ਵੀ ਪੜ੍ਹੇ ਨੇ, 6 ਸ਼ਾਸਤਰ ਵੀ ਪੜ੍ਹੇ ਨੇ, ਸਿਮਰਤੀਆਂ ਵੀ ਪੜ੍ਹ ਲਈਆਂ, ਪਰ ਸੱਚ ਦੇ ਉਪਦੇਸ਼ ਨੂੰ ਧਾਰਨ ਨਹੀਂ ਕਰਦਾ, ਕੇਵਲ ਤਾਂ ਕੇਵਲ ਕਰਮ ਕਾਂਡਾਂ ਵਿੱਚ ਉਲਝ ਗਿਆ। ਕਿਉਂਕਿ ਸਾਧ ਸੰਗਤ ਜੀ, ਵੇਦਾਂ ਦੀਆਂ 64,000 ਜਿਹੜੀਆਂ ਸੁਰਤੀਆਂ ਨੇ ਨਾ, ਉਹ ਕੇਵਲ ਤਾਂ ਕੇਵਲ ਖੰਡਨ ਮੰਡਨ ਦਾ ਹੀ ਕਥਨ ਕਰਦੀਆਂ ਨੇ। ਕੇਵਲ ਤਾਂ ਕੇਵਲ 4000 ਸੁਰਤੀ ਹੈ ਜਿਹੜੀ ਨਾਮ ਦਾ ਕਥਨ ਕਰਦੀ ਹੈ। ਹਜ਼ੂਰ ਫਰਮਾਉਂਦੇ ਨੇ ਨਾ, ਵੇਦਾ ਮਹਿ ਨਾਮ ਉਤਮ ਸੋ ਸੁਣੇ ਨਾਹੀ, ਫਿਰੇ ਜਿਉ ਬੇਤਾਲਿਆ। ਵੇਦਾਂ ਦੇ ਵਿੱਚ ਵੀ ਭਾਈ ਨਾਮ ਨੂੰ ਹੀ ਉੱਤਮ ਕਹਿਆ ਹੈ, ਤੇ ਉਸ ਉਪਦੇਸ਼ ਨੂੰ ਤੇ ਸੁਣਦਾ ਨਹੀਂ। ਬੇਤਾਲਿਆਂ ਵਾਂਗੂ, ਬੌਰਿਆਂ ਵਾਂਗੂ, ਝੱਲਿਆਂ ਵਾਂਗੂ, ਕਮਲਿਆਂ ਵਾਂਗੂ, ਪਾਗਲਾਂ ਵਾਂਗੂ ਤੁਰਿਆ ਫਿਰਦਾ ਹੈ। ਇਹ ਜਿਹੜਾ ਜੀਵ ਹੈ, ਜਿਸ ਪ੍ਰਕਾਰ ਕਿਸੇ ਸ਼ਰਾਬੀ ਨੇ ਸ਼ਰਾਬ ਪੀਤੀ ਹੋਵੇ ਤੇ ਅਵਲੀਆਂ ਟਵਲੀਆਂ ਮਾਰਦਾ, ਪੈਰ ਡਗਮਗਾਉਂਦੇ ਨੇ, ਸਿੱਧਾ ਤੁਰਿਆ ਨਹੀਂ ਨਾ ਜਾਂਦਾ, ਐਸੀ ਹੰਕਾਰ ਰੂਪੀ ਮਦ ਇਸ ਨੇ ਪੀਤੀ ਹੈ, ਹੰਕਾਰ ਰੂਪੀ ਸ਼ਰਾਬ ਇਸ ਨੂੰ ਚੜੀ ਹੈ। ਮਾਇਆ ਦਾ ਹੰਕਾਰੀ ਹੋਇਆ, ਗੁਣਾ ਦਾ ਸਰੂਪ ਦਾ ਹੰਕਾਰੀ ਹੋਇਆ, ਤੇ
ਤੇ ਜੇ ਵੇਦ ਵਿਦਿਆ ਪੜ੍ਹ ਲਈ ਤੇ ਹੰਕਾਰ ਧਾਰਨ ਕਰ ਲਿਆ, ਜੀ ਮੈਂ ਵੇਦ ਪਾਠੀ ਹਾਂ, ਮੈਂ ਵੇਦ ਗਿਆਨੀ ਹਾਂ, ਮੈਂ ਸ਼ਾਸਤਰਾਂ ਦਾ ਗਿਆਤਾ ਹਾਂ, ਇਸ ਪ੍ਰਕਾਰ ਹੋਰ ਹੰਕਾਰ ਨੂੰ ਧਾਰਨ ਕਰ ਲਿਆ। ਕਿਤਨੇ ਵੀ ਵੇਦ ਸ਼ਾਸਤਰ ਧਾਰਮਿਕ ਗ੍ਰੰਥ ਪੜ੍ਹ ਲਏ ਨੇ, ਪਰ ਜੇ ਨਾਮ ਨੂੰ ਨਹੀਂ ਜਪਿਆ ਤੇ ਵਿਦਿਆ ਦੇ ਗੁਣਾਂ ਨੂੰ ਗ੍ਰਹਿਣ ਨਹੀਂ ਕੀਤਾ ਤੇ ਉਸ ਦੀ ਵਿਦਿਆ ਪੜ੍ਹੀ ਨਿਸਫਲ ਹੈ। ਪਰ ਜੇ ਕਿਸੇ ਨੇ ਵੇਦ ਵਿਦਿਆ ਦਾ ਇੱਕ ਅੱਖਰ ਵੀ ਨਹੀਂ ਪੜ੍ਹਿਆ, ਪਰ ਉਹ ਨਾਮ ਦਾ ਰਸੀਆ ਹੈ, ਵਾਹਿਗੁਰੂ 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 ਜਪਦਾ ਹੈ, ਤੇ ਹਜ਼ੂਰ ਫਰਮਾਨ ਕਰਨਾ ਕਰਦੇ ਨੇ ਉਹ ਅਨਪੜ੍ਹ ਵੀ ਪ੍ਰਵਾਨ, ਕਿਉਂਕਿ ਪ੍ਰਵਾਨ ਤੇ ਨਾਮ ਨੇ ਕਰਨਾ ਨਾ, ਜੀਵਨ ਤੇ ਸਫਲ ਨਾਮ ਨੇ ਕਰਨਾ ਨਾ, ਉਹ ਨਾਮ ਜਪ ਰਿਹਾ, ਇਸ ਪ੍ਰਕਾਰ ਉਸ ਦਾ ਨਾਮ ਜਪਿਆ ਪ੍ਰਵਾਨ ਹੈ, ਉਸ ਦਾ ਜਨਮ ਵੀ ਪ੍ਰਵਾਨ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ, ਨਵੀਆਂ ਪੀੜ੍ਹੀਆਂ ਵਿੱਚ ਤੇ ਭਾਵੇਂ ਪੜ੍ਹਨ ਦਾ ਰੁਝਾਨ ਬਹੁਤ ਜ਼ਿਆਦਾ ਪ੍ਰਚਲਿਤ ਹੈ ਤੇ ਲਗਭਗ ਸਾਰੇ ਬੱਚੇ ਪੜ੍ਹੇ ਹੁੰਦੇ ਨੇ, ਪਰ ਪੁਰਾਣੇ ਬਜ਼ੁਰਗਾਂ ਦੇ ਵਿੱਚੋਂ ਬੇਅੰਤ ਮਾਤਾਵਾਂ ਤੇ ਬਜ਼ੁਰਗ ਐਸੇ ਹੁੰਦੇ ਨੇ ਜਿਨ੍ਹਾਂ ਨੇ ਦੁਨਿਆਵੀ ਵਿਦਿਆ ਨਹੀਂ ਪੜ੍ਹੀ ਹੁੰਦੀ ਤੇ ਗੁਰਬਾਣੀ ਪੜ੍ਹਨਾ ਨਹੀਂ ਜਾਣਦੇ, ਤੇ ਸੁਭਾਵਿਕ ਹੀ ਕਹਿ ਦਿੰਦੇ ਜੀ ਅਸੀਂ ਤੇ ਪਾਪੀ ਆ, ਸਾਨੂੰ ਤੇ ਬਾਣੀ ਵੀ ਨਹੀਂ ਪੜ੍ਹਨੀ ਆਉਂਦੀ। ਭਾਈ ਜੇ ਗੁਰਬਾਣੀ ਪੜ੍ਹਨੀ ਨਹੀਂ ਆਉਂਦੀ, ਜਪਜੀ ਸਾਹਿਬ ਜੀ ਦਾ ਪਾਠ ਨਹੀਂ ਆਉਂਦਾ, ਜਾਪ ਸਾਹਿਬ ਨਹੀਂ ਪੜ੍ਹਿਆ ਜਾਂਦਾ, ਤੇ ਵਾਹਿਗੁਰੂ ਵਾਹਿਗੁਰੂ ਜਪਣ ਵਾਸਤੇ ਤੇ ਕਿਸੇ ਡਿਗਰੀ ਦੀ ਲੋੜ ਨਹੀਂ। ਮੂਲ ਮੰਤਰ ਦਾ ਅਭਿਆਸ ਕਰਨ ਵਾਸਤੇ, ਜਾਪ ਕਰਨ ਵਾਸਤੇ ਤੇ ਕਿਸੇ ਬੈਚਲਰ ਡਿਗਰੀ ਦੀ, ਕਿਸੇ ਮਾਸਟਰ ਡਿਗਰੀ ਦੀ ਲੋੜ ਨਹੀਂ। ਉਹ ਤੇ ਸੁਭਾਵਕ ਵੀ ਪੜ੍ਹਿਆ ਲਿਖੇ ਨੇ ਵੀ ਉਹੀਓ ਮੂਲ ਮੰਤਰ ਪੜ੍ਹਨਾ, ਤੇ ਅਨਪੜ੍ਹ ਨੇ ਵੀ ਉਹੀਓ ਮੂਲ ਮੰਤਰ ਪੜ੍ਹਨਾ। ਉਹੀਓ ਵਾਹਿਗੁਰੂ ਜੀ ਦਾ ਗੁਰ ਮੰਤਰ ਪੜ੍ਹੇ ਲਿਖੇ ਨੇ ਪੜ੍ਹਨਾ, ਤੇ ਉਹੀਓ ਅਨਪੜ੍ਹ ਨੇ ਪੜ੍ਹਨਾ। ਹਜ਼ੂਰ ਫਰਮਾਉਂਦੇ ਨੇ, ਭਾਈ ਦੁਨਿਆਵੀ ਵਿਦਿਆ ਨਹੀਂ ਪੜ੍ਹੀ ਤਾਂ ਵੀ ਚਿੰਤਾ ਦੀ ਲੋੜ ਨਹੀਂ, ਵੇਦ ਵਿਦਿਆ ਨਹੀਂ ਪੜ੍ਹੀ ਤਾਂ ਵੀ ਚਿੰਤਾ ਦੀ ਲੋੜ ਨਹੀਂ, ਸੰਸਕ੍ਰਿਤ ਇਤਿਆਦਿਕ ਭਾਸ਼ਾਵਾਂ ਨਹੀਂ ਪੜ੍ਹੀਆਂ, ਅਰਬੀ ਫਾਰਸੀ ਜਾਂ ਹੋਰ ਭਾਸ਼ਾਵਾਂ ਨਹੀਂ ਪੜ੍ਹੀਆਂ, ਵਿਦਵਾਨ ਗਿਆਨੀ ਨਹੀਂ ਬਣੇ ਤੇ ਕੋਈ ਗੱਲ ਨਹੀਂ, ਵਾਹਿਗੁਰੂ ਤੇ ਕਹਿਣਾ ਆਉਂਦਾ ਹੀ ਆ ਨਾ। ਵਾਹਿਗੁਰੂ ਜਪਣ ਵਾਸਤੇ ਕਿਸੇ ਵੇਦ ਵਿਦਿਆ ਦੀ ਲੋੜ ਨਹੀਂ, ਸੁਭਾਵਕ ਹੀ ਲੰਮੇ ਪਿਆਂ ਵੀ, ਬੈਠਿਆਂ ਵੀ, ਚੱਲਦਿਆਂ ਫਿਰਦਿਆਂ ਵੀ, ਖਾਂਦਿਆਂ ਪੀਂਦਿਆਂ ਵੀ, ਹਰ ਵੇਲੇ ਵਾਹਿਗੁਰੂ ਵਾਹਿਗੁਰੂ ਜਪੀ ਜਾਓ। ਵਾਹਿਗੁਰੂ ਹੀ ਜਪਿਆ ਪ੍ਰਵਾਨ ਹੋਣਾ। ਜੇ ਵਾਹਿਗੁਰੂ ਜੀ ਦਾ ਨਾਮ ਨਹੀਂ ਜਪਿਆ, ਵੇਦ ਵਿਦਿਆ ਪੜ੍ਹ ਕੇ ਉਪਦੇਸ਼ਾਂ ਨੂੰ ਧਾਰਨ ਨਹੀਂ ਕੀਤਾ, ਤੇ ਫਿਰ ਉਹ ਵੇਦ ਵਿਦਿਆ ਪੜ੍ਹੀ ਵੀ ਕਿਸੇ ਕੰਮ ਨਹੀਂ, ਵਿਅਰਥ ਹੈ, ਉਹ ਸਫਲੀ ਨਹੀਂ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸ਼ੁਭ ਉਪਦੇਸ਼ ਦੀ ਬਖਸ਼ਿਸ਼ ਕਰਨਾ ਕੀਤੀ ਹੈ। ਤੇ ਸਾਧ ਸੰਗਤ ਜੀ, ਇੱਕ ਐਸੇ ਚੁੰਚ ਗਿਆਨੀ ਲੋਕ ਹੋਇਆ ਕਰਦੇ ਨੇ, ਵੇਦਿਆ ਨੂੰ ਪੜ੍ਹੀ ਜਾਣਾ, ਪੜ੍ਹ ਪੜ੍ਹ ਕੇ ਦੂਜਿਆਂ ਨੂੰ ਸੁਣਾਉਣਾ, ਦੂਜਿਆਂ ਨੂੰ ਸੁਣਾ ਕਰਕੇ ਵਾਹ ਵਾਹ ਤੇ ਖੱਟ ਲੈਣੀ, ਜੀ ਫਲਾਨਾ ਬੜਾ ਵਿਦਵਾਨ ਹੈ, ਤੇ ਵਿਦਵਤਗਾ ਦਿਖਾ ਕਰਕੇ ਪੈਸੇ ਵੀ ਇਕੱਠੇ ਕਰ ਲੈਣੇ, ਪਰ ਆਪ ਗੁਣਾਂ ਨੂੰ ਧਾਰਨ ਨਹੀਂ ਕਰਨਾ। ਐਸੇ ਲੋਕਾਂ ਦੀ ਵਿਦਿਆ ਪੜ੍ਹੀ ਵੀ ਪ੍ਰਵਾਨ ਨਹੀਂ। ਇਸੇ ਪ੍ਰਕਾਰ ਜਿਹੜੇ ਵਿਦਿਆ ਤੇ ਪੜ੍ਹਦੇ ਨੇ, ਵਿਦਿਆ ਦੋ ਪ੍ਰਕਾਰ ਦੀ ਹੈ ਨਾ, ਇੱਕ ਸੰਸਾਰੀ ਵਿਦਿਆ ਹੈ, ਵਿਵਹਾਰਿਕ ਵਿਦਿਆ ਹੈ, ਇੱਕ ਬ੍ਰਹਮ ਵਿਦਿਆ ਹੈ ਜੋ ਬ੍ਰਹਮ ਜੀ ਦੇ ਨਾਲ ਮਿਲਾਉਣ ਵਾਲੀ ਹੈ। ਵਿਵਹਾਰਿਕ ਵਿਦਿਆ ਪੜ੍ਹ ਕੇ, ਦੁਨਿਆਵੀ ਵਿਦਿਆ ਪੜ੍ਹ ਕੇ ਸਰੀਰ ਦੀ ਉਪਜੀਵਕਾ ਚੰਗੀ ਚੱਲ ਪੈਂਦੀ ਏ, ਕਿਉਂਕਿ ਜੀਵ ਨੂੰ ਲੋਕਾਚਾਰੀ ਦਾ, ਦੁਨੀਆਦਾਰੀ ਦਾ ਗਿਆਨ ਹੋ ਜਾਂਦਾ ਹੈ। ਚੰਗੀ ਨੌਕਰੀ, ਸਰਕਾਰੀ, ਪ੍ਰਾਈਵੇਟ ਇਤਿਆਦਿਕ ਕਿਧਰੇ ਨਾ ਕਿਧਰੇ ਰੋਜ਼ਗਾਰ ਮਿਲ ਜਾਂਦਾ ਹੈ। ਪੜ੍ਹਿਆ ਲਿਖਿਆ ਹੋਣ ਦੇ ਕਾਰਨ, ਦੁਨਿਆਵੀ ਕੰਮਾਂ ਦੀ ਨੌਲੇਜ ਹੋਣ ਦੇ ਕਾਰਨ ਚੰਗਾ ਧਨ ਕਮਾ ਲੈਂਦਾ ਹੈ। ਪਰ ਜਿਹੜੀ ਬ੍ਰਹਮ ਵਿਦਿਆ ਹੈ ਸਾਧ ਸੰਗਤ ਜੀ, ਇਹ ਤੇ ਜੀਵਨ ਹੀ ਸਫਲ ਕਰ ਦਿੰਦੀ ਏ, ਇਹ ਤੇ ਜੰਮਣ ਮਰਨ ਹੀ ਕੱਟਦੀ ਏ। ਦੁਨਿਆਵੀ ਵਿਦਿਆ ਪੜ੍ਹਨੇ ਵਾਲਾ ਧਨ ਪ੍ਰਾਪਤ ਕਰਕੇ ਕੁਝ ਸਮੇਂ ਦਾ ਸੁੱਖ ਪ੍ਰਾਪਤ ਕਰਦਾ ਹੈ, ਪਰ ਬ੍ਰਹਮ ਵਿਦਿਆ ਨੂੰ ਪੜ੍ਹਨੇ ਵਾਲਾ ਤਾਂ ਸਦੀਵ ਕਾਲ ਦਾ ਆਤਮਿਕ ਆਨੰਦ ਵਾਹਿਗੁਰੂ ਜੀ ਦੀ ਅਭੇਦਤਾ ਪ੍ਰਾਪਤ ਕਰਦਾ ਹੈ। ਹੁਣ ਦੁਨਿਆਵੀ ਵਿਦਿਆ ਪੜ੍ਹਿਆ ਹੋਵੇ, ਚਾਹੇ ਵੇਦ ਵਿਦਿਆ ਪੜ੍ਹਿਆ ਹੋਵੇ, ਪਰ ਪੜ੍ਹ ਕੇ ਦੂਸਰੇ ਨੂੰ ਲਾਗੇ ਹੀ ਨਾ ਬੈਠਣ ਦੇਵੇ, ਜੇ ਤੁਸੀਂ ਤੇ ਅਨਪੜ੍ਹ ਹੋ, ਮੈਂ ਪੜ੍ਹਿਆ ਲਿਖਿਆ, ਮੈਂ ਉੱਚਾ ਹਾਂ, ਮੈਂ ਵੱਡਾ ਹਾਂ, ਤੇ ਫਿਰ ਹਜ਼ੂਰ ਫਰਮਾਵਣਾ ਕਰਦੇ ਨੇ, ਪੜ੍ਹਿਆ ਮੂਰਖ ਆਖੀਐ ਜਿਸ ਲੱਭ। ਪਦਾਰਥਾਂ ਨੂੰ ਇਕੱਠੇ ਕਰਨ ਦਾ ਲੱਭ ਬੜਾ ਹੈ, ਲੋਭ, ਚੰਗੇ ਚੰਗੇ ਪਕਵਾਨ ਖਾਣ ਦਾ ਲੋਭ ਬੜਾ ਹੈ, ਅਹੰਕਾਰਾ, ਤੇ ਵਿਦਿਆ ਦਾ ਹੰਕਾਰ ਬੜਾ ਹੈ। ਹਜ਼ੂਰ ਫਰਮਾਉਂਦੇ ਨੇ ਫਿਰ ਉਹ ਪੜ੍ਹਿਆ ਨਹੀਂ, ਉਹ ਤੇ ਮੂਰਖ ਹੈ। ਇਸੇ ਪ੍ਰਕਾਰ ਵੇਦ ਸ਼ਾਸਤਰ ਪੜ੍ਹ ਲਏ, ਪਰ ਚਰਚਾ ਕਰਕੇ ਦੂਸਰਿਆਂ ਨੂੰ ਜਿੱਤਣ ਦੀ ਹੀ ਬਿਰਤੀ ਰੱਖਣੀ, ਐਸਾ ਸੁਭਾਅ ਰੱਖਣਾ, ਦੂਸਰਿਆਂ ਨੂੰ ਸਦਾ ਨੀਵੇਂ ਦਿਖਾਉਂਦੇ ਰਹਿਣਾ, ਜੀ ਮੁਕਤ ਤੇ ਅਸੀਂ ਆ, ਤੁਸੀਂ ਤੇ ਮੁਕਤ ਹੀ ਨਹੀਂ, ਤੁਸੀਂ ਤੇ ਆਵਾਗਾਉਣ ਦੇ ਵਿੱਚ ਹੋ। ਤੇ ਮਹਾਰਾਜ ਜੀ ਕਹਿੰਦੇ ਮੂਰਖ ਹੈ, ਵਿਦਿਆ ਤੇ ਪੜ੍ਹ ਲਈ ਪਰ ਹੰਕਾਰ ਨੂੰ ਧਾਰਨ ਕਰ ਲਿਆ। ਬ੍ਰਹਮੇ 14 ਭਵਨ ਰਚੇ ਪਰ ਨਾ ਵਿਦਿਆ ਸਮਤਾਹੇ ਮਝਾਰਾ। ਗ੍ਰੰਥ ਕਰਤਾ ਇਹ ਗੱਲ ਕਹਿੰਦੇ ਨੇ ਕਿ ਬ੍ਰਹਮਾ ਜੀ ਨੇ 7 ਆਕਾਸ਼ 7 ਪਾਤਾਲ, ਕਿਉਂਕਿ ਉਹਨਾਂ ਨੂੰ ਇੰਨਿਆਂ ਦਾ ਹੀ ਗਿਆਨ ਹੈ। ਹਜ਼ੂਰ ਜੀ ਨੇ ਤੇ ਲੱਖਾਂ ਆਕਾਸ਼ਾਂ ਪਾਤਾਲਾਂ ਦੀ ਬਾਤ ਜਪਜੀ ਸਾਹਿਬ ਜੀ ਦੇ ਅੰਦਰ ਹੀ ਕਥਨ ਕੀਤੀ ਹੈ। ਪਾਤਾਲਾ ਪਾਤਾਲ, ਲੱਖ ਆਗਾਸਾ ਆਗਾਸ।
ਪਰ ਜਿਨ੍ਹਾਂ ਨੂੰ 14 ਦਾ ਗਿਆਨ ਹੈ ਉਹ ਕਹਿਣਾ ਕਰਦੇ ਨੇ ਕਿ 14 ਭਵਨ ਬ੍ਰਹਮਦੇਵ ਜੀ ਨੇ ਰਚੇ ਨੇ, ਪਰ 14 ਭਵਨਾਂ ਦੇ ਵਿੱਚ ਵਿਦਿਆ ਦੇ ਬਰਾਬਰ ਕੋਈ ਵੀ ਚੀਜ਼ ਨਹੀਂ। ਸਭ ਤੋਂ ਵੱਡੀ ਚੀਜ਼ ਹੈ ਵਿਦਿਆ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾਲਤਾ ਕਰਕੇ ਆਪਣੇ ਗੁਰਸਿੱਖਾਂ ਨੂੰ ਗੁਰਮੁਖੀ, ਗੁਰੂ ਜੀ ਨੇ ਮੁਖ ਤੋਂ ਉਚਾਰਨ ਕਰਕੇ ਇਹ ਭਾਸ਼ਾ ਤੇ ਗੁਰਸਿੱਖਾਂ ਵਾਸਤੇ ਗੁਰਬਾਣੀ ਇਸੇ ਦੇ ਅੰਦਰ ਰਚੀ ਹੈ। ਕਿਉਂਕਿ ਸੰਸਕ੍ਰਿਤ ਇਤਿਆਦਿਕ ਵਿਦਿਆ ਪੜ੍ਹਨੇ ਦਾ ਤਾਂ ਹੱਕ ਕਹਿੰਦੇ ਜੀ ਸਿੱਖਾਂ ਨੂੰ ਹੈ ਹੀ ਨਹੀਂ। ਸਵਰਨ ਜਾਤੀਆਂ, ਬ੍ਰਾਹਮਣ ਜਾਤੀਆਂ, ਉਹਨਾਂ ਦਾ ਐਸਾ ਕਹਿਣਾ ਕਿ ਜਿਹੜੇ ਬ੍ਰਾਹਮਣ ਨੇ ਇਹ ਬ੍ਰਹਮਾ ਦੇ ਮੁਖ ਚੋਂ ਪੈਦਾ ਹੋਏ ਨੇ, ਪਵਿੱਤਰ ਕੌਮ ਹੈ, ਇਹ ਸਭਨਾਂ ਤੋਂ ਉੱਚੀ ਹੈ। ਤੇ ਜਿਹੜੇ ਖੱਤਰੀ ਨੇ, ਛਤਰੀ ਨੇ, ਉਹ ਬ੍ਰਹਮਾ ਦੇ ਡੌਲਿਆਂ ਚੋਂ ਪੈਦਾ ਹੋਏ ਨੇ। ਇਸੇ ਪ੍ਰਕਾਰ ਜਿਹੜੇ ਵੈਸ਼ ਨੇ ਉਹ ਬ੍ਰਹਮਾ ਜੀ ਦੇ ਪੱਟਾਂ ਚੋਂ ਪੈਦਾ ਹੋਏ ਨੇ, ਤੇ ਜਿਹੜੇ ਸ਼ੂਦਰ ਨੇ ਬ੍ਰਹਮਾ ਜੀ ਦੇ ਚਰਨਾਂ ਚੋਂ ਪੈਦਾ ਹੋਏ ਨੇ। ਇਹ ਉਹਨਾਂ ਦਾ ਮਤ ਆ, ਗੁਰਮਤ ਦਾ ਮਤ ਨਹੀਂ। ਗੁਰਮਤ ਤਾਂ ਸਾਨੂੰ ਇਹ ਸਿਖਾਉਂਦੀ ਹੈ ਕਿ ਅਕਾਲ ਪੁਰਖ ਵਾਹਿਗੁਰੂ ਜੀ ਦੇ ਸੰਕਲਪ ਮਾਤਰ ਦੇ ਨਾਲ ਹੀ ਕਰੋੜਾਂ ਬ੍ਰਹਮੰਡ ਸੱਜ ਗਏ ਤੇ ਸਾਰੇ ਜੀਵਾਂ ਦੇ ਨਾਲ ਬ੍ਰਹਮੰਡ ਭਰਪੂਰ ਹੋ ਗਿਆ। ਕੀਤਾ ਪਸਾਓ ਏਕੋ ਕਵਾਓ, ਜਿਤਨਾ ਵੀ ਸ੍ਰਿਸ਼ਟੀ ਦਾ ਪਸਾਰਾ ਹੈ ਸਾਰਾ ਇੱਕ ਕਵਾਓ, ਇੱਕ ਬਚਨ ਦੇ ਨਾਲ ਹੀ ਹੋ ਗਿਆ। ਪਰ ਉਹਨਾਂ ਵਿਦਵਾਨ ਜਨਾਂ ਦਾ ਵੀ ਇਹ ਮੰਨਣਾ ਕਿ 14 ਹੀ ਲੋਕਾਂ ਦੇ ਵਿੱਚ ਵਿਦਿਆ ਤੋਂ ਵੱਡੀ ਚੀਜ਼ ਕੋਈ ਨਹੀਂ। ਤਾਂ ਜਦੋਂ ਦੁਨਿਆਵੀ ਲੋਕਾਂ ਨੇ ਕਬਜ਼ਾ ਮਾਰ ਲਿਆ ਨਾ, ਸੱਪ ਵਾਂਗੂ ਕੁੱਡਣ ਮਾਰ ਕੇ ਬੈਠ ਗਏ ਕਿ ਇਹ ਤੇ ਸਾਡੀ ਆ, ਦੂਜਾ ਪੜ੍ਹ ਹੀ ਨਹੀਂ ਸਕਦਾ। ਤੇ ਮਹਾਰਾਜ ਸਾਹਿਬ ਜੀ ਨੇ ਕਿਰਪਾਲਤਾ ਕਰਕੇ ਸਾਧ ਸੰਗਤ ਜੀ ਫਿਰ ਗੁਰਮੁਖੀ ਵਿਦਿਆ ਗੁਰਸਿੱਖਾਂ ਨੂੰ ਬਖਸ਼ਣਾ ਕੀਤੀ ਏ। ਇਸ ਪ੍ਰਕਾਰ ਸਰਬਤ ਸੰਸਾਰ ਨੂੰ ਸਾਂਝਾ ਉਪਦੇਸ਼ ਦੇਣਾ ਕੀਤਾ ਏ। ਖੱਤਰੀ, ਬ੍ਰਾਹਮਣ, ਸੂਦ, ਵੈਸ ਉਪਦੇਸ਼ ਚਾਹੋ ਵਰਨਾ ਕਉ ਸਾਂਝਾ। ਤੇ ਚਾਰੇ ਹੀ ਵਰਨਾ ਵਾਸਤੇ ਸਾਂਝਾ ਉਪਦੇਸ਼ ਆ ਪਿਆਰਿਓ। ਚਾਹੇ ਕੋਈ ਕਿਸੇ ਦੇਸ਼ ਦਾ ਵਾਸੀ ਹੋਵੇ, ਕਿਸੇ ਮਜ਼ਹਬ ਦਾ ਹੋਵੇ, ਕਿਸੇ ਨਸਲ ਦਾ ਹੋਵੇ, ਕਿਸੇ ਧਰਮ ਦਾ ਹੋਵੇ, ਕਿਸੇ ਜਾਤ ਦਾ ਹੋਵੇ, ਕਿਸੇ ਫਿਰਕੇ ਦਾ ਹੋਵੇ, ਕਿਸੇ ਵਰਨ ਦਾ ਹੋਵੇ, ਕਿਸੇ ਰੰਗ ਦਾ ਹੋਵੇ, ਕਿਸੇ ਨਸਲ ਦਾ ਹੋਵੇ, ਕਿਸੇ ਪ੍ਰਕਾਰ ਦਾ ਭੇਦ ਨਹੀਂ। ਬਸ ਇੱਕ ਹੀ ਗੱਲ ਲੇਖੇ ਦੇ ਵਿੱਚ ਹੈ, ਨਾਨਕ ਲੇਖ ਹੈ ਇੱਕ ਗੱਲ, ਉਹ ਇੱਕ ਗੱਲ ਹੈ ਨਾਮ ਜਪਣਾ। ਜਿਹੜਾ ਨਾਮ ਜਪਦਾ ਹੈ ਉਹ ਪ੍ਰਵਾਨ ਹੈ, ਤੇ ਜਿਹੜਾ ਨਾਮ ਨਹੀਂ ਜਪਦਾ ਚਾਹੇ ਉਹ ਕਿੰਨੀਆਂ ਡਿਗਰੀਆਂ ਚੱਕੀ ਫਿਰੇ, ਉਹਦੀਆਂ ਡਿਗਰੀਆਂ ਦਰਗਾਹ ਵਿੱਚ ਕੰਮ ਨਹੀਂ ਆਉਣੀਆਂ। ਦੁਨੀਆਦਾਰੀ ਦੇ ਅੰਦਰ ਜ਼ਰੂਰ ਚੰਗਾ ਧਨ ਕਮਾ ਸਕਦਾ ਹੈ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਵਣਾ ਕਰਦੇ ਨੇ, ਸਰਬ ਸ੍ਰੇਸ਼ਟ ਹੈ ਵਾਹਿਗੁਰੂ ਜੀ ਦਾ ਨਾਮ। ਤੇ ਵਿਦਿਆ ਪੜ੍ਹਨੇ ਦਾ ਫਲ ਵੀ ਇਹ ਹੁੰਦਾ, ਨਿਮਰਤਾ ਨੂੰ ਧਾਰਨ ਕਰਨਾ। ਜਿਵੇਂ ਦਰਖਤਾਂ ਨੂੰ ਫਲ ਲੱਗਦੇ ਨੇ, ਜਿਵੇਂ ਜਿਵੇਂ ਫਲ ਵੱਡੇ ਹੁੰਦੇ ਨੇ, ਪੱਕਦੇ ਨੇ, ਰਸ ਭਰਦਾ ਨਾ, ਜਿਵੇਂ ਜਿਵੇਂ ਰਸਦੇ ਨੇ, ਮਿੱਠੇ ਹੁੰਦੇ ਨੇ, ਤਿਵੇਂ ਤਿਵੇਂ ਟਾਹਣੀਆਂ ਝੁਕਦੀਆਂ ਜਾਂਦੀਆਂ ਨੇ। ਇਸ ਪ੍ਰਕਾਰ ਜਿਵੇਂ ਜਿਵੇਂ ਗਿਆਨ ਰੂਪੀ ਫਲ ਨੂੰ ਪ੍ਰਾਪਤ ਕਰੇ, ਤਿਵੇਂ ਜਿਵੇਂ ਜਿਵੇਂ ਸ਼ੁਭ ਗੁਣਾ ਰੂਪੀ ਮਿਠਾਸ ਆਉਂਦੀ ਜਾਵੇ, ਤਿਵੇਂ ਤਿਵੇਂ ਝੁਕਦਾ ਜਾਵੇ, ਨਿਮਰਤਾਵਾਨ ਹੁੰਦਾ ਜਾਵੇ। ਭਾਈ ਵਿਦਿਆ ਪੜ੍ਹੀ ਤਾਂ ਪ੍ਰਵਾਨ ਹੈ। ਤੇ ਜੇ ਵਿਦਿਆ ਪੜ੍ਹ ਕੇ ਹੰਕਾਰ ਹੀ ਕਰ ਲਿਆ ਜੀ ਮੈਂ ਵੇਦ ਪਾਠੀ, ਮੈਂ ਡਿਗਰੀ ਹੋਲਡਰ, ਤਾਂ ਮਹਾਰਾਜ ਜੀ ਕਹਿੰਦੇ ਭਾਈ ਫਿਰ ਤੂੰ ਮੂਰਖ ਹੈ। ਕਿਉਂਕਿ ਵਿਦਿਆ ਹੰਕਾਰ ਕਰਨ ਵਾਸਤੇ ਨਹੀਂ ਸੀ ਪੜ੍ਹਨੀ, ਵਿਦਿਆ ਤੇ ਪਰ ਉਪਕਾਰ ਵਾਸਤੇ ਪੜ੍ਹਨੀ ਸੀ। ਵਿਦਿਆ ਵਿਚਾਰੀ ਤਾਂ ਪਰ ਉਪਕਾਰੀ, ਵਿਦਿਆ ਦੀ ਵਿਚਾਰ ਕਰਕੇ ਪਰ ਉਪਕਾਰ ਕਰਨਾ ਸੀ। ਪਰ ਉਪਕਾਰ ਕਰਨ ਦੀ ਬਜਾਏ ਦੂਸਰਿਆਂ ਨੂੰ ਬੰਦੇ ਹੀ ਨਹੀਂ ਸਮਝਦਾ, ਨੇੜੇ ਹੀ ਨਹੀਂ ਬੈਠਣ ਦਿੰਦਾ। ਜੀ ਮੈਂ ਅਨਪੜ੍ਹਾ ਵਿੱਚ ਕਿਵੇਂ ਬੈਠ ਜਾਵਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਪ੍ਰਵਚਨ ਕਰਦੇ, ਐਸਾ ਹੰਕਾਰ ਪ੍ਰਵਾਨ ਨਹੀਂ। ਤੇ ਜਿਹੜੇ ਇਸ ਪ੍ਰਕਾਰ ਪੜ੍ਹ ਕਰਕੇ ਹੰਕਾਰ ਨੂੰ ਧਾਰਨ ਕਰ ਲੈਂਦੇ ਨੇ, ਫਿਰ ਹਿਰਦਾ ਵੀ ਕਦੇ ਸ਼ਾਂਤ ਨਹੀਂ ਹੁੰਦਾ। ਹਿਰਦਾ ਕੱਢਦਾ ਰਹਿੰਦਾ ਹੈ, ਕ੍ਰਿਜਦਾ ਰਹਿੰਦਾ ਹੈ, ਸਦਾ ਦੁਖੀ ਹੁੰਦਾ ਹੈ, ਆਸਾ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਮੱਚਦਾ ਹੈ। ਇਸ ਪ੍ਰਕਾਰ ਵਿਕਾਰਾਂ ਦੀ ਅੱਗ ਸਦਾ ਉਸ ਹਿਰਦੇ ਨੂੰ ਸਾੜਦੀ ਰਹਿੰਦੀ ਹੈ। ਤਾਂ ਹੀ ਹਜ਼ੂਰ ਫਰਮਾਵਣਾ ਕਰਦੇ ਨੇ, ਜੇਤਾ ਪੜਿਆ ਤੇਤਾ ਕੜਿਆ। ਜਿੰਨਾ ਪੜਿਆ ਹੈ ਹਿਰਦਾ ਓਨਾ ਹੀ ਕੱਢਦਾ ਹੈ, ਓਨਾ ਹੀ ਸੋਗ ਦੇ ਸਹਿਤ ਹੈ, ਓਨਾ ਹੀ ਝੋਰੇ ਦੇ ਸਹਿਤ ਹੈ। ਮੇਰਾ ਮਾਨ ਸਨਮਾਨ ਬਣਿਆ ਰਵੇ, ਮੇਰਾ ਮਾਨ ਸਨਮਾਨ ਘਟ ਨਾ ਜਾਵੇ, ਮੈਂ ਉੱਚਾ ਮੁਰਾਤਬਾ ਪ੍ਰਾਪਤ ਕਰ ਲਵਾਂ। ਇਸ ਪ੍ਰਕਾਰ ਈਰਖਾ ਦੀ ਅੱਗ ਦੇ ਵਿੱਚ ਵੀ ਮੱਚਦਾ ਤੇ ਦੁਨਿਆਵੀ ਪੱਧਰ ਤੇ ਅੱਗੇ ਲੰਘ ਜਾਣ ਦੀ ਹੋੜ ਦੇ ਵਿੱਚ ਵੀ ਬੜੀਆਂ ਦੌੜਾਂ ਕੱਢਦਾ। ਹਜ਼ੂਰ ਫਰਮਾਨ ਕਰਦੇ ਨੇ, ਦੌੜਾਂ ਕੱਢਣ ਵਾਲੇ ਦਾ ਇੱਕ ਦਿਨ ਜੀਵਨ ਮੁੱਕ ਜਾਂਦਾ, ਪਰ ਦੌੜਾਂ ਨਹੀਂ ਜੇ ਮੁੱਕਦੀਆਂ। ਜੇ ਦੌੜਾਂ ਮੁਕਾਉਣੀਆਂ ਨੇ, ਆਤਮਿਕ ਆਨੰਦ ਨੂੰ ਮਾਨਣਾ ਹੈ, ਸੁੱਖ ਦੀ ਪ੍ਰਾਪਤੀ ਕਰਨੀ ਹੈ, ਸੁਖ ਸਾਗਰ ਸੁਖ ਦਾਤਾ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਦੇ ਆਨੰਦ ਨੂੰ ਤੇ ਅਭੇਦਤਾ ਨੂੰ ਮੰਨਣਾ ਹੈ। ਤੇ ਪਿਆਰਿਓ, ਇੱਕੋ ਇੱਕ ਰਸਤਾ ਹੈ, ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ। ਜੋ ਪ੍ਰਾਣੀ ਗੋਬਿੰਦ ਧਿਆਵੈ, ਜਿਹੜਾ ਵੀ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕਰੇਗਾ, ਧਿਆਵਣਾ ਕਰੇਗਾ, ਚਾਹੇ ਉਹ ਪੜ੍ਹਿਆ ਹੋਵੇ ਚਾਹੇ ਉਹ ਅਨਪੜ੍ਹ ਹੋਵੇ, ਉਹ ਪਰਮਗਤੀ ਨੂੰ ਪ੍ਰਾਪਤ ਕਰ ਲਵੇਗਾ। ਇਸੇ ਪ੍ਰਕਾਰ ਅੱਜ ਕੱਲ੍ਹ ਬੜੀਆਂ ਤਰਕਾਂ ਕੀਤੀਆਂ ਜਾਂਦੀਆਂ ਜੀ, ਸਾਧੂ ਮਹਾਤਮਾ ਨੂੰ ਅਨਪੜ੍ਹ ਸਾਧ ਇਤਿਆਦਿਕ ਨੀਵੇਂ ਬਚਨ ਕਹਿ ਕਰਕੇ ਅਪਮਾਨਿਤ ਕਰਨ ਦਾ ਯਤਨ ਕੀਤਾ ਜਾਂਦਾ ਹੈ।
ਤੇ ਸਾਧ ਸੰਗਤ ਜੀ, ਜਿਨ੍ਹਾਂ ਮਹਾਂਪੁਰਖਾਂ ਦੀ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸੁਭਾਏਮਾਨ ਹੈ, ਭਗਤ ਧੰਨਾ ਜੀ ਕਿਹੜੇ ਸਕੂਲ ਕਾਲਜ ਵਿੱਚ ਪੜ੍ਹਨ ਜਾਂਦੇ ਸੀ? ਭਗਤ ਰਵਿਦਾਸ ਸਾਹਿਬ ਜੀ ਕਿਹੜੀ ਯੂਨੀਵਰਸਿਟੀ ਵਿੱਚ ਜਾਂਦੇ ਸੀ? ਭਗਤ ਕਬੀਰ ਜੀ, ਬਾਬਾ ਫਰੀਦ ਸਾਹਿਬ ਜੀ ਕਿਹੜੇ ਸਕੂਲ ਕਾਲਜ ਜਾਂ ਯੂਨੀ ਦੇ ਵਿੱਚ ਪੜ੍ਹੇ ਨੇ? ਕੋਈ ਦੱਸ ਸਕਦਾ? ਇਹ ਆਤਮ ਗਿਆਨ ਦੀ ਬਾਤ ਹੈ, ਦੁਨਿਆਵੀ ਤਰਕਾਂ ਵਿਤਰਕਾਂ ਦਾ ਵਿਸ਼ਾ ਨਹੀਂ। ਆਤਮ ਗਿਆਨ ਦੀ ਗੱਲ ਹੈ, ਬ੍ਰਹਮ ਗਿਆਨ ਦੀ ਗੱਲ ਹੈ, ਹਿਰਦੇ ਦੇ ਪ੍ਰੇਮ ਦੀ ਬਾਤ ਹੈ। ਪ੍ਰੇਮ ਕੀ ਸਾਖੀ ਹੈ? ਜਿਨ੍ਹਾਂ ਨੇ ਹਿਰਦੇ ਕਰਕੇ ਪ੍ਰੇਮ ਕੀਤਾ ਨਾ ਵਾਹਿਗੁਰੂ ਜੀ ਦੇ ਨਾਲ, ਉਹਨਾਂ ਨੂੰ ਬਿਨਾਂ ਪੜ੍ਹਨ ਤੋਂ ਸਾਰੀਆਂ ਵਿਦਿਆਂ ਆਪਣੇ ਆਪ ਸਫਰਨ ਹੋ ਗਈਆਂ। ਮਨ ਦੇ ਅੰਦਰ ਸਰਬ ਕਲਾ ਸੰਪੰਨ ਹੋ ਗਏ। ਸਾਰੀਆਂ ਵਿਦਿਆ ਦੇ ਨਾਲ ਤਿੰਨਾਂ ਦਾ ਹਿਰਦਾ ਖਜ਼ਾਨਾ ਭਰ ਗਿਆ। ਜਿਨ੍ਹਾਂ ਭਗਤਾਂ ਨੇ ਕਦੇ ਸਕੂਲ ਜਾ ਕੇ ਨਹੀਂ ਵੇਖਿਆ, ਦੁਨਿਆਵੀ ਵਿਦਿਆ ਨਹੀਂ ਸੀ ਨਾ ਪੜ੍ਹੀ, ਅੱਜ ਉਹਨਾਂ ਦੀ ਭਗਤਾਂ ਦੀ ਬਾਣੀ ਦੇ ਅਰਥ ਕਰਨ ਵਾਸਤੇ ਕਈ ਟੀਕੇ, ਕਈ ਸਟੀਕ ਪੜ੍ਹਨੀਆਂ ਪੈਂਦੀਆਂ ਨੇ। ਐਸੀ ਉਹਨਾਂ ਦੀ ਗਹਿਰ ਗੰਭੀਰ ਬਾਣੀ ਉਪਦੇਸ਼ ਨੇ। ਭਗਤ ਕਬੀਰ ਸਾਹਿਬ ਜੀ ਦੀ ਪਾਵਨ ਬਾਣੀ 52 ਅੱਖਰੀ ਹੈ, ਤੇ ਆਮ ਸਧਾਰਨ ਬੰਦੇ ਦੇ ਸਮਝ ਹੀ ਨਹੀਂ ਆਉਂਦੀ ਜਦ ਤੱਕ ਕਿਸੇ ਵਿਦਵਾਨ ਤੋਂ ਕਥਾ ਨਾ ਸੁਣੇ ਜਾਂ ਟੀਕਾ ਨਾ ਪੜ੍ਹ ਲਵੇ, ਨਹੀਂ ਸਮਝ ਆਉਂਦੀ ਹੈ। ਭਗਤ ਜੈਦੇਵ ਸਾਹਿਬ ਜੀ ਦਾ ਪਤਾ ਹੈ, ਚੰਗੇ ਜਿਹੜੇ ਪੜ੍ਹੇ ਲਿਖੇ ਨੇ, ਅਰਥ ਕਰਨੇ ਤੇ ਦੂਰ ਦੀ ਗੱਲ, ਪੜ੍ਹਨਾ ਵੀ ਨਹੀਂ ਆਉਂਦਾ। ਤੇ ਹੁਣ ਭਗਤ ਜੈਦੇਵ ਜੀ ਨੇ ਕਿੱਥੋਂ ਡਿਗਰੀਆਂ ਪ੍ਰਾਪਤ ਕੀਤੀਆਂ ਸਨ? ਇਹ ਆਤਮ ਗਿਆਨ ਦੀ ਬਾਤ ਹੈ, ਦੁਨਿਆਵੀ ਡਿਗਰੀਆਂ ਦੀ ਗੱਲ ਨਹੀਂ, ਸਕੂਲਾਂ ਦੇ ਸਰਟੀਫਿਕੇਟਾਂ ਦਾ ਤੇ ਵਿਸ਼ਾ ਹੀ ਨਹੀਂ ਇਹ। ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਪਿਆਰਿਓ ਇਥੇ ਬਾਤ ਨਾਮ ਦੀ ਏ, ਚਾਹੇ ਕੋਈ ਪੜ੍ਹਿਆ ਲਿਖਿਆ, ਚਾਹੇ ਕੋਈ ਅਨਪੜ੍ਹ ਹੈ, ਜਿਹੜਾ ਵੀ ਵਾਹਿਗੁਰੂ ਜੀ ਦੀ ਬੰਦਗੀ ਕਰਦਾ ਹੈ ਹਿਰਦੇ ਦੇ ਪਿਆਰ ਦੇ ਨਾਲ, ਉਹ ਸਰਬ ਸ੍ਰੇਸ਼ਟ ਮੁਕਤੀ ਨੂੰ, ਪਰਮ ਗਤੀ ਦੀ ਦਾਤ ਵਾਹਿਗੁਰੂ ਜੀ ਦੇ ਦਰ ਘਰ ਤੋਂ ਪ੍ਰਾਪਤ ਕਰਕੇ ਵਾਹਿਗੁਰੂ ਜੀ ਦੀ ਅਭੇਤਤਾ ਦੇ ਆਨੰਦ ਨੂੰ ਮਾਣਦਾ ਹੈ। ਸਾਧੂ ਸੰਗ ਸਿਮਰ ਗੋਪਾਲ। ਸੋ ਗਰੀਬ ਨਿਵਾਜ, ਫਿਰ ਸਾਡੇ ਵਾਸਤੇ ਕਿਹੜਾ ਕਰਤੱਵ ਕਰਨਾ ਸ੍ਰੇਸ਼ਟ ਹੈ ਕਿ ਸਾਨੂੰ ਵੇਦ ਵਿਦਿਆ ਪੜ੍ਹਨੇ ਦੀ ਲੋੜ ਤੇ ਨਹੀਂ ਨਾ? ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਪਿਆਰਿਓ ਪੂਰਨ ਸਾਧੂ ਦੀ, ਸਾਧੂ ਤੋਂ ਭਾਵ ਹੈ ਸ੍ਰੇਸ਼ਟ ਸਤਿਗੁਰੂ ਜੀ ਦੀ ਸੰਗਤ ਕਰਕੇ ਅਕਾਲ ਪੁਰਖ ਵਾਹਿਗੁਰੂ ਜੋ ਗੋਪਾਲ ਸਾਰੀ ਸ੍ਰਿਸ਼ਟੀ ਦਾ ਪ੍ਰਤਪਾਲਕ ਹੈ, ਵਾਹਿਗੁਰੂ ਜੀ ਸਾਰੀ ਸ੍ਰਿਸ਼ਟੀ ਦੀ ਪ੍ਰਤਪਾਲਣਾ ਕਰਨ ਵਾਲੇ ਨੇ, ਕਰਤਾ ਪੈਦਾ ਕਰਤੇ ਨੇ, ਭਰਤਾ ਸਭਨਾਂ ਦੇ ਪੇਟ ਦੀ ਪੂਰਤੀ ਕਰਨ ਵਾਲੇ ਨੇ, ਹਰਤਾ ਸਭਨਾਂ ਦੇ ਦੁੱਖਾਂ ਦੇ ਨਾਸ਼ ਕਰਤਾ ਨੇ, ਤੇ ਅੰਤਮ ਸਮੇਂ ਪ੍ਰਾਣਾਂ ਨੂੰ ਕੱਢ ਲੈਣ ਵਾਲੇ ਨੇ। ਐਸੇ ਪ੍ਰਮਾਤਮਾ ਜੀ ਦਾ ਨਾਮ ਗੁਰੂ ਕੀ ਸੰਗਤ ਵਿੱਚ ਬੈਠ ਕਰਕੇ, ਸਤ ਸੰਗਤ ਵਿੱਚ ਬੈਠ ਕਰਕੇ ਜਪੋ। ਇਸੇ ਹੀ ਪ੍ਰਕਾਰ ਸਾਧੂ ਸੰਗ ਸਿਮਰ ਗੋਪਾਲ। ਜਿਹੜਾ ਮਹਾਤਮਾ ਸਾਧਨਾ ਸੰਪੰਨ ਹੈ, ਸ਼ਾਂਤ ਆਤਮਾ ਵਾਲਾ, ਸਿਮਰਨ ਭਜਨ ਬੰਦਗੀ ਵਾਲਾ ਹੈ, ਡਿਗਰੀਆਂ ਦੇਖਣ ਦੀ ਲੋੜ ਨਹੀਂ ਕਿ ਡਿਗਰੀਆਂ ਕਿੰਨੀਆਂ ਨੇ। ਇਹ ਦੇਖਣਾ ਜਿਹੜਾ ਨਾਮ ਦਾ ਰਸੀਆ ਹੈ, ਜਿਸ ਨੇ ਆਪਣੇ ਅਸਾਧ ਮਨ ਨੂੰ ਸਾਧ ਲਿਆ ਹੋਇਆ ਹੈ। ਪਿਆਰਿਓ ਐਸੇ ਮਹਾਤਮਾ ਦੀ ਸੰਗਤ ਦੇ ਵਿੱਚ ਮਿਲ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਸਦਾ ਹੀ ਸਿਮਰਨ ਕਰਨਾ ਕਰੋ। ਬਿਨ ਨਾਵੈ ਝੂਠਾ ਤਨ ਮਾਲ। ਕਿਉਂਕਿ ਵਾਹਿਗੁਰੂ ਜੀ ਦਾ ਨਾਮ ਹੀ ਸੱਚਾ ਖਜ਼ਾਨਾ ਹੈ, ਸੱਚੀ ਦੌਲਤ ਹੈ, ਸੱਚੀ ਪੂੰਜੀ ਹੈ, ਸੱਚੀ ਰਾਸ ਹੈ। ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਜਿਤਨਾ ਵੀ ਧਨ ਦੌਲਤ ਹੈ ਨਾ, ਚਾਹੇ ਉਹ ਰੁਪਈਏ ਨੇ, ਪਾਉਂਡ ਨੇ, ਡਾਲਰ ਨੇ, ਕਿਸੇ ਵੀ ਰੂਪ ਵਿੱਚ ਨੇ, ਰਿੰਗਟ ਨੇ, ਮਹਾਰਾਜ ਜੀ ਫਰਮਾਵਣਾ ਕਰਦੇ ਨੇ ਇਸੇ ਪ੍ਰਕਾਰ ਜਿਹੜਾ ਧਨ ਜਿਨਸਾਂ ਨੇ, ਕਹਿਣ ਤੋਂ ਭਾਵ ਪਦਾਰਥ ਨੇ, ਕਣਕਾਂ ਝੋਨੇ ਇਤਿਆਦਿਕ ਇਮਾਰਤਾਂ ਨੇ, ਇਹ ਵੀ ਸਾਰਾ ਝੂਠਾ ਹੈ, ਕਿਉਂਕਿ ਅੰਤਮ ਸਮੇਂ ਨਾਲ ਨਹੀਂ ਜਾਂਦਾ ਹੈ। ਧਨ ਦੇ ਨਾਲ ਦੂਸਰਾ ਸ਼ਬਦ ਹੈ ਮਾਲ, ਤੇ ਮਾਲ ਤੋਂ ਭਾਵ ਹੈ ਮੱਝਾਂ, ਗਾਵਾਂ, ਹਾਥੀ, ਘੋੜੇ, ਬੈਲ ਇਤਿਆਦਿਕ, ਇਸ ਨੂੰ ਮਾਲ ਕਿਹਾ ਜਾਂਦਾ ਹੈ। ਪੁਰਾਣੇ ਬਜ਼ੁਰਗ ਕਿਧਰੇ ਰਿਸ਼ਤੇਦਾਰੀ ਵਿੱਚ ਗਏ ਹੋਣ ਤੇ ਕਾਹਲੀ ਨਾਲ ਤਿਆਰ ਹੁੰਦੇ ਨੇ, ਜੀ ਮੇਰਾ ਮਾਲ ਘਰੇ ਭੁੱਖਾ ਬੱਚਾ ਹੈ। ਜਿਹੜੇ ਬਜ਼ੁਰਗ ਨੇ ਮੱਝਾਂ ਗਾਵਾਂ ਨੂੰ ਅੱਜ ਵੀ ਮਾਲ ਬੋਲਦੇ ਨੇ। ਹਜ਼ੂਰ ਫਰਮਾਵਣਾ ਕਰਦੇ ਨੇ, ਵਾਹਿਗੁਰੂ ਜੀ ਦੀ ਬੰਦਗੀ ਤੋਂ ਬਿਨਾਂ ਕੁਛ ਨਾਲ ਜਾਣ ਵਾਲਾ ਨਹੀਂ। ਸੱਚਾ ਨਾਮ ਧਨ ਜੀਵ ਦੇ ਨਾਲ ਦਰਗਾਹ ਦੇ ਵਿੱਚ ਜਾਂਦਾ। ਪਿਆਰਿਓ ਇਸ ਕਰਕੇ ਸੱਚੀ ਦੌਲਤ, ਸੱਚੀ ਪੂੰਜੀ, ਸੱਚੀ ਰਾਸ ਵਾਹਿਗੁਰੂ ਜੀ ਦੇ ਨਾਮ ਦੀ ਸਾਧ ਸੰਗਤ ਕਰਕੇ ਇਕੱਤਰ ਕਰ ਲਓ। ਨਾਮ ਰੂਪੀ ਧਨ ਇਕੱਠਾ ਕਰ ਲਓ। ਫਿਰ ਜੇ ਦੁਨਿਆਵੀ ਵਿਦਿਆ ਨਹੀਂ ਵੀ ਪੜ੍ਹੇ, ਵੇਦ ਵਿਦਿਆ ਇਤਿਆਦਿਕ ਨਹੀਂ ਵੀ ਪੜ੍ਹੇ, ਤੇ ਕਿਸੇ ਪ੍ਰਕਾਰ ਉਦਾਸ ਹੋਣੇ ਦੀ ਲੋੜ ਨਹੀਂ। ਤਾਰਨਾ ਵਾਹਿਗੁਰੂ ਜੀ ਦੇ ਨਾਮ ਨੇ ਹੀ ਹੈ। ਇਸ ਕਰਕੇ ਨਾਮ ਰੂਪੀ ਧਨ ਨੂੰ ਹਿਰਦੇ ਰੂਪੀ ਭੰਡਾਰੇ ਦੇ ਅੰਦਰ ਸਾਧ ਸੰਗਤ ਵਿੱਚ ਬੈਠ ਕਰਕੇ ਜਪ ਕਰਕੇ ਇਕੱਤਰ ਕਰ ਲਵੋ। ਰਹਾਉ ਵਿਸਰਾਮ ਦੇ ਕਰਕੇ ਸਾਹਿਬ ਜੀ ਪ੍ਰਵਚਨ ਫਰਮਾਵਦੇ ਹਨ ਜੀ। ਰੂਪਵੰਤ ਸੋ ਚਤੁਰ ਸਿਆਣਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦੁਨੀਆਦਾਰੀ ਦੇ ਅੰਦਰ ਜਿਹੜੇ ਵੇਦ ਵਿਦਿਆ ਜਾਂ ਦੁਨਿਆਵੀ ਵਿਦਿਆ ਪੜ੍ਹ ਲੈਂਦੇ ਨੇ ਨਾ, ਉਹ ਬੜੇ ਸੁਜਾਨ
ਹੋ ਜਾਂਦੇ ਨੇ, ਬੜੇ ਚਤੁਰ ਹੋ ਜਾਂਦੇ ਨੇ, ਬੜੇ ਚਲਾਕ ਹੋ ਜਾਂਦੇ ਨੇ। ਤੇ ਦੁਨੀਆ ਦੇ ਵਿੱਚ ਐਸੇ ਚੁਸਤ ਚਲਾਕ ਲੋਕਾਂ ਦੀ ਬਹੁਤ ਕਦਰ ਹੈ। ਤੇ ਮਹਾਰਾਜ ਜਿਹੜੇ ਸਰੂਪ ਕਰਕੇ ਤਨ ਕਰਕੇ ਸੋਹਣੇ ਹੁੰਦੇ ਨੇ ਉਹਨਾਂ ਦੀ ਵੀ ਬੜੀ ਕਦਰ ਹੈ। ਜਿਵੇਂ ਸੋਹਣੇ ਪੁਰਖਾਂ ਇਸਤਰੀਆਂ ਦੀ ਕਦਰ ਹੈ, ਪੜ੍ਹਿਆਂ ਲਿਖਿਆਂ ਦੀ ਕਦਰ ਹੈ, ਕਿ ਨਾਮ ਜਪਣ ਵਾਲਿਆਂ ਦੀ ਵੀ ਕਦਰ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਤੇ ਪਾਵਨ ਬਚਨ ਹੀ ਐਸੇ ਨੇ, ਸੋਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਹਰ ਧਨ ਜਿਨੀ ਸੰਜਿਆ ਸੇਈ ਗੰਭੀਰ ਅਪਾਰ ਜੀਓ। ਪਿਆਰਿਓ, ਸੁੰਦਰ ਵੀ ਉਹੀ ਹੋਏ ਨੇ ਜਿਹੜੇ ਦੁਨਿਆਵੀ ਲੋਕ ਨੇ। ਉਹਨਾਂ ਦੇ ਤੇ ਚੰਮ ਕੇਵਲ ਤਾਂ ਕੇਵਲ ਸਕੇਨੀ ਚਿੱਟੀ ਹੈ ਨਾ, ਚਮੜਾ ਹੀ ਚਿੱਟਾ ਹੈ ਨਾ। ਇੱਥੇ ਕੇਵਲ ਤਾਂ ਕੇਵਲ ਗੱਲ ਚੰਮ ਦੀ ਨਹੀਂ, ਕਿਉਂਕਿ ਚੰਮ ਪਰਖਣਾ ਚਮਿਆਰਾਂ ਦਾ ਕੰਮ ਹੋਇਆ ਕਰਦਾ ਹੈ। ਜਿਹੜੇ ਚੰਮ ਦੇ ਪਾਰਖੂ ਨੇ ਤੇ ਇਹਨਾਂ ਨੂੰ ਚਮਿਆਰ ਕਿਹਾ ਜਾਂਦਾ ਹੈ। ਜੇ ਕੇਵਲ ਤਾਂ ਕੇਵਲ ਚੰਮ ਦੇਖਦਾ ਹੈ, ਖੱਲ ਦੇਖਦਾ ਹੈ, ਕੇਵਲ ਤਾਂ ਕੇਵਲ ਚਮੜੀ ਦਾ ਹੀ ਰੰਗ ਦੇਖਦਾ, ਫਿਰ ਉਸ ਨੂੰ ਚਮੜੇ ਦਾ ਪਾਰਖੂ ਆਖਿਆ ਜਾਵੇਗਾ, ਰੂਹਾਨੀਅਤ ਦੇ ਮਾਰਗ ਦਾ ਪਾਂਧੀ ਨਹੀਂ ਆਖਿਆ ਜਾਵੇਗਾ। ਇਸ ਕਰਕੇ ਅਸਲ ਵਿੱਚ ਸੁੰਦਰ ਸਰੂਪ ਵਾਲੇ ਉਹ ਨੇ ਜਿਨ੍ਹਾਂ ਦੇ ਮਨ ਸ਼ੁਭ ਗੁਣਾਂ ਦੀ ਸੁੰਦਰਤਾਈ ਦੇ ਸਹਿਤ ਹੋਏ ਨੇ। ਹਿਰਦੇ ਦੇ ਵਿੱਚ ਸ਼ੁਭ ਗੁਣਾਂ ਨੂੰ ਧਾਰਨ ਕਰ ਲਿਆ, ਸਭਨਾਂ ਨੂੰ ਪਿਆਰਾ ਲੱਗਦਾ ਹੈ। ਸ਼ੁਭ ਗੁਣਾਂ ਵਾਲਾ ਚਾਹੇ ਸਰੀਰ ਦੇ ਰੰਗ ਕਰਕੇ ਕਾਲਾ ਵੀ ਹੋਵੇ, ਮੋਟਾ ਵੀ ਹੋਵੇ, ਮਧਰਾ ਵੀ ਹੋਵੇ, ਨੈਣ ਨਕਸ਼ ਵੀ ਚੰਗੇ ਨਾ ਹੋਣ, ਪਰ ਕਵੀ ਹਰਦਿਆਲ ਜੀ ਲਿਖਣਾ ਕਰਦੇ ਨੇ ਤਾਂ ਵੀ ਵਿਦਵਾਨਾਂ ਦੀ ਸਭਾ ਵਿੱਚ ਬੈਠਾ ਸ਼ੋਭਦਾ ਹੈ। ਤੇ ਦੂਸਰੇ ਪਾਸੇ ਤਨ ਕਰਕੇ ਕੋਈ ਬੜਾ ਸੋਹਣਾ ਸੁਨੱਖਾ ਹੋਵੇ, ਉੱਚੀ ਕੁੱਲ ਦਾ ਵੀ ਹੋਵੇ, ਧਨਾੜ ਵੀ ਹੋਵੇ, ਸਰੀਰ ਤੇ ਗਹਿਣੇ ਵੀ ਬੜੇ ਪਾਉਂਦਾ ਹੋਵੇ ਤੇ ਬਸਤਰ ਵੀ ਬੜੇ ਕੀਮਤੀ ਪਾਏ ਹੋਣ, ਪਰ ਜੇ ਉਹ ਅਕਿਰਤ ਕਣ ਅਥਵਾ ਵਿਚਾਰੀ ਹੈ ਨਾ, ਤੇ ਉਸ ਨੂੰ ਕੋਈ ਮੱਥੇ ਲਾ ਕੇ ਖੁਸ਼ ਨਹੀਂ, ਆਪਣੇ ਘਰ ਨਹੀਂ ਕੋਈ ਵੜਨ ਦਿੰਦਾ, ਘਰ ਦਾ ਦਰਵਾਜ਼ਾ ਨਹੀਂ ਲੰਘਣ ਦਿੰਦਾ, ਇਹ ਬੁਰੀ ਮੱਤ ਵਾਲਾ, ਇਹਨੂੰ ਬਾਹਰ ਹੀ ਰਹਿਣ ਦਿਓ। ਇਸ ਪ੍ਰਕਾਰ ਹਜ਼ੂਰ ਫਰਮਾਉਂਦੇ ਨੇ, ਪਿਆਰਿਓ, ਕੇਵਲ ਤਾਂ ਕੇਵਲ ਚਿੱਟੀ ਚਮੜੀ ਵਾਲੇ ਦਾ ਨਾਮ ਹੀ ਸੁੰਦਰ ਨਹੀਂ, ਸੁੰਦਰ ਤੇ ਉਹ ਨੇ ਜਿਹੜੇ ਸ਼ੁਭ ਗੁਣਾਂ ਨੂੰ ਧਾਰਨ ਕਰਕੇ ਮਨ ਕਰਕੇ ਸੁੰਦਰ ਹੋਏ ਨੇ। ਮਨ ਤਿਨਾਂ ਦਾ ਸਫਾਈ ਦੇ ਸਹਿਤ ਹੈ। ਇਸੇ ਪ੍ਰਕਾਰ ਫਿਰ ਪੜ੍ਹਦੇ ਹੋ ਜੀ, ਰੂਪਵੰਤ ਸੋ ਚਤੁਰ ਸਿਆਣਾ। ਉਹੀ ਰੂਪਵੰਤ ਹੈ, ਸੁੰਦਰ ਹੈ, ਸੋਹਣਾ ਹੈ, ਸ਼ੁਭ ਗੁਣਾਂ ਨੂੰ ਜਿਸ ਨੇ ਧਾਰਨ ਕੀਤਾ ਹੈ। ਉਹੀ ਵਾਕਾਂ ਕਰਕੇ ਤੇ ਵਿਵਹਾਰਾਂ ਕਰਕੇ ਚਤੁਰ ਚਲਾਕ ਹੈ, ਚੁਸਤ ਹੈ। ਉਹੀ ਉਹ ਸਿਆਣਾ ਸੁਗੜ ਹੈ। ਕੌਣ ਹੈ ਜੀ? ਜਿਸ ਦੇ ਵਿੱਚ ਇਹ ਸਾਰੇ ਗੁਣ ਹਨ। ਜਿਨ ਜਨ ਮਾਨਿਆ ਪ੍ਰਭ ਕਾ ਭਾਣਾ। ਜਿਨ੍ਹਾਂ ਉੱਤਮ ਜਗਿਆਸੂ ਜਨਾਂ ਨੇ ਵਾਹਿਗੁਰੂ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਪਿਆਰਾ ਕਰਕੇ ਮੰਨਿਆ। ਭਾਣਾ ਤੋਂ ਇੱਥੇ ਭਾਵ ਹੈ ਆਗਿਆ ਅਥਵਾ ਹੁਕਮ। ਜਿਹੜੇ ਵਾਹਿਗੁਰੂ ਜੀ ਦੀ ਆਗਿਆ ਨੂੰ, ਗੁਰ ਪਰਮੇਸ਼ਰ ਜੀ ਦੀ ਆਗਿਆ ਨੂੰ, ਹੁਕਮ ਨੂੰ ਸੱਤ ਕਰਕੇ ਮੰਨਦੇ ਨੇ ਨਾ, ਉਹੀ ਉਹ ਸੋਹਣੇ ਸਰੂਪ ਵਾਲੇ ਨੇ, ਉਹੀ ਉਹ ਸੁਗੜ ਨੇ, ਉਹੀ ਉਹ ਸੁਜਾਨ ਨੇ, ਦੂਸਰਾ ਕੋਈ ਨਹੀਂ। ਜਿਸ ਨੇ ਸਤਿਗੁਰੂ ਜੀ ਦੇ ਭਾਣਾ ਆਗਿਆ ਨੂੰ ਮੰਨ ਲਿਆ ਨਾ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਜਿਸ ਨੇ ਸਤਿਗੁਰੂ ਜੀ ਦੀ ਆਗਿਆ ਨੂੰ ਮੰਨ ਕੇ ਝੂਠ ਬੋਲਣਾ ਛੱਡ ਦਿੱਤਾ ਨਾ, ਮਿਥਿਆ ਨਾ ਹੀ ਰਸਨਾ ਪਰਸ, ਉਹੀ ਸੁੰਦਰ ਹੈ, ਉਹੀ ਸੋਹਣਾ ਹੈ, ਉਹੀ ਚਤੁਰ ਹੈ, ਉਹੀ ਸੁਜਾਨ ਹੈ। ਜਿਸ ਨੇ ਸਤਿਗੁਰੂ ਜੀ ਦੀ ਆਗਿਆ ਨੂੰ ਮੰਨ ਲਿਆ ਨਾ, ਚਰਨ ਚਲਾਓ ਮਾਰਗ ਗੋਬਿੰਦ ਤੇ ਚੱਲ ਕੇ ਸਤ ਸੰਗਤ ਵਿੱਚ ਆਉਂਦਾ ਹੈ। ਜਿਸ ਨੇ ਸਤਿਗੁਰੂ ਜੀ ਦੇ ਬਚਨਾਂ ਨੂੰ ਮੰਨ ਲਿਆ, ਤਨ ਮਨ ਆਖ ਆਗੈ ਰਾਖ ਕੈ ਉਬੀ ਸੇਵ ਕਰੇ, ਸਮਾਹਤ ਭਾਵ ਦੇ ਨਾਲ ਸਤਿਗੁਰੂ ਜੀ ਦੀ ਸੇਵਾ ਦੇ ਵਿੱਚ ਲੱਗ ਗਿਆ। ਪਿਆਰਿਓ, ਸੁੰਦਰ ਉਹੀ ਹੈ, ਸੋਹਣਾ ਉਹੀ ਹੈ। ਸਰੀਰ ਦਾ ਰੰਗ ਤੇ ਸਰੀਰ ਦੀ ਬਣਤਰ ਮਾਇਨੇ ਨਹੀਂ ਰੱਖਦੀ। ਸਤਿਗੁਰੂ ਜੀ ਦਾ ਹੁਕਮ ਕਿਤਨੇ ਪਿਆਰ ਦੇ ਨਾਲ ਮੰਨਦਾ ਹੈ, ਇਹ ਗੱਲ ਮਾਇਨੇ ਰੱਖਦੀ ਹੈ। ਇਸ ਚੀਜ਼ ਦਾ, ਇਸ ਗੱਲ ਦਾ ਮੁੱਲ ਹੈ, ਇਸ ਦੀ ਕਦਰ ਹੈ ਗੁਰੂ ਘਰ ਦੇ ਵਿੱਚ। ਹਜ਼ੂਰ ਫਰਮਾਵਣਾ ਕਰਦੇ ਨੇ, ਜੇ ਕਿਧਰੇ ਸਰੀਰ ਤੇ ਦੁੱਖ ਵੀ ਆ ਗਿਆ, ਪਰਿਵਾਰ ਦੇ ਅੰਦਰ ਕਿਸੇ ਪ੍ਰਕਾਰ ਦਾ ਕੋਈ ਬੁਰਾ ਵਕਤ ਵੀ ਆ ਗਿਆ, ਤੇ ਪ੍ਰਮਾਤਮਾ ਜੀ ਨੂੰ ਉਲਾਂਭੇ ਨਾ ਦੇਵੇ। ਕਈ ਐਸੇ ਜਗਿਆਸੂ ਦੇਖੇ ਜਾਂਦੇ ਨੇ, ਖਿਮਾ ਕਰਨਾ, ਜਿਹੜੇ ਆਪਣੇ ਮੂੰਹੋਂ ਇਹ ਗੱਲ ਕਹਿੰਦੇ ਨੇ, ਜੀ ਮੈਂ ਤੇ ਕਦੇ ਕੋਈ ਪਾਪ ਨਹੀਂ ਕੀਤਾ, ਰੱਬ ਦੁੱਖ ਪਤਾ ਨਹੀਂ ਕਿਉਂ ਦੇਈ ਜਾਂਦਾ। ਪਿਆਰਿਆ, ਜੇ ਤੂੰ ਪਾਪ ਨਹੀਂ ਦਿੰਦਾ ਤੇ ਦੱਸ ਰੱਬ ਦੇ ਨਾਲ ਤੇਰੀ ਕੋਈ ਦੁਸ਼ਮਣੀ ਹੈ? ਜਾਂ ਰੱਬ ਨੇ ਕਿਹੜਾ ਤੇਰੇ ਕੋਲੋਂ ਵੈਰ ਕੱਢਣਾ ਕਿ ਜਾਣ ਬੁੱਝ ਕੇ ਆਪਣੇ ਕੋਲੋਂ ਤੈਨੂੰ ਦੁੱਖ ਦੇਈ ਜਾਣਾ? ਜੇ ਦੁੱਖ ਆ ਗਿਆ ਨਾ, ਤੇ ਸੁੱਖ ਦੁੱਖ ਪੁਰਬ ਜਨਮ ਕੇ ਕੀਏ। ਪੂਰਬਲੇ ਜਨਮਾਂ ਦੇ ਕੀਤੇ ਹੋਏ ਚੰਗੇ ਤੇ ਬੁਰੇ ਕਰਮਾਂ ਦੇ ਅਨੁਸਾਰ ਫਲ ਮਿਲਦਾ ਹੈ। ਚੰਗੇ ਕਰਮਾਂ ਦਾ ਫਲ ਸੁੱਖ ਮਿਲ ਜਾਂਦਾ ਹੈ, ਬੁਰੇ ਕਰਮਾਂ ਦਾ ਫਲ ਦੁੱਖ ਮਿਲ ਜਾਂਦਾ ਹੈ। ਤੇ ਹਜ਼ੂਰ ਨਿਰਣਾ ਵੀ ਕਰ ਦਿੰਦੇ ਨੇ ਕਿ ਭਾਈ, ਜਿਹੜਾ ਤੂੰ ਆਪਣੇ ਮੂੰਹੋਂ ਕਹੀ ਜਾਂਦਾ ਮੈਂ ਕਿਸੇ ਦਾ ਬੁਰਾ ਨਹੀਂ ਕਰਦਾ, ਮੈਂ ਬੜਾ ਚੰਗਾ ਹੈ, ਮੈਂ ਬੜਾ ਪਵਿੱਤਰ ਹੈ, ਮੈਂ ਬੜਾ ਧਰਮੀ ਹੈ, ਜੇ ਤੂੰ ਆਪਣੀ ਸਿਫਤ ਆਪੇ ਕਰ ਰਿਹਾ ਤੇ ਫਿਰ ਤੂੰ ਭਲਾ ਨਹੀਂ ਹੋ ਸਕਦਾ। ਆਪਸ ਕਉ ਜੋ ਭਲਾ ਕਹਾਵੈ, ਤਿਸ ਹੈ ਭਲਾਈ ਨਿਕਟ ਨਾ ਆਵੈ। ਭਲਾਈ ਤੋਂ ਉਹਦੇ ਨੇੜੇ ਤੇੜੇ ਵੀ ਨਹੀਂ ਆਉਂਦੀ। ਫਿਰ ਜਗਤ ਦੇ ਅੰਦਰ ਭਲੇ ਕੌਣ ਨੇ?
ਹਜ਼ੂਰ ਫਰਮਾਵਣਾ ਕਰਦੇ ਨੇ, ਜਿਹੜਾ ਬਾਕੀ ਸਾਰਿਆਂ ਨੂੰ ਚੰਗਾ ਗਿਣਦਾ ਤੇ ਖੁਦ ਨੂੰ ਮਾੜਾ ਗਿਣਦਾ ਹੈ। ਮੰਦਾ ਜਾਣੈ ਆਪ ਕਉ ਅਵਰ ਭਲਾ ਸੰਸਾਰ। ਕਹਿੰਦਾ ਜੀ ਬਾਕੀ ਸਾਰੇ ਹੀ ਲੋਕ ਚੰਗੇ, ਇੱਕ ਮੈਂ ਹੀ ਬੁਰਾ ਹਾਂ। ਜਿਹੜਾ ਆਪਣੇ ਔਗੁਣਾਂ ਨੂੰ ਤੱਕਦਾ ਹੈ ਤੇ ਅਰਦਾਸਾਂ ਕਰਦਾ, ਮਹਾਰਾਜ ਮੇਰੇ ਔਗੁਣ ਦੂਰ ਕਰ ਦਿਓ, ਮੈਂ ਔਗਣਿਆਰਾ ਹਾਂ, ਚੰਗਾ ਤੇ ਉਹੀ ਹੋਈ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਵਣਾ ਕਰਦੇ ਨੇ, ਭਾਈ ਰੂਪਵੰਤ ਉਹੀ ਹੋਈ ਹੈ, ਸੋਹਣਾ ਸਰੂਪ ਉਸੇ ਦਾ ਹੀ ਹੈ, ਵਾਕਾਂ ਤੇ ਵਿਵਹਾਰਾਂ ਕਰਕੇ ਚਤੁਰ ਵੀ ਉਸੇ ਨੂੰ ਜਾਣੋ ਤੇ ਸੁਜਾਨ ਸੁਗੜ ਵੀ ਉਸੇ ਨੂੰ ਜਾਣੋ, ਜਿਹੜਾ ਸਤਿਗੁਰ ਦੇਵ ਪਿਤਾ ਜੀ ਦੀ ਆਗਿਆ ਨੂੰ ਸੱਤ ਕਰਕੇ ਮੰਨਦਾ ਹੈ। ਸੇਵਕ ਸਿੱਖ ਪੂਜਨ ਸਭ ਆਵਾਹੇ, ਸਭ ਗਾਵਾਹੇ ਹਰਿ ਹਰਿ ਊਤਮ ਬਾਣੀ, ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਸਤਿਗੁਰੂ ਜੀ ਦੇ ਹੁਕਮਾਂ ਨੂੰ ਸਤ ਕਰਕੇ ਮੰਨਦੇ ਨੇ, ਆਗਿਆ ਨੂੰ ਸਤ ਕਰਕੇ ਮੰਨਦੇ ਨੇ, ਉਹੀਓ ਸੋਹਣੇ ਸਰੂਪ ਵਾਲੇ ਸੁਗਣ ਸੁਜਾਨ ਚਤੁਰ ਤੇ ਸਮਝਦਾਰ ਮੰਨਣਾ ਕਰੋ। ਭਾਵੇਂ ਕੋਈ ਕਿਤਨਾ ਵੇਦ ਵਿਦਿਆ ਪੜ੍ਹਿਆ ਹੋਵੇ ਜਾਂ ਵਿਵਹਾਰਿਕ ਵਿਦਿਆ ਪੜ੍ਹਿਆ ਹੋਵੇ, ਪਰ ਜੇ ਸਤਿਗੁਰੂ ਜੀ ਦੀ ਆਗਿਆ ਤੋਂ ਬੇਮੁਖ ਹੈ ਤੇ ਉਹ ਕਦਾਚਿਤ ਵੀ ਸਮਝਦਾਰ ਨਹੀਂ ਹੈ। ਉਹ ਤੇ ਮਨਮੁਖ ਹੋ ਗਿਆ ਨਾ, ਉਹ ਤੇ ਬੇਮੁਖ ਹੋ ਗਿਆ ਨਾ, ਤੇ ਸਮਝਦਾਰ ਕਦੇ ਵੀ ਬੇਮੁਖ ਨਹੀਂ ਹੋਇਆ ਕਰਦੇ। ਇਸ ਪ੍ਰਕਾਰ ਹਜ਼ੂਰ ਫਰਮਾਵਣਾ ਕਰਦੇ ਨੇ, ਵਾਹਿਗੁਰੂ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣ ਵਾਲੇ ਤੇ ਆਗਿਆ ਨੂੰ ਪਿਆਰ ਦੇ ਨਾਲ ਮੰਨਣ ਵਾਲੇ ਹੀ ਰੂਪਵੰਤ ਹਨ, ਸੁਗੜ ਹਨ, ਸੁਜਾਨ ਹਨ। ਜਗ ਮਹਿ ਆਇਆ ਸੋ ਪਰਵਾਨ। ਮਹਾਰਾਜ ਜਿਵੇਂ ਵਿਦਵਾਨ ਜਨਾਂ ਨੇ ਸਾਨੂੰ ਆਖਿਆ ਜੀ, ਪੰਡਤਾਂ ਨੇ ਆਖਿਆ, ਕੇਵਲ ਤਾਂ ਕੇਵਲ ਉਹੀਓ ਮੁਕਤ ਨੇ ਜਿਹੜੇ ਵੇਦ ਵਿਦਿਆ ਪੜ੍ਹਨਗੇ। ਮਹਾਰਾਜ ਅਸੀਂ ਵਾਹਿਗੁਰੂ ਵਾਹਿਗੁਰੂ ਜਪ ਕੇ ਪ੍ਰਵਾਨ ਹੋ ਜਾਵਾਂਗੇ ਨਾ, ਨਾਮ ਜਪ ਕੇ ਗੁਰਬਾਣੀ ਪੜ੍ਹ ਸੁਣ ਕੇ ਅਸੀਂ ਸਫਲੇ ਹੋ ਜਾਵਾਂਗੇ ਨਾ। ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਸਿੱਖੋ ਜਗਤ ਦੇ ਅੰਦਰ ਆਇਆ ਹੋਇਆ ਉਸੇ ਦਾ ਹੀ ਪ੍ਰਵਾਨ ਹੈ, ਸਫਲਾ ਹੈ, ਸੋਭਨੀਕ ਹੈ। ਜਗਤ ਜਗਤ, ਜਗਤ ਤੋਂ ਭਾਵ ਹੈ ਜਿਹੜਾ ਜੰਮਦਾ ਤੇ ਮਰ ਜਾਂਦਾ ਹੈ, ਪੈਦਾ ਹੁੰਦਾ ਤੇ ਖਤਮ ਹੋ ਜਾਂਦਾ। ਇਹ ਜਗਤ ਦੇ ਅਰਥ ਨੇ। ਜ ਦਾ ਭਾਵ ਹੈ ਜੰਮਣਾ ਤੇ ਗਤ ਦਾ ਅਰਥ ਹੈ ਨਾਸ ਹੋ ਜਾਣਾ, ਮਰ ਜਾਣਾ। ਜੋ ਜੰਮਣ ਮਰਨ ਵਾਲੇ ਇਸ ਸੰਸਾਰ ਵਿੱਚ ਆਉਂਦੇ ਨੇ, ਜਨਮ ਲੈ ਕਰਕੇ ਸਰੀਰ ਧਾਰਨ ਕਰਕੇ, ਸਰੀਰ ਧਾਰਨ ਕੀਤਾ, ਜਨਮ ਲਿਆ, ਉਹਨਾਂ ਦਾ ਹੀ ਪ੍ਰਵਾਨ ਹੈ, ਸਫਲਾ ਹੈ। ਘਟ ਘਟ ਆਪਣਾ ਸੁਆਮੀ ਜਾਣ। ਜਿਨ੍ਹਾਂ ਨੇ ਹਰ ਇੱਕ ਜੀਵ ਦੇ ਹਿਰਦੇ ਦੇ ਅੰਦਰ ਆਪਣੇ ਸੁਆਮੀ ਮਾਲਕ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਵਸਦਾ ਜਾਣਿਆ ਹੈ ਕਿ ਸਾਰਿਆਂ ਹਿਰਦਿਆਂ ਦੇ ਅੰਦਰ ਪ੍ਰਮਾਤਮਾ ਜੀ ਹੀ ਵਸਦੇ ਨੇ। ਫਰੀਦਾ ਖਾਲਕ ਖਲਕ ਮਹਿ, ਖਲਕ ਵਸੈ ਰੱਬ ਮਾਹੀ। ਜੋ ਖਾਲਕ ਹੈ ਉਹ ਖਲਕਤ ਦੇ ਵਿੱਚ ਵਸਦਾ ਹੈ, ਤੇ ਜਿਹੜੀ ਖਲਕਤ ਹੈ ਉਹ ਖਾਲਕ ਦੇ ਵਿੱਚ ਵਸਦੀ ਹੈ। ਤੇ ਜੇ ਕੋਈ ਤਰਕ ਕਵੇ ਜੀ ਦੋਵੇਂ ਇੱਕ ਦੂਜੇ ਵਿੱਚ ਕਿਵੇਂ ਵਸ ਸਕਦੇ ਨੇ, ਤੇ ਵੇਦਾਂਤੀਆਂ ਦੇ ਗਿਆਨੀਆਂ ਨੇ, ਵੇਦਾਂਤ ਵਾਲਿਆਂ ਨੇ ਕਥਨ ਕਰਨਾ ਕੀਤਾ ਹੈ ਕਿ ਜਿਹੜਾ ਸਤਵਾਂ ਪਾਤਾਲ ਹੈ ਉਹ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਹੈ। ਵਾਹਿਗੁਰੂ ਜੀ ਦੇ ਚਰਨ ਸਤਵੇਂ ਸਭ ਤੋਂ ਥੱਲੇ ਵਾਲੇ ਪਤਾਲ ਵਿੱਚ ਨੇ, ਤੇ ਜਿਹੜਾ ਵਾਹਿਗੁਰੂ ਜੀ ਦਾ ਸੀਸ ਹੈ ਉੱਪਰ ਸਭ ਤੋਂ ਉੱਚੇ ਆਕਾਸ਼ ਦੇ ਵਿੱਚ ਹੈ। ਜਿਹੜੇ ਚੰਦ ਤੇ ਸੂਰਜ ਨੇ ਨਾ, ਇਹ ਵਾਹਿਗੁਰੂ ਜੀ ਦੇ ਨੇਤਰ ਨੇ, ਅੱਖਾਂ ਨੇ ਵਾਹਿਗੁਰੂ ਜੀ ਦੀਆਂ। ਇਸੇ ਪ੍ਰਕਾਰ ਜਿਹੜੀ ਪੌਣ ਚੱਲਦੀ ਹੈ ਨਾ, ਇਹ ਵਾਹਿਗੁਰੂ ਜੀ ਦੇ ਸਵਾਸ ਨੇ। ਜਿਤਨੇ ਵੀ 18 ਭਾਰ ਬਨਸਪਤੀ ਹੈ, ਜਿਤਨੇ ਫੁੱਲ ਨੇ, ਫਲਾਂ ਵਾਲੇ ਦਰਖਤ ਨੇ, ਸਾਧਾਰਨ ਦਰਖਤ ਨੇ, ਜਿਤਨੀਆਂ ਫਸਲਾਂ ਨੇ, ਜਿਤਨੀ ਹਰਿਆਵਲ ਹੈ, ਜਿਤਨੀ ਧਰਤੀ ਦੀ ਉਪਜ ਹੈ ਨਾ, ਫਸਲਾਂ ਦਰਖਤ ਇਤਿਆਦਿਕ, ਇਹ ਸਾਰੀ ਵਾਹਿਗੁਰੂ ਜੀ ਦੀ ਰੋਮਾਵਲੀ, ਵਾਹਿਗੁਰੂ ਜੀ ਦੇ ਰੋਮ ਨੇ। ਤੇ ਜਿਹੜੀ ਮਨਮੁਖਤਾਈ ਹੈ ਇਹ ਵਾਹਿਗੁਰੂ ਜੀ ਦਾ ਪਿੱਠ ਵਾਲਾ ਭਾਗ ਹੈ। ਜਿਹੜੀ ਸਨਮੁਖਤਾਈ ਹੈ ਇਹ ਵਾਹਿਗੁਰੂ ਜੀ ਦੇ ਮੁਖ ਵਾਲਾ ਭਾਗ ਹੈ। ਤੇ ਇਸੇ ਪ੍ਰਕਾਰ ਕਥਨ ਕਰਨਾ ਕੀਤਾ ਹੈ ਕਿ ਜਿਤਨਾ ਇਹ ਬੱਦਲ ਨੇ ਨਾ, ਜਿਤਨੀ ਵਰਖਾ ਹੁੰਦੀ ਹੈ, ਇਹ ਜਿਤਨੀ ਮੇਘਮਾਲਾ, ਇਹ ਵਾਹਿਗੁਰੂ ਜੀ ਦੀ ਬਿੰਦ ਹੈ। ਤੇ ਇਸੇ ਪ੍ਰਕਾਰ ਜਿਤਨੇ 7 ਸਮੁੰਦਰ ਇਤਿਆਦਿਕ ਨੇ ਨਾ, ਇਹ ਵਾਹਿਗੁਰੂ ਜੀ ਦਾ ਪੇਟ ਹੈ। ਜਿਤਨਾ ਪ੍ਰਿਥਵੀ ਮੰਡਲ ਇਤਿਆਦਿਕ ਸਾਰਾ, ਇਹ ਸਾਰਾ ਵਾਹਿਗੁਰੂ ਜੀ ਦੇ ਪੇਟ ਦੇ ਅੰਦਰ ਹੀ ਨਿਵਾਸ ਕਰਦਾ ਹੈ। ਤੇ ਹਜ਼ੂਰ ਨੇ ਵੀ ਪ੍ਰਵਚਨ ਕਰਨਾ ਕੀਤੇ ਨੇ ਨਾ, ਤੂੰ ਦਰਿਆਓ ਸਭ ਤੁਝ ਹੀ ਮਾਹੀ। ਹੇ ਪ੍ਰਮਾਤਮਾ ਜੀ, ਜਿਵੇਂ ਦਰਿਆਵਾਂ ਦੇ ਵਿੱਚ ਜਲ ਦੇ ਜੀਵ ਵਸਦੇ ਨੇ, ਸਮੁੰਦਰ ਦੇ ਵਿੱਚ 42 ਲੱਖ ਜੂਨੀਆਂ ਵਸਦੀਆਂ ਨੇ, 42 ਲੱਖ ਜੀ ਜਲ ਮਹਿ ਹੋਤੇ, 42 ਲੱਖ ਜੂਨੀਆਂ ਦੇ ਜੀਵ ਜਲ ਦੇ ਵਿੱਚ ਵਸਦੇ ਨੇ, ਐਵੇਂ ਪ੍ਰਮਾਤਮਾ ਜੀ ਇਹ ਸਾਰੇ ਜੀਵ ਤੁਹਾਡੇ ਵਿੱਚ ਵਸਦੇ ਨੇ। ਸਾਰੇ ਜੀਵ ਵਾਹਿਗੁਰੂ ਜੀ ਦੇ ਅੰਦਰ ਨੇ, ਤੇ ਵਾਹਿਗੁਰੂ ਜੀ ਜੋਤੀ ਰੂਪ ਹੋ ਕਰਕੇ, ਚੇਤਨ ਸੱਤਾ ਰੂਪ ਹੋ ਕਰਕੇ, ਸਾਖੀ ਰੂਪ ਹੋ ਕਰਕੇ, ਆਤਮਾ ਰੂਪ ਹੋ ਕਰਕੇ, ਰੂਹ ਰੂਪ ਹੋ ਕਰਕੇ, ਪ੍ਰਾਣ ਰੂਪ ਹੋ ਕਰਕੇ ਜੀਵ ਦੇ ਅੰਦਰ ਵਸਦੇ ਨੇ।
ਇਸ ਪ੍ਰਕਾਰ ਸਾਰੇ ਜੀਵ ਵਾਹਿਗੁਰੂ ਜੀ ਦੇ ਅੰਦਰ ਤੇ ਵਾਹਿਗੁਰੂ ਜੀ ਜੀਵਾਂ ਦੇ ਅੰਦਰ ਵਸਦੇ ਨੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਨ ਕਰਨਾ ਕਰਦੇ ਨੇ, ਬਾਬਾ ਫਰੀਦ ਸਾਹਿਬ ਜੀ ਦਾ ਬਚਨ, ਜਿਹੜਾ ਖਾਲਕ ਖਲਕਤ ਦੇ ਹਿਰਦਿਆਂ ਦੇ ਅੰਦਰ ਵਸਦਾ ਹੈ, ਜਿਹੜੇ ਪਰਮਾਤਮਾ ਜੀ ਸਰਬਤ ਜੀਆਂ ਦੇ ਹਿਰਦੇ ਦੇ ਅੰਦਰ ਜੋਤ ਰੂਪ ਹੋ ਕਰਕੇ, ਆਤਮਾ ਰੂਪ ਹੋ ਕਰਕੇ ਵਸਦੇ ਨੇ ਨਾ, ਘਟ ਘਟ ਆਪਣਾ ਸੁਆਮੀ ਜਾਣ। ਜਿਸ ਨੇ ਆਪਣੇ ਸੁਆਮੀ ਮਾਲਕ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਹਿਰਦੇ ਦੇ ਅੰਦਰ ਵਸਦਿਆ ਜਾਣ ਲਿਆ ਹੈ, ਮਹਿਸੂਸ ਕਰ ਲਿਆ ਹੈ, ਤੱਕ ਲਿਆ ਹੈ, ਜਗਤ ਦੇ ਵਿੱਚ ਆਇਆ ਉਸੇ ਦਾ ਹੀ ਪ੍ਰਵਾਨ ਹੈ। ਵਾਹਿਗੁਰੂ ਜੀ ਦਾ ਗਿਆਨ ਪ੍ਰਾਪਤ ਕੀਤਾ ਨਹੀਂ, ਵਾਹਿਗੁਰੂ ਜੀ ਦੀ ਬੰਦਗੀ ਕੀਤੀ ਨਹੀਂ, ਖਲਕਤ ਨੂੰ ਵਾਹਿਗੁਰੂ ਜੀ ਦੇ ਜਾਣਿਆ ਨਹੀਂ, ਸਭਨਾਂ ਨੂੰ ਦੁੱਖ ਦਿੰਦਾ ਰਿਹਾ ਤੇ ਫਿਰ ਆਖੇ ਜੀ ਮੈਨੂੰ ਪਰਮਾਤਮਾ ਮਿਲ ਜਾਵੇ, ਮੈਂ ਪ੍ਰਵਾਨ ਹੋ ਜਾਵਾਂ, ਤੇ ਨਹੀਂ। ਇਹ ਤੇ ਵਾਹਿਗੁਰੂ ਜੀ ਦੀ ਬੰਦਗੀ ਪਲ ਪਲ ਕਰਨੀ ਪਵੇਗੀ, ਨਿਮਖ ਨਿਮਖ ਕਰਨੀ ਪਵੇਗੀ, ਸਵਾਸ ਸਵਾਸ ਦੇ ਨਾਲ ਕਰਨੀ ਪਵੇਗੀ, ਤੇ ਵਾਹਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਸਿਮਰਨ ਦੀ ਬਰਕਤ ਦੇ ਨਾਲ ਦੇਖਿਆ ਜਾਵੇਗਾ। ਜਦੋਂ ਵਾਹਿਗੁਰੂ ਜੀ ਨੂੰ ਪ੍ਰਗਟ ਸਭਨਾਂ ਦੇ ਹਿਰਦਿਆਂ ਦੇ ਅੰਦਰ ਦੇਖ ਲਿਆ, ਫਿਰ ਕਿਸੇ ਜੀਵ ਨੂੰ ਦੁੱਖ ਨਹੀਂ ਦੇਵੇਗਾ, ਸਭਨਾਂ ਨੂੰ ਪਰਮੇਸ਼ਰ ਸਰੂਪ ਕਰਕੇ ਜਾਣੇਗਾ ਕਿ ਸਾਰੇ ਹੀ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਉਪਰਾ ਤੇ ਕੋਈ ਹੈ ਹੀ ਨਹੀਂ, ਸਭਨਾਂ ਦੇ ਹਿਰਦਿਆਂ ਅੰਦਰ ਗੋਬਿੰਦ ਹੀ ਹੈ। ਇਸ ਪ੍ਰਕਾਰ ਜਿਸ ਨੇ ਘਟ ਘਟ ਹਿਰਦੇ ਦੇ ਅੰਦਰ ਵਾਹਿਗੁਰੂ ਜੀ ਦੀ ਜੋਤ ਨੂੰ ਜਾਣ ਲਿਆ ਹੈ, ਉਸੇ ਦਾ ਹੀ ਜਗਤ ਦੇ ਵਿੱਚ ਆਇਆ ਪਿਆਰਿਓ ਸਫਲਾ ਹੈ। ਜੇ ਜੋਤ ਨੂੰ ਨਹੀਂ ਜਾਣਿਆ, ਫਿਰ ਚਾਹੇ ਦੁਨਿਆਵੀ ਵਿਦਿਆ ਵਿਵਹਾਰਕ ਪੜ੍ਹ ਲਵੇ, ਚਾਹੇ ਵੇਦ ਵਿਦਿਆ ਪੜ੍ਹ ਲਵੇ, ਫਿਰ ਪ੍ਰਵਾਨ ਨਹੀਂ। ਪਰ ਜੇ ਵਾਹਿਗੁਰੂ ਜੀ ਦੀ ਜੋਤ ਨੂੰ ਹਿਰਦੇ ਦੇ ਅੰਦਰ ਜਾਣਿਆ, ਫਿਰ ਕੋਈ ਡਿਗਰੀ ਨਹੀਂ, ਚਾਹੇ ਸਕੂਲ ਗਿਆ ਵੀ ਨਹੀਂ, ਕੇਵਲ ਵਾਹਿਗੁਰੂ ਜਪਿਆ, ਵੇਦ ਵਿਦਿਆ ਦੇ ਨੇੜੇ ਵੀ ਨਹੀਂ ਗਿਆ, ਤਾਂ ਵੀ ਤਿਸ ਦਾ ਜਨਮ ਪ੍ਰਵਾਨ ਸਫਲਾ ਹੈ। ਸਹਿਤ ਗਿਆਨ ਰੂਪੀ ਫਲ ਦੇ ਹੈ, ਸ਼ੋਭਨੀਕ ਹੈ। ਕਹੁ ਨਾਨਕ ਜਾ ਕੇ ਪੂਰਨ ਭਾਗ। ਹੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਜਿਹੜੇ ਅੰਮ੍ਰਿਤ ਸਵਰੂਪ ਪ੍ਰਵਚਨ ਨੇ ਨਾ, ਹਿਰਦਾ ਠੰਡਾ ਠਾਰ ਹੋ ਗਿਆ ਹੈ, ਸੀਤਲ ਹੋ ਗਿਆ ਹੈ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਕਿਰਪਾਲਤਾ ਕਰਕੇ ਸਾਨੂੰ ਉਪਦੇਸ਼ ਬਖਸ਼ੋ ਜੀ, ਸਾਡਾ ਹਿਰਦਾ ਨਾਮ ਦੇ ਵਿੱਚ ਕਿਵੇਂ ਤਦਾਕਾਰ ਹੋ ਜਾਵੇ, ਸਾਡੀ ਸੁਰਤੀ, ਸਾਡੀ ਬਿਰਤੀ ਨਾਮ ਦੇ ਅੰਦਰ ਕਿਵੇਂ ਲੱਗ ਜਾਵੇ। ਤੇ ਗਰੀਬ ਨਿਵਾਜ ਫਰਮਾਉਂਦੇ ਨੇ, ਫਿਰ ਪੜ੍ਹ ਦਿਓ ਜੀ। ਕਹੁ ਨਾਨਕ ਜਾ ਕੇ ਪੂਰਨ ਭਾਗ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸ਼ੁਭ ਉਪਦੇਸ਼ ਦੀ ਬਖਸ਼ਿਸ਼ ਕਰਨਾ ਕਰਦੇ ਨੇ। ਪਿਆਰਿਓ, ਜਿਨ੍ਹਾਂ ਦੇ ਮਸਤਕ ਦੇ ਉੱਪਰ ਵਾਹਿਗੁਰੂ ਜੀ ਵੱਲੋਂ ਲਿਖੇ ਹੋਏ ਪੂਰਬਲੇ ਜਿਹੜੇ ਭਾਗ ਨੇ, ਪੂਰਬਲੇ ਜਨਮਾਂ ਦੇ ਸ਼ੁਭ ਕਰਮ, ਨਿਸ਼ਕਾਮ ਕਰਮ ਨੇ, ਉਹ ਫਲ ਦੇਣ ਵਾਸਤੇ ਉਹਦੇ ਹੋਏ ਨੇ, ਪ੍ਰਗਟ ਹੋਏ ਨੇ। ਅਥਵਾ ਪੂਰਨ ਭਾਗ, ਜਿਨ੍ਹਾਂ ਦੇ ਪੂਰਨ ਮੁਕੰਮਲ ਰੂਪ ਦੇ ਵਿੱਚ ਵੱਡੇ ਭਾਗ ਹਨ, ਸਰਬ ਸ੍ਰੇਸ਼ਟ ਹਨ, ਵੱਡਿਆਂ ਕਰਮਾਂ ਵਾਲੇ ਹਨ ਜਿਹੜੇ, ਇਸੇ ਪ੍ਰਕਾਰ ਵੱਡਿਆਂ ਨਿਸ਼ਕਾਮ ਕਰਮਾਂ ਵਾਲੇ ਹਨ ਜਿਹੜੇ। ਹਰ ਚਰਣੀ ਤਾਕਾ ਮਨ ਲਾਗ। ਪਰਮ ਪਿਤਾ ਪਰਮੇਸ਼ਵਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਪ੍ਰਤੱਖ ਚਰਨਾਂ ਦੇ ਵਿੱਚ, ਅਧਿਸ਼ਠਾਨ ਰੂਪੀ ਚਰਨਾਂ ਦੇ ਵਿੱਚ ਤੇ ਨਾਮ ਰੂਪੀ ਚਰਨਾਂ ਦੇ ਵਿੱਚ, ਤਿੰਨਾਂ ਦਾ ਹੀ ਮਨ ਲੱਗਦਾ ਹੈ ਜਿਹੜੇ ਸਤਿਗੁਰੂ ਜੀ ਦੀ ਸ਼ਰਨ ਪੈ ਕਰਕੇ ਵੱਡਿਆਂ ਭਾਗਾਂ ਵਾਲੇ ਹੋ ਗਏ। ਕਿਉਂਕਿ ਮਾੜਿਆਂ ਭਾਗਾਂ ਵਾਲੇ ਤੇ ਸਤਿਗੁਰੂ ਜੀ ਦੇ ਚਰਨਾਂ ਦੀ ਸ਼ਰਨ ਵੀ ਨਹੀਂ ਆ ਸਕਦੇ, ਸਤ ਸੰਗਤ ਵਿੱਚ ਵੀ ਨਹੀਂ ਆ ਸਕਦੇ। ਵੱਡ ਭਾਗੀ ਹਰ ਸੰਗਤ ਪਾਵ ਹੈ, ਵੱਡਿਆਂ ਭਾਗਾਂ ਨਾਲ ਹੀ ਸਤ ਸੰਗਤ ਮਿਲਦੀ ਹੈ, ਵੱਡਿਆਂ ਭਾਗਾਂ ਦੇ ਨਾਲ ਹੀ ਸਤਿਗੁਰੂ ਜੀ ਦੇ ਦਰ ਘਰ ਦੀ ਪ੍ਰਾਪਤੀ, ਸਤਿਗੁਰੂ ਜੀ ਦੀ ਪ੍ਰਾਪਤੀ ਤੇ ਨਾਮ ਦੀ ਪ੍ਰਾਪਤੀ ਹੁੰਦੀ ਹੈ। ਹਜ਼ੂਰ ਫਰਮਾਵਦੇ ਨੇ, ਜਿਸ ਦੇ ਮੱਥੇ ਦੇ ਵੱਡੇ ਸ੍ਰੇਸ਼ਟ ਭਾਗ ਜਾਗੇ, ਉਹ ਸਤਿਗੁਰੂ ਜੀ ਦੇ ਚਰਨਾਂ ਵਿਖੇ ਆਇਆ, ਤੇ ਚਰਨਾਂ ਵਿੱਚ ਆਉਣ ਵਾਲੇ ਨੂੰ ਸਤਿਗੁਰੂ ਜੀ ਨੇ ਨਾਮ ਰੂਪੀ ਉਪਦੇਸ਼ ਬਖਸ਼ਿਆ। ਤੇ ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਕਿਰਪਾਲਤਾ ਕਰਕੇ ਚਰਨ ਕਮਲਾਂ ਦੀ ਟੇਕ ਦੇ ਦਿੱਤੀ, ਪਿਆਰਿਓ, ਫਿਰ ਉਹਨਾਂ ਦਾ ਜਿਹੜਾ ਮਨ ਹੈ ਵਾਹਿਗੁਰੂ ਸਵਰੂਪ ਨਾਮ ਰੂਪੀ ਚਰਨਾਂ ਦੇ ਵਿੱਚ ਲੱਗਦਾ ਹੈ। ਇਸ ਪ੍ਰਕਾਰ ਉਹਨਾਂ ਦਾ ਆਉਣਾ ਸਫਲਾ, ਉਹਨਾਂ ਦਾ ਜੀਣਾ ਸਫਲਾ, ਉਹਨਾਂ ਦਾ ਦੁਨੀਆ ਤੋਂ ਜਾਣਾ ਵੀ ਸਫਲਾ, ਖਾਣਾ ਪੀਣਾ ਪਹਿਨਣਾ ਵੀ ਸਫਲਾ, ਸਵਾਸ ਲਈ ਵੀ ਸਫਲੇ। ਜਿਸ ਕੁਲ ਦੇ ਵਿੱਚ ਜਨਮ ਲਿਆ, ਉਹ ਕੁਲ ਵੀ ਸਫਲੀ ਤੇ ਧਨ ਹੋ ਜਾਂਦੀ ਹੈ। ਜਿਨ੍ਹਾਂ ਦਾ ਵਾਹਿਗੁਰੂ ਜੀ ਦੇ ਨਾਮ ਰੂਪੀ ਚਰਨਾਂ ਦੇ ਅੰਦਰ ਚਿੱਤ ਲੱਗਦਾ ਹੈ, ਇਸ ਕਰਕੇ ਵੇਦ ਵਿਦਿਆ ਇਤਿਆਦਿਕ ਜਾਂ ਦੁਨਿਆਵੀ ਵਿਦਿਆ ਦੀ ਬਾਤ ਨਹੀਂ, ਇਹ ਸਾਰੀਆਂ ਦਾਤਾਂ ਤੇ ਵਡਿਆਈਆਂ ਉਹਨਾਂ ਨੂੰ ਮਿਲਦੀਆਂ ਨੇ ਜਿਹੜੇ ਵਾਹਿਗੁਰੂ ਜੀ ਦੀ ਬੰਦਗੀ ਕਰਦੇ ਨੇ। ਅਨਪੜ੍ਹ ਹੋ ਕਰਕੇ ਜੇ ਬੰਦਗੀ ਕਰ ਲਈ ਤੇ ਸਾਰੀਆਂ ਦਾਤਾਂ ਦੀ ਤਾਂ ਵੀ ਪ੍ਰਾਪਤੀ ਹੈ, ਤੇ ਜੇ ਪੜ੍ਹ ਲਿਖ ਕਰਕੇ ਵੀ ਵਾਹਿਗੁਰੂ ਜੀ ਦੀ ਬੰਦਗੀ ਕਰ ਲਈ ਤੇ ਤਾਂ ਵੀ ਸਾਰੀਆਂ ਹੀ ਦਾਤਾਂ ਪ੍ਰਾਪਤ ਨੇ। ਇਸੇ ਪ੍ਰਕਾਰ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਫਰਮਾਨ ਕਰਨਾ ਕਰਦੇ ਨੇ ਨਾ, ਪੜ੍ਹਿਆ ਹੋਵੈ ਗੁਨਹਗਾਰ ਤਾਂ ਓਮੀ ਸਾਧ ਨਾ ਮਾਰੀਐ। ਇੱਥੇ ਸਾਧ ਤੋਂ ਭਾਵ ਹੈ ਭਲਾ ਪੁਰਸ਼, ਤੇ ਓਮੀ ਦਾ ਅਰਥ ਹੈ ਅਨਪੜ੍ਹ।
ਜੇ ਕੋਈ ਪੜ੍ਹਿਆ ਲਿਖਿਆ ਵੇਦ ਵਿਦਿਆ ਪੜ੍ਹ ਲੇ, ਵੇਦ ਸ਼ਾਸਤਰ ਪੜ੍ਹ ਲੇ ਤੇ ਗੁਨਾਹ ਕਰੀ ਜਾਵੇ ਜੀ ਮੈਂ ਤੇ ਬ੍ਰਾਹਮਣ ਆ, ਮੈਨੂੰ ਕੋਈ ਸਜ਼ਾ ਨਹੀਂ, ਮੈਂ ਮੁਕਤ ਹਾਂ। ਤੇ ਦੂਸਰੇ ਪਾਸੇ ਆਖੀ ਜਾਵੇ ਦੀ ਜਿਹੜੇ ਅਨਪੜ੍ਹ ਨੇ, ਵੇਦ ਵਿਦਿਆ ਨਹੀਂ ਪੜ੍ਹੀ, ਉਹ ਨਰਕਾਂ 'ਚ ਜਾਣਗੇ। ਤੇ ਹਜ਼ੂਰ ਫਰਮਾਉਂਦੇ ਨੇ, ਪੰਡਤਾ ਗੁਨਾਹ ਜੇ ਤੂੰ ਕਰਦਾ ਤੇ ਤੇਰੀ ਜਗ੍ਹਾ ਤੇ ਅਨਪੜ੍ਹ ਸਾਧ ਉਹ ਭਲਾ ਪੁਰਸ਼ ਨਹੀਂ ਮਾਰਿਆ ਜਾਣਾ, ਤੇਰੇ ਕੀਤੇ ਦੀ ਸਜ਼ਾ ਤੈਨੂੰ ਹੀ ਮਿਲਣੀ ਹੈ। ਤੇ ਜੇ ਉਸ ਭਲੇ ਪੁਰਸ਼ ਸਾਧ ਪਰਮਾਤਮਾ ਜੀ ਦੇ ਨਾਮ ਦੇ ਸਿਮਰਨ ਵਿੱਚ ਲੱਗ ਕਰਕੇ ਵਾਹਿਗੁਰੂ ਜੀ ਦੇ ਨਾਮ ਦਾ ਰਸੀਆ ਹੋ ਜਾਂਦਾ ਨਾ, ਤੇ ਫਿਰ ਪਾਰ ਉਤਾਰਾ ਉਹਦਾ ਹੋਣਾ, ਤੇਰਾ ਨਹੀਂ। ਨਾ ਤੇ ਜਾਤ ਦੇ ਹੰਕਾਰ ਕਰਕੇ ਪਾਰ ਉਤਾਰਾ, ਨਾ ਵੇਦ ਵਿਦਿਆ ਜਾਂ ਦੁਨਿਆਵੀ ਡਿਗਰੀਆਂ ਦੇ ਹੰਕਾਰ ਦੇ ਨਾਲ ਪਾਰ ਉਤਾਰਾ। ਪਾਰ ਉਤਾਰਾ ਕੇਵਲ ਤਾਂ ਕੇਵਲ ਨਾਮ ਨੇ ਕਰਨਾ ਹੈ, ਤੇ ਉਸੇ ਦਾ ਹੀ ਹੋਣਾ ਜਿਸ ਨੇ ਜਪਿਆ, ਚਾਹੇ ਉਹ ਬਾਲਕ ਹੈ, ਚਾਹੇ ਉਹ ਕਿਸ਼ੋਰ ਹੈ, ਚਾਹੇ ਉਹ ਤਰੁਣ ਜਵਾਨ ਹੈ, ਚਾਹੇ ਇਸੇ ਪ੍ਰਕਾਰ ਪ੍ਰੌਢਿਆ ਅਵਸਥਾ ਵਾਲਾ, ਅਧਖੜ ਅਵਸਥਾ ਵਾਲਾ ਹੈ, ਚਾਹੇ ਉਹ ਬੁਢਾਪੇ ਦੀ ਅਵਸਥਾ ਵਾਲਾ ਹੈ। ਜਿਸ ਨੇ ਵੀ ਜਪ ਲਿਆ, ਜਦੋਂ ਵੀ ਜਪ ਲਿਆ, ਜਿੰਨਾ ਵੀ ਜਪ ਲਿਆ, ਲੇਖੇ ਦੇ ਵਿੱਚ ਉਹੀ ਹੋਈ ਹੈ, ਪ੍ਰਵਾਨ ਤੇ ਸਫਲਾ ਵੀ ਉਹੀ ਹੋਈ ਹੈ ਜਿਸ ਨੇ ਨਾਮ ਨੂੰ ਜਪਿਆ ਹੈ। ਇਸ ਪ੍ਰਕਾਰ ਗਰੀਬ ਨਿਵਾਜ ਸਾਹਿਬ ਜੀ ਨੇ ਨਾਮ ਦੀ ਮਹਿਮਾ ਇਸ ਪਾਵਨ ਗੁਰਬਾਣੀ ਦੇ ਸ਼ਬਦ ਦੇ ਅੰਦਰ ਕਥਨ ਕਰਕੇ ਉਹਨਾਂ ਜਗਿਆਸੂਆਂ ਦੇ ਹਿਰਦੇ ਦੀ ਜਗਿਆਸਾ ਨੂੰ ਸ਼ਾਂਤ ਕਰਦਿਆਂ ਸਰਬਤ ਸੰਸਾਰ ਨੂੰ ਸਾਂਝਾ ਉਪਦੇਸ਼ ਬਖਸ਼ਿਆ ਹੈ ਜੀ। ਗੌੜੀ ਮਹੱਲਾ ਪੰਜਵਾ। ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦਾ ਜਿਹੜਾ ਸੋਹਣਾ ਸੁਹਾਵਣਾ ਬਾਗ ਸੀ, ਉਸ ਦਾ ਨਾਮ ਸੀ ਗੁਰੂ ਕਾ ਬਾਗ। ਗੁਰੂ ਕੇ ਬਾਗ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੈਠੇ ਹੋਏ, ਸਜੇ ਹੋਏ ਨੇ, ਤੇ ਜਗਿਆਸੂ ਜਨਾਂ ਨੇ ਆ ਕਰਕੇ ਗਰੀਬ ਨਿਵਾਜ ਸਤਿਗੁਰੂ ਜੀ ਨੂੰ ਆਪਣੇ ਹਿਰਦੇ ਦੀ ਜਗਿਆਸਾ ਸ਼ਾਂਤ ਕਰਨ ਵਾਸਤੇ ਬੇਨਤੀ ਕਰਨਾ ਕੀਤੀ ਏ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤਿੰਨਾਂ ਦੀ ਬੇਨਤੀ ਦਾ ਜਵਾਬ ਦੇਣਾ ਕਰਦੇ ਨੇ। ਪੁੱਛਣਾ ਕੀਤਾ, ਮਹਾਰਾਜ ਜੀ ਬਜ਼ੁਰਗਾਂ ਤੋਂ ਸੁਣਦੇ ਆ, ਭਲਿਆਂ ਪੁਰਸ਼ਾਂ ਤੋਂ ਸੁਣਦੇ ਆ, ਆਪ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਦੁਆਰਾ ਸੁਣਨਾ ਕਰਦੇ ਆ ਕਿ ਸਾਧ ਸੰਗਤ ਸਭਨਾਂ ਨੂੰ ਕਰਨੀ ਅਤਿਅੰਤ ਜ਼ਰੂਰੀ ਹੈ। ਸੱਚੇ ਪਾਤਸ਼ਾਹ ਜੀ ਜਿਹੜੇ ਨਾਮ ਦੇ ਰਸੀਏ ਆਪ ਜੀ ਦੇ ਮਹਾਤਮਾ ਨੇ ਨਾ, ਆਮ ਜਨ ਸਾਧਾਰਨ ਉਹਨਾਂ ਦੀ ਸੰਗਤ ਕਰਦੇ ਨੇ, ਜਗਿਆਸਾ ਵਾਲੇ ਉਹਨਾਂ ਦੀ ਸੰਗਤ ਕਰਦੇ ਨੇ, ਨਿਤਨੇਮੀ ਉਹਨਾਂ ਦੀ ਸੰਗਤ ਕਰਦੇ ਨੇ, ਨੇਮੀ ਤੇ ਪ੍ਰੇਮੀ ਵੀ ਉਹਨਾਂ ਦੀ ਸੰਗਤ ਕਰਦੇ ਨੇ, ਪਰ ਜਗਤ ਦੇ ਅੰਦਰ ਤੱਕਦੇ ਹਾਂ ਜਿਹੜਾ ਸਾਕਤ ਬੰਦਾ ਨਾ, ਉਹ ਉਹਨਾਂ ਦੀ ਸੰਗਤ ਨਹੀਂ ਕਰਦਾ। ਸਾਧੂ ਮਹਾਤਮਾ ਦੀ ਸੰਗਤ ਕਰਨ ਦੀ ਬਜਾਏ ਸਦਾ ਨਿੰਦਿਆ ਕਰਦਾ ਰਹਿੰਦਾ ਹੈ, ਮਹਾਤਮਾ ਨੂੰ ਨਿੰਦਦਾ ਹੈ, ਭੰਡਦਾ ਹੈ। ਮਹਾਰਾਜ ਜਦੋਂ ਬਾਕੀ ਲੋਕਾਈ ਦੇ ਜੀਵ ਸਤ ਸੰਗਤ ਅਥਵਾ ਸਾਧੂ ਦੀ ਸੰਗਤ ਵਿੱਚ ਆ ਕਰਕੇ ਨਾਮ ਨੂੰ ਜਪਦੇ ਨੇ, ਤੇ ਫਿਰ ਸਾਕਤ ਬੰਦੇ ਸੰਗਤ ਵਿੱਚ ਆ ਕੇ ਨਾਮ ਕਿਉਂ ਨਹੀਂ ਜਪਦੇ ਹਨ? ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਨ ਕਰਨਾ ਕਰਦੇ ਨੇ, ਭਾਈ ਇੱਕ ਨੇ ਜਾਣਾ ਉੱਤਰ ਨੂੰ, ਦੂਸਰੇ ਨੇ ਦੱਖਣ ਨੂੰ। ਗੱਲ ਨਹੀਂ ਨਾ ਬਣਦੀ, ਸਾਥੀ ਨਹੀਂ ਹੋ ਸਕਦੇ। ਇੱਕ ਦਾ ਮੁਖ ਪੂਰਬ ਵੱਲ ਨੂੰ ਹੈ, ਦੂਸਰੇ ਦਾ ਮੁਖ ਪੱਛਮ ਵੱਲ ਨੂੰ ਹੈ, ਦੋਵੇਂ ਤੁਰ ਪਏ ਨੇ ਤੇ ਦੋਵੇਂ ਸਾਥੀ ਕਿਵੇਂ ਹੋ ਸਕਦੇ ਨੇ? ਵਿਛੜ ਜਾਣਗੇ, ਪਿੱਠ ਹੋ ਜਾਵੇਗੀ ਇੱਕ ਦੂਜੇ ਵੱਲ। ਇਸੇ ਪ੍ਰਕਾਰ ਪ੍ਰਮਾਤਮਾ ਜੀ ਦਾ ਜਿਹੜਾ ਮੁਖ ਉਹ ਪੂਰਬ ਵੱਲ ਹੈ। ਪੂਰਬ ਤੋਂ ਭਾਵ ਹੈ ਸੂਰਜ, ਤੇ ਸੂਰਜ ਹੈ ਬ੍ਰਹਮ ਗਿਆਨ ਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬ੍ਰਹਮ ਗਿਆਨ ਦੇ ਸੂਰਜ ਨੇ, ਤੇ ਸਾਧੂ ਮਹਾਤਮਾ ਜਗਿਆਸੂਆਂ ਦਾ ਜਿਹੜਾ ਮੁਖ ਹੈ ਉਹ ਸੂਰਜ ਵੱਲ, ਸਤਿਗੁਰੂ ਜੀ ਦੇ ਵੱਲ ਹੁੰਦਾ ਹੈ। ਜਿਹੜੇ ਸਾਕਤ ਨੇ ਉਹਨਾਂ ਦੀ ਸੂਰਜ ਵੱਲ ਪਿੱਠ ਹੋਇਆ ਕਰਦੀ ਏ, ਉਹ ਪੱਛਮ ਵੱਲ ਨੂੰ, ਲਹਿੰਦੇ ਨੂੰ ਜਾਂਦੇ ਨੇ। ਮਨ ਦੀ ਅਵਸਥਾ ਲਹਿੰਦੇ ਵੱਲ ਨੂੰ ਜਾਂਦੀ ਹੈ, ਮਨ ਦੀ ਅਵਸਥਾ ਨੀਵੇਂ ਪਾਸੇ ਨਿਵਾਣ ਨੂੰ ਜਾਂਦੀ ਹੈ, ਮਨ ਦੀ ਸੁਰਤੀ ਬਿਰਤੀ ਨਿਵਾਣ ਨੂੰ ਜਾਂਦੀ ਹੈ, ਚੜ੍ਹਦੀ ਕਲਾ ਵੱਲ ਨੂੰ ਥੋੜਾ ਨਾ ਜਾਵੇਗੀ। ਇਸ ਪ੍ਰਕਾਰ ਇੱਕ ਨਾ ਦੇ ਮਨ ਦੀ ਅਵਸਥਾ ਚੜ੍ਹਦੀ ਕਲਾ ਵਾਲੀ, ਦੂਸਰਿਆਂ ਦੀ ਲਹਿੰਦੀ ਕਲਾ ਵਾਲੀ। ਮਹਾਤਮਾ ਚੜ੍ਹਦੇ ਨੂੰ ਜਾਂਦੇ ਨੇ, ਮਨਮੁਖ ਲਹਿੰਦੇ ਨੂੰ ਜਾਂਦੇ ਨੇ। ਮਹਾਤਮਾ ਤਰਨ ਵਾਲੇ ਪਾਸੇ ਜਾਂਦੇ ਨੇ, ਸਾਕਤ ਡੁੱਬਣ ਵਾਲੇ ਪਾਸੇ ਜਾਂਦੇ ਨੇ। ਮਹਾਤਮਾ ਵਾਹਿਗੁਰੂ ਜੀ ਦੀ ਉਸਤਤ ਦੀ ਪ੍ਰੇਮਾ ਭਗਤੀ ਦੇ ਮਾਰਗ ਤੇ ਚੱਲਦੇ ਨੇ, ਤੇ ਜਿਹੜੇ ਸਾਕਤ ਨੇ ਸਦਾ ਨਿੰਦਿਆ ਕਰਕੇ ਡੁੱਬ ਜਾਣ ਦੇ ਮਾਰਗ ਤੇ ਚੱਲਦੇ ਨੇ। ਤੇ ਨਿੰਦਿਆ ਇੱਕ ਐਸੀ ਵਸਤੂ ਹੈ ਜਿਹੜੀ ਇੱਕ ਦੋ ਕੁਲਾਂ ਨਹੀਂ, ਅਨੇਕ ਕੁਲਾਂ ਡੋਬ ਦਿੰਦੀ ਹੈ। ਮਧੁਰਾ ਦਹਤਾ ਸਪਤ ਕੁਲ ਭਾਂਗ ਦਹੈ ਤਨ ਏਕ, ਜਗਤ ਝੂਠ ਸਤ ਕੁਲ ਦਹੈ ਨਿੰਦਾ ਦਹੈ ਅਨੇਕ। ਰਹਿਤਨਾਮਿਆਂ ਦੇ ਬਚਨ ਨੇ ਕਿ ਜਿਹੜਾ ਮਧੁਰਾ ਸ਼ਰਾਬ ਪੀਂਦਾ ਉਹਦੀਆਂ 7 ਕੁਲਾਂ ਡੁੱਬ ਜਾਂਦੀਆਂ ਨੇ, ਤੇ ਜਿਹੜਾ ਬਹੁਤ ਜ਼ਿਆਦਾ ਭੰਗ ਪੀਂਦਾ ਉਹਦਾ ਆਪਣਾ ਸਰੀਰ ਨਾਸ ਹੋ ਜਾਂਦਾ ਹੈ, ਰੰਗ ਵੀ ਕਾਲਾ ਪੈ ਜਾਂਦਾ ਹੈ, ਆਲਸੀ ਵੀ ਹੋ ਜਾਂਦਾ ਹੈ। ਇਸੇ ਪ੍ਰਕਾਰ ਜਗਤ ਝੂਠ ਜਿਹੜਾ ਤੰਬਾਕੂ ਖਾਣਾ ਕਰਦਾ ਹੈ ਉਹਦੀਆਂ 100 ਕੁਲਾਂ ਡੁੱਬ ਜਾਂਦੀਆਂ ਨੇ, ਪਰ ਜਿਹੜਾ ਨਿੰਦਿਆ ਕਰਦਾ ਉਹਦੀਆਂ ਗਿਣਤੀ ਮਿਣਤੀ ਕੋਈ ਨਹੀਂ, ਅਨੇਕ ਹੀ ਕੁਲਾਂ ਡੁੱਬ ਜਾਂਦੀਆਂ ਨੇ। ਐਸੀ ਮਾੜੀ ਨਿੰਦਿਆ ਹੈ। ਤੇ ਵਾਹਿਗੁਰੂ ਜੀ ਦੇ ਪਿਆਰੇ ਵਾਹਿਗੁਰੂ ਜੀ ਦੀ ਬੰਦਗੀ ਦੇ ਰਸਤੇ ਤੇ ਚੱਲਦੇ ਨੇ, ਤੇ ਜਿਹੜੇ ਸਾਕਤ ਨੇ ਸਦਾ ਨਿੰਦਿਆ ਕਰਦੇ ਨੇ, ਨਿੰਦਿਆ ਦੇ ਮਾਰਗ ਤੇ ਚੱਲਦੇ ਨੇ। ਇਸ ਪ੍ਰਕਾਰ ਇਹਨਾਂ ਦਾ ਆਪਸ ਦੇ ਵਿੱਚ ਕੋਈ ਜੋੜ ਨਹੀਂ ਬਣ ਆਉਂਦਾ ਹੈ। ਤੇ ਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਜੀ ਆਪਣੇ ਸ੍ਰੀ ਕੰਠ ਚੋਂ, ਪਵਿੱਤਰ ਮੁਖਾਰਬਿੰਦ ਚੋਂ ਉਦਾਹਰਣ ਦੇ ਕਰਕੇ ਸਮਝਾਓਗੇ ਨਾ,
ਤੇ ਸਾਨੂੰ ਅਲਪਗ ਤੁਸ਼ ਬੁੱਧੀ ਵਾਲਿਆਂ ਨੂੰ ਜ਼ਿਆਦਾ ਸਮਝ ਆ ਜਾਵੇਗੀ। ਸੱਚੇ ਪਾਤਸ਼ਾਹ ਕੇਵਲ ਕਹਿਣ ਮਾਤਰ ਦੇ ਨਾਲ ਆਪ ਜੀ ਦਾ ਬਚਨ ਤੇ ਬੜਾ ਪਿਆਰਾ ਲੱਗਾ, ਪਰ ਹਿਰਦੇ ਵਿੱਚ ਬਹੁਤ ਲੰਬੇ ਸਮੇਂ ਤੱਕ ਵਸਿਆ ਸ਼ਾਇਦ ਨਾ ਰਵੇ। ਪਰ ਉਦਾਹਰਨਾਂ ਦੇ ਕਰਕੇ ਸਮਝਾਓਗੇ, ਕੋਈ ਤੇ ਉਦਾਹਰਨ ਚੇਤੇ ਰਹਿ ਹੀ ਜਾਵੇਗੀ ਨਾ। ਇਸ ਕਰਕੇ ਮਹਾਰਾਜ ਕਿਰਪਾਲਤਾ ਕਰਕੇ ਸਾਨੂੰ ਉਦਾਹਰਨਾਂ ਦੇ ਕੇ ਸਮਝਾਵਣਾ ਕਰੋ। ਤੇ ਸਾਹਿਬ ਜੀ ਪਾਵਨ ਉਪਦੇਸ਼ ਗੌੜੀ ਰਾਗ ਦੇ ਅੰਦਰ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਨ ਕਰਦੇ ਹਨ ਜੀ, ਹਰ ਕੇ ਦਾਸ ਸਿਉ ਸਾਕਤ ਨਹੀਂ ਸੰਗ। ਹੇ ਪਿਆਰਿਓ, ਹਰੀ ਪਰਮਾਤਮਾ ਜੀ ਦੇ ਜਿਹੜੇ ਦਾਸ ਵਾਹਿਗੁਰੂ ਜੀ ਦੇ ਸੰਤ ਨੇ, ਭਗਤ ਨੇ, ਨਾਮ ਦੇ ਰਸੀਏ ਨੇ, ਗੁਰਸਿੱਖ ਨੇ ਨਾ, ਉਹਨਾਂ ਦੇ ਨਾਲ ਸਾਕਤ ਕਠੋਰ ਹਿਰਦੇ ਵਾਲੇ। ਕਠੋਰ ਤੋਂ ਭਾਵ ਹੈ ਸਖਤ, ਸਖਤ ਹਿਰਦਾ। ਜਿਹੜਾ ਪੱਥਰ ਹੈ ਸਖਤ ਹੁੰਦਾ ਨਾ, ਸੈਂਕੜੇ ਸਾਲ ਪਾਣੀ ਦੇ ਵਿੱਚ ਰੱਖ ਛੱਡੋ, ਕਦੇ ਉਸ ਦੇ ਅੰਦਰ ਪਾਣੀ ਪ੍ਰਵੇਸ਼ ਨਹੀਂ ਕਰਦਾ ਹੈ। ਇਸੇ ਪ੍ਰਕਾਰ ਸਾਕਤ ਬੰਦਾ ਪਹਿਲਾਂ ਤੇ ਸੰਗਤ ਵਿੱਚ ਆਉਂਦਾ ਹੀ ਨਹੀਂ, ਤੇ ਜੇ ਆ ਜਾਵੇ ਤੇ ਕਹਿੰਦਾ ਜੀ ਇਹਨਾਂ ਸਾਧਾਂ ਦੇ ਤੇ ਕੰਮ ਹੀ ਹੈ, ਨਾਮ ਜਪੋ ਨਾਮ ਜਪੋ, ਇਹਨਾਂ ਨੂੰ ਕਿਹੜੀ ਕੋਈ ਦੂਜੀ ਗੱਲ ਆਉਂਦੀ ਹੈ। ਉਪਦੇਸ਼ ਰੂਪੀ ਜਲ ਉਹਨਾਂ ਦੇ ਕਠੋਰ ਹਿਰਦੇ ਵਿੱਚ ਪ੍ਰਵੇਸ਼ ਕਰਦਾ ਹੀ ਨਹੀਂ। ਉਹ ਤਾਂ ਇੱਕ ਕੰਨ ਸੁਣਦੇ ਨੇ, ਦੂਸਰੇ ਕੰਨ ਕੱਢ ਦਿੰਦੇ ਨੇ, ਜਿਉਂ ਬਾਂਸ ਵਜਾਈ ਹੈ ਫੂਕ ਅੰਦਰੋਂ। ਇਸ ਪ੍ਰਕਾਰ ਦੀ ਉਹਨਾਂ ਦੀ ਬਿਰਤੀ ਹੁੰਦੀ ਹੈ। ਹਿਰਦੇ ਦੇ ਅੰਦਰ ਨਾਮ ਜਪਣ ਰੂਪੀ ਉਪਦੇਸ਼ ਪ੍ਰਵੇਸ਼ ਕਰਦਾ ਹੀ ਨਹੀਂ। ਸੈਂਕੜੇ ਸਾਲ ਪੱਥਰ ਪਾਣੀ ਵਿੱਚ ਰੱਖ ਕੇ ਫਿਰ ਬਾਹਰ ਕੱਢੀਏ ਤੇ ਪੱਥਰ ਤੇ ਪੱਥਰ ਮਾਰੀਏ, ਅੱਗ ਹੀ ਨਿਕਲੇਗੀ, ਚੰਗਿਆੜੇ ਨਿਕਲਣਗੇ, ਫਿਰ ਵੀ ਉੱਥੇ ਠੰਡਕ ਨਹੀਂ। ਇਸੇ ਪ੍ਰਕਾਰ ਸਾਕਤ ਬੰਦਾ ਜੇ ਕਿਧਰੇ ਪਲ ਦੋ ਪਲ ਸੰਗਤ ਵਿੱਚ ਬੈਠ ਵੀ ਜਾਵੇ ਨਾ, ਤੇ ਬਾਹਰ ਜਾ ਕੇ ਈਰਖਾ ਰੂਪੀ ਨਿੰਦਿਆ ਰੂਪੀ ਚੰਗਿਆੜੇ ਅੱਗ ਹੀ ਗੁਲਾਸ਼ਦਾ ਹੈ, ਉਹ ਭਲਾ ਨਹੀਂ ਕਹਿ ਸਕਦਾ ਕਿਸੇ ਪ੍ਰਕਾਰ। ਤੇ ਸਤਿਗੁਰੂ ਜੀ ਦੇ ਬਚਨ ਨੇ ਨਾ, ਚੱਲਦੇ ਕੋ ਚੱਲਤ, ਤੁਰਦੇ ਕੋ ਤੁਰਦਾ ਮਿਲੈ, ਚੱਲਤੇ ਕੋ ਚੱਲਤਾ। ਇਸ ਪ੍ਰਕਾਰ ਜਿਹੜਾ ਤੁਰਦਾ ਹੈ, ਤੁਰਨ ਵਾਲੇ ਦਾ ਹੀ ਉਸ ਦੇ ਨਾਲ ਸਾਥ ਬਣ ਸਕਦਾ ਹੈ। ਚੱਲਣ ਵਾਲੇ ਦਾ ਸਾਥ ਚੱਲਣ ਵਾਲੇ ਦੇ ਨਾਲ ਬਣ ਸਕਦਾ ਹੈ। ਉੱਡਣ ਵਾਲੇ ਪੰਛੀ ਦਾ ਸਾਥ ਉੱਡਣ ਵਾਲੇ ਦੇ ਨਾਲ ਬਣ ਸਕਦਾ ਹੈ। ਹੁਣ ਬਾਜ ਉੱਡਦਾ ਹੋਵੇ ਬੱਦਲਾਂ ਤੋਂ ਉੱਚਾ, ਤੇ ਮਨੁੱਖ ਵਿਚਾਰਾ ਜ਼ਮੀਨ ਤੇ ਤੁਰਿਆ ਫਿਰੇ, ਆਖੇ ਮੈਂ ਬਾਜ ਦੀ ਸੰਗਤ ਕਰ ਲਵਾਂ, ਉਹਦਾ ਸਾਥੀ ਬਣ ਜਾਵਾਂ, ਤੇ ਨਹੀਂ ਬਣ ਸਕਦਾ। ਇਸ ਪ੍ਰਕਾਰ ਜੀਵਤੇ ਕੋ ਜੀਵਤਾ ਮਿਲੇ, ਮੂਏ ਕੋ ਮੂਆ। ਜਿਉਂਦੇ ਦਾ ਜਿਉਂਦਾ ਬੰਦਾ ਸਾਥੀ ਹੋ ਸਕਦਾ ਹੈ, ਤੇ ਜਿਹੜੇ ਮਰ ਚੁੱਕੇ ਨੇ ਪਤਾ ਨਹੀਂ ਉਹਨਾਂ ਦੀ ਆਤਮਾ ਕਿੱਥੇ ਹੋਵੇਗੀ। ਹੁਣ ਜਿਉਂਦਾ ਬੰਦਾ ਕਿਵੇਂ ਜਾ ਕੇ ਉਸ ਆਤਮਾ ਦਾ ਸਾਥ ਕਰੇਗਾ? ਜਿਹੜਾ ਸਰੀਰ ਛੱਡ ਕੇ ਮਰ ਗਿਆ, ਅਗਲੇ ਪਰਲੋਕ ਵਿੱਚ ਚਲਿਆ ਗਿਆ, ਉਹ ਜਾ ਕੇ ਮਰੇ ਦਾ ਸਾਥੀ ਬਣ ਸਕਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕਰਨਾ ਕੀਤਾ, ਇਸੇ ਪ੍ਰਕਾਰ ਗੁਰਮੁਖਾਂ ਦਾ ਸਾਥੀ ਗੁਰਮੁਖ ਹੋ ਸਕਦਾ ਹੈ, ਚੋਰਾਂ ਦਾ ਸਾਥੀ ਚੋਰ ਹੀ ਹੋ ਸਕਦਾ ਹੈ, ਮਨਮੁਖਾਂ ਦਾ ਸਾਥੀ ਮਨਮੁਖ ਹੀ ਹੋ ਸਕਦਾ ਹੈ, ਤੇ ਸਾਕਤ ਦਾ ਸਾਥੀ ਸਾਕਤ ਹੀ ਹੋ ਸਕਦਾ ਹੈ। ਕਠੋਰ ਹਿਰਦੇ ਵਾਲਾ, ਸ਼ਕਤੀ ਦਾ ਪੂਜਕ, ਜ਼ਰਾ ਜਿੰਨਾ ਜੇ ਸੁਣ ਲਿਆ ਫਲਾਣੀ ਜਗ੍ਹਾ ਤੇ ਕੋਈ ਪੀਰ ਪ੍ਰਗਟ ਹੋਇਆ ਤੇ ਝੱਟ ਦੌੜ ਜਾਵੇਗਾ, ਪੱਥਰਾਂ ਨੂੰ ਜਾ ਕੇ ਪੂਜੇਗਾ। ਪਰ ਗੁਰ ਪਰਮੇਸ਼ਰ ਜੀ ਦੇ ਉਪਦੇਸ਼ ਤੇ ਕਦੇ ਹਿਰਦੇ ਦਾ ਪਿਆਰ ਦੇ ਸਹਿਤ ਪਾਲਣ ਨਹੀਂ ਕਰੇਗਾ, ਸ਼ਰਧਾ ਨਹੀਂ ਲਿਆਵੇਗਾ, ਕਦੇ ਕਿਸੇ ਪ੍ਰਕਾਰ ਮੰਨਣ ਨਹੀਂ ਕਰੇਗਾ। ਇਸ ਪ੍ਰਕਾਰ ਸਤਿਗੁਰੂ ਜੀ ਫਰਮਾਵਣਾ ਕਰਦੇ ਨੇ ਸਾਕਤ ਬੰਦੇ ਦਾ ਤੇ ਵਾਹਿਗੁਰੂ ਜੀ ਦਾ ਨਾਮ ਰਸੀਆ ਜਿਹੜਾ ਜਗਿਆਸੂ ਹੈ ਨਾ, ਦੋਵਾਂ ਦਾ ਆਪਸ ਵਿੱਚ ਜੋੜ ਮੇਲਾ ਬਣ ਹੀ ਨਹੀਂ ਆਉਂਦਾ ਹੈ। ਉਹ ਬਿਖਈ ਉਸ ਰਾਮ ਕੋ ਰੰਗ। ਕਿਉਂਕਿ ਉਹ ਜਿਹੜਾ ਸਾਕਤ ਹੈ ਉਹ ਤਾਂ ਬਿਖਈ ਵਿਸ਼ੇ ਵਿਕਾਰਾਂ ਦੇ ਵਿੱਚ ਗਲਤਾਨ ਹੋਇਆ ਹੈ। ਉਸ ਨੂੰ ਨਾਮ ਚੰਗਾ ਨਹੀਂ ਲੱਗਦਾ, ਉਸ ਨੂੰ ਕਾਮ ਚੰਗਾ ਲੱਗਦਾ ਹੈ, ਉਸ ਨੂੰ ਬੰਦਗੀ ਚੰਗੀ ਨਹੀਂ ਲੱਗਦੀ, ਉਸ ਨੂੰ ਇਸੇ ਪ੍ਰਕਾਰ ਮਾਇਆ ਦੀ ਪਕੜ ਚੰਗੀ ਲੱਗਦੀ, ਮਾਇਆ ਦੇ ਪਿੱਛੇ ਦੌੜਨਾ ਚੰਗਾ ਲੱਗਦਾ ਹੈ, ਮਾਇਆ ਦੀ ਪ੍ਰਾਪਤੀ ਚੰਗੀ ਲੱਗਦੀ ਹੈ। ਪਹਿਲਾਂ ਵੀ ਬੇਨਤੀਆਂ ਕੀਤੀਆਂ ਜਾਂਦੀਆਂ, ਮਾਇਆ ਦੀ ਪ੍ਰਾਪਤੀ ਮਾੜੀ ਨਹੀਂ, ਗਲਤ ਤਰੀਕੇ ਦੇ ਨਾਲ ਪ੍ਰਾਪਤੀ ਕਰਨੀ ਮਾੜੀ ਹੈ। ਦਸਾਂ ਨੋਹਾਂ ਦੀ ਕਿਰਤ ਕਰਕੇ ਦਸਵੰਧ ਕੱਢਿਆ ਜਾਵੇ ਤੇ ਅੰਮ੍ਰਿਤ ਰੂਪ ਹੈ, ਪਰ ਜਿਹੜਾ ਸਾਕਤ ਬੰਦਾ ਰੱਬ ਨੂੰ ਮੰਨਦਾ ਹੀ ਨਹੀਂ, ਉਹ ਤੇ ਦੂਸਰਿਆਂ ਦਾ ਹੱਕ ਹੀ ਮਾਰੇਗਾ ਨਾ। ਉਹ ਫਿਰ ਭਾਈ ਲਾਲੋ ਤੇ ਨਹੀਂ ਹੋ ਸਕਦਾ, ਮਲਕ ਭਾਗੋ ਹੀ ਬਣੇਗਾ ਨਾ। ਹਜ਼ੂਰ ਫਰਮਾਉਂਦੇ ਨੇ ਐਸੇ ਸਾਕਤਾਂ ਦੀ ਗੁਰੂ ਘਰ ਵਿੱਚ ਪ੍ਰਵਾਨਗੀ ਨਹੀਂ। ਉਹ ਵਿਸ਼ੇ ਵਿਕਾਰਾਂ ਦੇ ਵਿੱਚ ਗਲਤਾਨ ਹੈ, ਬੇਖਨਾਮ ਮਾਇਆ ਦਾ ਵੀ ਹੈ। ਮਲਕ ਭਾਗੋ ਵਾਂਗੂ ਦੂਸਰਿਆਂ ਦਾ ਹੱਕ ਮਾਰ ਮਾਰ ਕੇ ਮਾਇਆ ਇਕੱਠੀ ਕਰਨ ਵਿੱਚ ਲੱਗਾ ਹੋਇਆ ਤੇ ਪਾਪ ਕਰੀ ਜਾਂਦਾ ਤੇ ਜੋੜੀ ਜਾਂਦਾ। ਉਸ ਨੂੰ ਇਸ ਗੱਲ ਦਾ ਗਿਆਨ ਹੀ ਨਹੀਂ, ਪਾਪਾਂ ਬਾਝੋ ਹੋਵੇ ਨਾਹੀ, ਮੋਇਆ ਸਾਥ ਨਾ ਜਾਈ। ਇਹ ਮਰਦੇ ਸਮੇਂ ਕਿਤੇ ਨਾਲ ਥੋੜਾ ਨਾ ਜਾਣੀ ਏ, ਇਹ ਦਰਗਾਹ ਵਿੱਚ ਨਹੀਂ ਨਾਲ ਸਾਥ ਦੇਵੇਗੀ, ਨਾਲ ਨਹੀਂ ਨਿਭੇਗੀ। ਉਹ ਵਿਸ਼ੇ ਵਿਕਾਰਾਂ ਦੇ ਵਿੱਚ ਗਲਤਾਨ ਹੈ। ਤੇ ਜਿਹੜਾ ਪਰਮੇਸ਼ਰ ਜੀ ਦਾ ਪਿਆਰਾ ਹੈ, ਸਾਧੂ ਹੈ, ਮਹਾਤਮਾ ਹੈ, ਸੰਤ ਹੈ, ਨਾਮ ਦਾ ਰਸੀਆ ਹੈ, ਉਹ ਨਾਮ ਦੀ ਰੰਗਣ ਦੇ ਵਿੱਚ ਰੰਗਿਆ ਹੋਇਆ ਹੈ। ਉਹਨੂੰ ਨਾਮ ਦਾ ਪਿਆਰ ਲੱਗਾ ਹੋਇਆ ਹੈ, ਨਾਮ ਜਪਣੇ ਦਾ ਉਤਸ਼ਾਹ ਸਦਾ ਹਿਰਦੇ ਦੇ ਅੰਦਰ ਬਣਿਆ ਰਹਿੰਦਾ ਹੈ। ਇਸ ਕਰਕੇ ਇੱਕ ਨਾਮ ਦਾ ਰਸੀਆ, ਦੂਸਰਾ ਕਾਮ ਦਾ ਰਸੀਆ, ਦੋਵਾਂ ਦਾ ਜੋੜ ਮੇਲਾ ਪਿਆਰਿਓ ਆਪਸ ਦੇ ਵਿੱਚ ਬਣ ਨਹੀਂ ਆਉਂਦਾ ਹੈ। ਰਹਾਉ
ਵਿਸਰਾਮ ਦੇ ਕਰਕੇ ਸਾਹਿਬ ਜੀ ਫਰਮਾਵਦੇ ਹਨ ਜੀ। ਮਨ ਅਸਵਾਰ ਜੈਸੇ ਤੁਰੀ ਸੀਗਾਰੀ। ਤੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਨਾ ਮਹਾਰਾਜ ਉਦਾਹਰਣਾਂ ਦੇ ਕੇ ਸਮਝਾਓ। ਤੇ ਗਰੀਬ ਨਿਵਾਜ ਸਾਹਿਬ ਜੀ ਬਚਨ ਕਰਦੇ ਨੇ, ਜਿਸ ਪ੍ਰਕਾਰ ਇੱਕ ਤੇ ਅਨ ਅਸਵਾਰ ਹੈ, ਇਥੇ ਮਨ ਤੋਂ ਭਾਵ ਹੈ ਅਨ, ਜਿਹਨੂੰ ਅਸਵਾਰੀ ਕਰਨੀ ਆਉਂਦੀ ਨਹੀਂ, ਜਿਹਨੇ ਰਕਾਬ ਵਿੱਚ ਪੈਰ ਕਦੇ ਰੱਖਿਆ ਹੀ ਨਹੀਂ, ਜਿਹੜਾ ਪਲਾਕੀ ਮਾਰ ਕੇ ਘੋੜੀ ਤੇ ਕਦੇ ਚੜ੍ਹਿਆ ਹੀ ਨਹੀਂ ਹੈ, ਤੇ ਉਹ ਅਨ ਅਸਵਾਰ, ਅਸਵਾਰੀ ਕਰਨੀ ਨਹੀਂ ਆਉਂਦੀ। ਤੇ ਤੁਰੀ ਸਿਗਾਰੀ, ਉਹਦੇ ਸਾਹਮਣੇ ਘੋੜੀ ਸ਼ਿੰਗਾਰ ਕੇ, ਦੁਸ਼ਾਲੇ ਪਾ ਕੇ, ਕਾਠੇ ਪਾ ਕੇ, ਦੁਮਚੀ ਕੱਸ ਕੇ, ਲਗਾਮ ਇਸ ਪ੍ਰਕਾਰ ਕੱਸ ਕਰਕੇ ਘੋੜਾ ਅਥਵਾ ਘੋੜੀ ਬੀੜ ਕਰਕੇ ਸਾਹਮਣੇ ਖੜੀ ਕਰ ਦਿੱਤੀ, ਲੈ ਅਸਵਾਰੀ ਕਰ। ਹੁਣ ਸ਼ਿੰਗਾਰੀ ਹੋਈ ਘੋੜੀ ਉਹਦੇ ਵਾਸਤੇ ਵਿਅਰਥ ਹੈ, ਕਿਉਂਕਿ ਉਹਨੂੰ ਅਸਵਾਰੀ ਕਰਨੀ ਹੀ ਨਹੀਂ ਆਉਂਦੀ ਹੈ। ਜਿਉ ਕਾਪੁਰਖ ਪੁਚਾਰੈ ਨਾਰੀ। ਕਾਪੁਰਖ ਤੋਂ ਭਾਵ ਹੈ ਨਪੁੰਸਕ, ਹੀਜੜਾ ਅਥਵਾ ਨਾਮਰਦ। ਨਾਮਰਦ ਪੁਰਸ਼ ਹੋਵੇ ਤੇ ਗੱਲਾਂ ਦੇ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਇਸਤਰੀ ਨੂੰ ਧਰਵਾਸ ਦੇਵੇ ਤੇ ਇਸਤਰੀ ਸੁੱਖ ਨੂੰ ਪ੍ਰਾਪਤ ਨਹੀਂ ਕਰ ਸਕਦਾ ਹੈ। ਇਸੇ ਪ੍ਰਕਾਰ ਨਪੁੰਸਕ ਹੋਣ ਦੇ ਕਾਰਨ ਮਿੱਠੀਆਂ ਮਿੱਠੀਆਂ ਗੱਲਾਂ ਕਰਨ ਦੇ ਨਾਲ ਜੇ ਭਰਮਾਉਣ ਦਾ ਯਤਨ ਕਰੇ ਤੇ ਔਲਾਦ ਪ੍ਰਾਪਤ ਨਹੀਂ ਕਰ ਸਕਦਾ ਹੈ। ਬੈਲ ਕਉ ਨੇਤਰਾ ਪਾਏ ਦੁਹਾਵੈ। ਤੇ ਜੇ ਕੋਈ ਨਾ ਸਮਝ ਬੰਦਾ ਗਊ ਦੀ ਜਗ੍ਹਾ ਤੇ ਬੈਲ ਦੀਆਂ ਲੱਤਾਂ ਨੂੰ ਨੇਤਰਾ, ਨੇਤਰਾ ਕਿਹਾ ਜਾਂਦਾ ਜੀ ਰੱਸੀ ਨੂੰ, ਜਿਹੜੀ ਦਹੀਂ ਰਿੜਕਣ ਵਾਲੇ ਲੱਸੀ, ਵਾਹਿਗੁਰੂ, ਦਹੀਂ ਰਿੜਕਣ ਵਾਸਤੇ ਮਧਾਣੀ ਦੇ ਉੱਪਰ ਰੱਸੀ ਪਾਈ ਜਾਂਦੀ, ਉਸ ਨੂੰ ਨੇਤਰਾ ਕਿਹਾ ਜਾਂਦਾ। ਤੇ ਇੱਕ ਰੱਸੀ ਹੋਰ ਹੁੰਦੀ ਹੈ, ਆਮ ਪੰਜਾਬੀ ਭਾਸ਼ਾ ਵਿੱਚ ਉਸ ਨੂੰ ਨਿਆਣਾ ਕਿਹਾ ਜਾਂਦਾ। ਤੇ ਜਦੋਂ ਗਾਂ ਨੂੰ, ਮੱਝ ਨੂੰ ਚੋਣਾ ਹੁੰਦਾ ਤੇ ਪਿਛਲੀਆਂ ਲੱਤਾਂ ਨੂੰ ਰੱਸੀ ਦੇ ਨਾਲ ਬੰਨ੍ਹ ਦਿੱਤਾ ਜਾਂਦਾ, ਉਹਨੂੰ ਨਿਆਣਾ ਕਹਿੰਦੇ ਨੇ। ਤੇ ਮਹਾਰਾਜ ਜੀ ਬਚਨ ਕਰਦੇ ਨੇ, ਜੇ ਕੋਈ ਗਾਂ ਦੀ ਜਗ੍ਹਾ ਤੇ ਬੈਲ ਦੀਆਂ ਲੱਤਾਂ ਨੂੰ ਨੇਤਰਾ ਪਾ ਕੇ, ਰੱਸੀ ਪਾ ਕਰਕੇ ਚੋਣ ਦਾ ਯਤਨ ਕਰੇ, ਜੀ ਮੈਂ ਦੁੱਧ ਚੋ ਲਵਾਂ, ਉਸ ਦਾ ਐਸਾ ਸੋਚਣਾ ਤੇ ਕਰਨਾ ਨਿਸਫਲ ਹੋਵੇਗਾ। ਐਸਾ ਕਰਨਾ ਮੂਰਖਤਾ ਦਾ ਚਿੰਨ੍ਹ ਨਿਸ਼ਾਨੀ ਹੋਵੇਗੀ। ਗਊ ਚਾਰ ਸਿੰਘ ਪਾਸ਼ੈ ਪਾਵੈ। ਤੇ ਕੋਈ ਗਾਂ ਦੇ ਉੱਪਰ ਚੜ ਜਾਵੇ, ਅਸਵਾਰੀ ਕਰੇ ਗਾਂ ਦੀ, ਜਿਵੇਂ ਭੋਲੇਨਾਥ ਜੀ ਬਲਦ ਦੀ ਸਵਾਰੀ ਕਰਦੇ ਨੇ, ਗਾਂ ਦੇ ਉੱਪਰ ਸਵਾਰ ਹੋ ਜਾਵੇ ਤੇ ਆਖੇ ਕਿ ਮੈਂ ਗਾਂ ਨੂੰ ਦੜਾ ਕਰਕੇ ਸ਼ੇਰ ਦੇ ਪਿੱਛੇ ਤੇ ਜਾ ਕੇ ਸ਼ੇਰ ਦਾ ਸ਼ਿਕਾਰ ਕਰਨਾ ਹੈ। ਗਊ ਚਰ, ਗਾਂ ਦੇ ਉੱਪਰ ਚੜ ਕਰਕੇ ਸਿੰਘ ਪਾਸ਼ਾ ਪਾਵੈ, ਗਾਂ ਨੂੰ ਸ਼ੇਰ ਦੇ ਪਿੱਛੇ ਪਾ ਲਵੇ, ਸ਼ੇਰ ਦੇ ਪਿੱਛੇ ਦੜਾ ਲਵੇ, ਮੈਂ ਸ਼ੇਰ ਦਾ ਸ਼ਿਕਾਰ ਕਰਨਾ, ਤੇ ਪਿਆਰੇ ਉਹ ਮੂਰਖ ਹੋਵੇਗਾ। ਸ਼ੇਰ ਨੇ ਸਵਾਰ ਨੂੰ ਵੀ ਮਾਰ ਦੇਣਾ ਤੇ ਗਾਂ ਨੂੰ ਵੀ ਖਾ ਜਾਣਾ, ਉਹ ਸ਼ੇਰ ਦਾ ਸ਼ਿਕਾਰ ਨਹੀਂ ਕਰ ਸਕਦਾ। ਇਸ ਪ੍ਰਕਾਰ ਜੇ ਕੋਈ ਗਾਂ ਤੇ ਚੜ ਕੇ ਸ਼ੇਰ ਦਾ ਸ਼ਿਕਾਰ ਕਰਨਾ ਚਾਹਵੇ, ਐਸਾ ਸੋਚਣਾ ਤੇ ਕਰਨਾ ਉਸ ਦਾ ਨਿਸਫਲ ਹੈ। ਗਾਡਰ ਲੈ ਕਾਮ ਧੇਨ ਕਰ ਪੂਜੀ। ਤੇ ਗਾਡਰ ਤੋਂ ਭਾਵ ਹੈ ਭੇਡ। ਸਵਰਗ ਦੇ ਵਿੱਚ ਇੱਕ ਗਾਂ ਮੰਨੀ ਜਾਂਦੀ ਏ, ਜਿਸ ਦਾ ਨਾਮ ਹੈ ਕਾਮਧੇਨ ਗਊ। ਤੇ ਮੰਨਿਆ ਜਾਂਦਾ ਜਿਸ ਵੇਲੇ ਦੇਵਤਿਆਂ ਨੇ ਤੇ ਦੈਂਤਾਂ ਨੇ ਖੀਰ ਸਮੁੰਦਰ ਨੂੰ ਰਿੜਕਿਆ ਤੇ 14 ਰਤਨ ਨਿਕਲੇ ਨੇ ਨਾ, ਉਹਨਾਂ 14 ਦੇ ਵਿੱਚੋਂ ਇੱਕ ਕਾਮਧੇਨ ਗਊ ਵੀ ਹੈ। ਤੇ ਹਜ਼ੂਰ ਦੇ ਪਾਵਨ ਬਚਨ ਨੇ, ਪਾਵਨ ਗੁਰਬਾਣੀ ਦੇ ਅੰਦਰ ਰਾਮਕਲੀ ਰਾਗ ਸੱਤੇ ਬਲਵੰਡੇ ਦੀ ਵਾਰ ਦੇ ਵਿੱਚ ਨੇ। ਹਜ਼ੂਰ ਜੀ ਨੇ ਆਪਣੇ ਸ੍ਰੀ ਕੰਠ ਚੋਂ ਉਚਾਰਨ ਕਰਕੇ ਭਾਈ ਗੁਰਦਾਸ ਜੀ ਪਾਸੋਂ ਲਿਖਵਾਏ ਨੇ, ਇਸ ਕਰਕੇ ਹਜ਼ੂਰ ਦੇ ਬਚਨ ਕਿਹਾ ਜਾਂਦਾ ਹੈ। ਗੁਰਸਿੱਖਾਂ ਦੀ, ਮਹਾਂਪੁਰਖਾਂ ਦੀ, ਭਗਤਾਂ ਦੀ ਤੇ ਸਤਿਗੁਰੂ ਜੀ ਦੀ ਗੁਰਬਾਣੀ ਦੀ ਅਭੇਦਤਾ ਹੈ, ਇਸ ਕਰਕੇ ਭਗਤਾਂ ਤੇ ਸਿੱਖਾਂ ਦੀ ਬਾਣੀ ਨੂੰ ਵੀ ਗੁਰਬਾਣੀ ਹੀ ਕਿਹਾ ਜਾਂਦਾ ਹੈ। ਹੁਣ ਉਸ ਪਾਵਨ ਗੁਰਬਾਣੀ ਦੇ ਅੰਦਰ ਬਚਨ ਨੇ, 14 ਰਤਨ ਨਿਕਾਲਿਆਨ ਕਰ ਆਵਾ ਗਾਉਣ ਚਿਲਕਿਓ ਨੇ। ਜਿਹੜੇ 14 ਰਤਨ ਖੀਰ ਸਮੁੰਦਰ ਚੋਂ ਕੱਢੇ ਗਏ, ਇੱਕ ਹੈ ਕਾਮਧੇਨ ਗਊ। ਇਸ ਦੀ ਖਾਸੀਅਤ ਇਹ ਹੈ, ਗੁਣ ਇਸ ਦਾ ਇਹ ਹੈ, ਉਸ ਦੇ ਪਾਸ ਖੜੇ ਹੋ ਕਰਕੇ ਜਿਹੜੀ ਵਸਤੂ ਮੰਗੀਏ ਉਸੇ ਵੇਲੇ ਪ੍ਰਗਟ ਹੋ ਜਾਂਦੀ, ਉਸੇ ਵੇਲੇ ਮਿਲ ਜਾਂਦੀ ਏ। ਕੋਲ ਖੜੇ ਹੋ ਕਰਕੇ ਪਦਾਰਥ ਮੰਗ ਲਈਏ, ਭੋਜਨ ਮੰਗ ਲਈਏ। ਇਸੇ ਪ੍ਰਕਾਰ ਮੰਨਿਆ ਜਾਂਦਾ ਵੇਦਾਂ ਸ਼ਾਸਤਰਾਂ ਦੇ ਅਨੁਸਾਰ ਸੋਨਾ ਮੰਗ ਲਈਏ, ਗਹਿਣੇ ਮੰਗ ਲਈ ਜਾਣ, ਜਿਹੜਾ ਵੀ ਪਦਾਰਥ ਮੰਗਿਆ ਜਾਵੇ ਉਸੇ ਵੇਲੇ ਪ੍ਰਗਟ ਹੋ ਜਾਂਦਾ, ਉਸੇ ਵੇਲੇ ਪ੍ਰਾਪਤ ਹੋ ਜਾਂਦਾ। ਤੇ ਸਤਿਗੁਰੂ ਜੀ ਉਦਾਹਰਣ ਦਿੰਦੇ ਨੇ ਕਿ ਕਾਮਧੇਨ ਗਊ ਤੱਕ ਤੇ ਪਹੁੰਚ ਨਾ ਹੋਵੇ ਤੇ ਗਾਡਰ ਲੈ ਭੇਡ ਨੂੰ ਲੈ ਕਰਕੇ ਕਾਮਧੇਨ ਸਮਝ ਕੇ ਪੂਜੀ ਜਾਏ, ਮੇਰੀ ਤੂੰ ਹੀ ਕਾਮਧੇਨ ਹੈ, ਮੈਨੂੰ ਤੂੰ ਸੋਨਾ ਦੇ ਦੇ, ਮੈਨੂੰ ਤੂੰ ਪਦਾਰਥ ਦੇ ਦੇ। ਇਸ ਪ੍ਰਕਾਰ ਕਰਨਾ ਉਸ ਦਾ ਨਿਸਫਲ ਹੋਵੇਗਾ। ਭੇਡ ਕਦੇ ਕਾਮਧੇਨ ਨਹੀਂ ਬਣ ਜਾਵੇਗੀ। ਸੌਦੇ ਕਉ ਧਾਵੈ ਬਿਨ ਪੂੰਜੀ। ਤੇ ਪੂੰਜੀ ਕੋਲ ਹੋਵੇ ਹੀ ਨਾ, ਧਨ ਹੋਵੇ ਹੀ ਨਾ, ਜੇਬ 'ਚ ਪੈਸਾ ਟਕਾ ਕੋਈ ਹੋਵੇ ਹੀ ਨਾ, ਤੇ ਵਪਾਰ ਕਰਨ ਵਾਸਤੇ ਸ਼ਹਿਰ ਚਲਿਆ ਜਾਵੇ, ਮਾਰਕੀਟ ਵਿੱਚ ਚਲਿਆ ਜਾਵੇ, ਮੈਂ ਲੱਖਾਂ ਦਾ ਵਪਾਰ ਕਰੂੰਗਾ, ਤੇ ਜਦੋਂ ਜੇਬ ਖਾਲੀ ਆ, ਜੇਬ ਵਿੱਚ ਤੇ ਕੋਈ ਟਕਾਵੇ ਨਹੀਂ, ਤੇ ਫਿਰ ਵਪਾਰ ਕਾਹਦਾ ਕਰੇਗਾ। ਹਜ਼ੂਰ ਫਰਮਾਵੰਦੇ ਨੇ, ਫਿਰ ਇਸ ਪ੍ਰਕਾਰ ਸੋਚਣਾ ਤੇ ਬਾਜ਼ਾਰਾਂ ਦੇ ਵਿੱਚ ਵਿਚਰਨਾ ਉਸ ਦਾ ਨਿਸਫਲ ਹੈ, ਮਨ ਦਾ ਭਰਮੀ ਹੈ।
ਕਿਸੇ ਪ੍ਰਕਾਰ ਸਫਲਾ ਨਹੀਂ ਹੈ। ਨਾਨਕ RAM ਨਾਮ ਜਪ ਚੀਤ। ਤੇ ਹਜ਼ੂਰ ਦਾ ਪ੍ਰਵਚਨ ਹੈ ਭਾਈ, ਜਿਸ ਪ੍ਰਕਾਰ ਗਾਂ ਦੇ ਉੱਪਰ ਚੜ੍ਹ ਕਰਕੇ ਸ਼ੇਰ ਦਾ ਪਿੱਛਾ ਕਰਨ ਵਾਲਾ ਨਿਸਫਲ ਹੈ, ਸ਼ਿਕਾਰ ਨਹੀਂ ਕਰ ਸਕਦਾ। ਭੇਡ ਨੂੰ ਕਾਮਧੇਨ ਸਮਝ ਕੇ ਪੂਜਣ ਵਾਲੇ ਦੀ ਪੂਜਾ ਨਿਸਫਲ ਹੈ, ਪਦਾਰਥਾਂ ਦੀ ਪ੍ਰਾਪਤੀ ਨਹੀਂ ਕਰ ਸਕਦਾ। ਇਸੇ ਪ੍ਰਕਾਰ ਨਿਪੁੰਸਕ ਪੁਰਸ਼ ਦਾ ਇਸਤਰੀ ਨੂੰ ਪੁਚਾਰਨਾ, ਮਿੱਠੇ ਮਿੱਠੇ ਬੋਲ ਬੋਲਣੇ ਨਿਸਫਲ ਨੇ, ਕਿਉਂਕਿ ਔਲਾਦ ਰੂਪੀ ਫਲ ਦੀ ਪ੍ਰਾਪਤੀ ਨਹੀਂ ਕਰ ਸਕਦਾ ਹੈ। ਪੈਸਿਆਂ ਤੋਂ ਬਿਨਾਂ ਬਾਜ਼ਾਰ ਵਿੱਚ ਜਾਣਾ ਨਿਸਫਲ ਹੈ, ਕਿਉਂਕਿ ਵਪਾਰ ਨਹੀਂ ਕਰ ਸਕਦਾ ਹੈ। ਤੇ ਜਿਹੜਾ ਸਾਖਤ ਬੰਦਾ ਹੈ ਉਹਦਾ ਸੰਤਾਂ ਦੇ ਪਾਸ ਆਉਣਾ ਵੀ ਨਿਸਫਲ ਹੈ, ਪਦਾਰਥ ਦਿਖਾ ਕਰਕੇ ਭਰਮਾ ਕਰਕੇ ਮਹਾਂਪੁਰਖਾਂ ਦੀ ਖੁਸ਼ੀ ਨਹੀਂ ਲੈ ਸਕਦਾ ਹੈ। ਇਹ ਸਤਿਗੁਰੂ ਜੀ ਨੇ ਉਦਾਹਰਣਾਂ ਦਿੱਤੀਆਂ ਨੇ ਤੇ ਸਮਝਾਵਣਾ ਕੀਤਾ ਹੈ। ਜਿਹੜਾ ਸਾਖਤ ਬੰਦਾ ਨਾ, ਉਹ ਕੇਵਲ ਤਾਂ ਕੇਵਲ ਵਿਖਾਵਾ ਕਰਦਾ ਹੈ। ਮਹਾਂਪੁਰਖਾਂ ਕੋਲ ਆਏਗਾ, ਆਪਣੀ ਪਛਾਣ ਦੱਸੇਗਾ, ਇੰਨੀਆਂ ਗੱਡੀਆਂ ਨੇ, ਇੰਨੀਆਂ ਦੁਕਾਨਾਂ ਨੇ, ਇੰਨਾ ਕਿਰਾਇਆ ਆਉਂਦਾ ਹੈ, ਆ ਕਰਕੇ ਵਾਹਿਗੁਰੂ ਜੀ ਦਾ ਜਸ ਨਹੀਂ ਸੁਣੇਗਾ, ਵਾਹਿਗੁਰੂ ਜੀ ਦਾ ਜਸ ਨਹੀਂ ਕਰੇਗਾ, ਕੋਲ ਬੈਠ ਕੇ ਆਪਣਾ ਹੀ ਜਸ ਕਰੇਗਾ। ਆਪਣੇ ਆਪ ਨੂੰ ਧਨਾੜ ਜਨਾ ਕਰਕੇ ਉਹ ਇਹ ਸਮਝਦਾ ਕਿ ਇੱਥੇ ਮੈਨੂੰ ਬਹੁਤਾ ਸਨਮਾਨ ਮਿਲੇ, ਮੈਨੂੰ ਇੱਥੇ ਵੀ ਇੱਜ਼ਤ ਭਾਵ ਮਿਲੇ, ਇੱਥੇ ਵੀ ਮੇਰੀ ਪੂਜਾ ਹੋਵੇ, ਇੱਥੇ ਵੀ ਮੈਨੂੰ ਮੱਥੇ ਟੇਕਣ। ਹਜ਼ੂਰ ਫਰਮਾਉਂਦੇ ਨੇ ਇਸ ਪ੍ਰਕਾਰ ਮਹਾਂਪੁਰਖ ਨਹੀਂ ਭਰਮਦੇ ਨੇ। ਤੇ ਇਸ ਪ੍ਰਕਾਰ ਮਹਾਂਪੁਰਖਾਂ ਦੇ ਨਾਲ ਫਿਰ ਉਸ ਦਾ ਸੰਗ ਨਹੀਂ ਬਣਦਾ, ਕਿਉਂਕਿ ਮਹਾਂਪੁਰਖ ਉਸ ਦੀ ਵਡਿਆਈ ਨਹੀਂ ਕਰਦੇ। ਮਹਾਂਪੁਰਖ ਵਡਿਆਈ ਕਰਦੇ ਨੇ ਨਾਮ ਦੀ, ਵਾਹਿਗੁਰੂ ਜੀ ਦੀ। ਕਹਿੰਦਾ ਜੀ ਕਾਦੇ ਮਹਾਂਪੁਰਖ ਮੇਰੀ ਤੇ ਗਏ ਦੀ ਕਦਰ ਹੀ ਨਹੀਂ ਪਾਈ, ਮੈਨੂੰ ਤੇ ਪੁੱਛਿਆ ਹੀ ਨਹੀਂ। ਇਸ ਪ੍ਰਕਾਰ ਉਸ ਕਦਰ ਦੇ ਭੁੱਖੇ ਦੀ, ਵਡਿਆਈ ਦੇ ਭੁੱਖੇ ਦੀ ਮਹਾਂਪੁਰਖਾਂ ਦੇ ਨਾਲ ਨਹੀਂ ਬਣ ਆਉਂਦੀ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ, ਇਹ ਸਾਰੀਆਂ ਉਦਾਹਰਣਾਂ ਦਾ ਪਾਠ ਤੇ ਅਰਥ ਦੁਬਾਰਾ ਸਰਵਣ ਕਰਨਾ ਕਰੀਏ। ਉੱਪਰਲੀਆਂ 2 ਪੰਕਤੀਆਂ ਛੱਡ ਕੇ ਰਹਾਉ ਤੋਂ ਅੱਗੇ ਪੜ੍ਹ ਦਿਓ ਜੀ। ਮਨ ਅਸਵਾਰ ਜੈਸੇ ਤੁਰੀ ਸਿਗਾਰੀ। ਹਜ਼ੂਰ ਫਰਮਾਵਣਾ ਕਰਦੇ ਨੇ, ਇੱਕ ਤੇ ਮਨ ਅਸਵਾਰ, ਅਨ ਅਸਵਾਰ ਹੈ, ਭਾਵ ਪੈਦਲ ਤੁਰਿਆ ਜਾਂਦਾ ਹੈ। ਇੱਕ ਆਦਮੀ ਉਹ ਹੈ ਜਿਸਨੇ ਤੁਰੀ ਸਿਗਾਰੀ, ਘੋੜੀ ਸ਼ਿੰਗਾਰੀ ਹੋਈ ਹੈ ਤੇ ਤਕੜੀ ਬਲਵਾਨ ਚੰਚਲ ਘੋੜੀ ਤੇ ਅਸਵਾਰ ਹੋਇਆ ਹੈ। ਹੁਣ ਇੱਕ ਨੇ ਤੁਰ ਕੇ ਜਾਣਾ, ਇੱਕ ਨੇ ਘੋੜੀ ਭਜਾ ਕੇ ਜਾਣਾ, ਦੋਵਾਂ ਦਾ ਸਾਥ ਨਹੀਂ ਬਣ ਸਕਦਾ ਹੈ। ਤੁਰ ਕੇ ਜਾਣ ਵਾਲਾ ਬਹੁਤ ਪਿੱਛੇ ਤੇ ਘੋੜੀ ਭਜਾਉਣ ਵਾਲਾ ਬੜੇ ਅੱਗੇ ਲੰਘ ਜਾਣਾ, ਦੋਵੇਂ ਸੰਗੀ ਸਾਥੀ ਨਹੀਂ ਹੋ ਸਕਦੇ। ਇਸ ਪ੍ਰਕਾਰ ਜਿਹੜੇ ਸਾਖਤ ਨੇ ਨਾ, ਇਹ ਅਕਲੋਂ ਪੈਦਲ ਹੀ ਨੇ, ਇਹਨਾਂ ਨੂੰ ਸ੍ਰੇਸ਼ਟ ਮਤ ਨਹੀਂ ਹੈ ਨਾਮ ਜਪਣੇ ਦੀ। ਤੇ ਜਿਹੜੇ ਮਹਾਂਪੁਰਖ ਨੇ ਸਤਿਗੁਰੂ ਜੀ ਦੇ ਉਪਦੇਸ਼ ਰੂਪੀ ਅਥਵਾ ਇਸੇ ਪ੍ਰਕਾਰ ਦੇਹੀ ਰੂਪੀ ਘੋੜੀ ਦੇ ਉੱਪਰ ਅਸਵਾਰ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ ਨਾ ਕਿ ਇਹ ਜਿਹੜੀ ਦੇਹੀ ਹੈ, ਇਹ ਵਾਹਿਗੁਰੂ ਜੀ ਵੱਲੋਂ ਬ੍ਰਹਮ ਗਿਆਨ ਰੂਪੀ ਮੰਜ਼ਲ ਤੇ ਪਹੁੰਚਣ ਵਾਸਤੇ ਮਿਲੀ ਹੋਈ ਇੱਕ ਘੋੜੀ ਹੈ। ਸਤਿਗੁਰੂ ਜੀ ਦੇ ਪਾਵਨ ਬਚਨ ਇਸੇ ਪ੍ਰਕਾਰ ਗਰੀਬ ਨਿਵਾਜ ਸਾਹਿਬ ਜੀ ਫਰਮਾਵਣਾ ਕਰਦੇ ਨੇ, ਪਿਆਰਿਓ ਗੁਰਸਿੱਖੋ, ਜਦੋਂ ਤੱਕ ਦੇਹੀ ਦੇ ਅੰਦਰ ਜਾਨ ਹੈ, ਦੇਹ ਰੂਪੀ ਘੋੜੀ ਜਦ ਤੱਕ ਚੱਲਦੀ ਹੈ, ਜਦੋਂ ਤੱਕ ਸ਼ੁਭ ਗੁਣਾਂ ਦੇ ਨਾਲ ਸ਼ਿੰਗਾਰੀ ਹੋਈ ਹੈ, ਇਸ ਦੇ ਉੱਪਰ ਮਨ ਰੂਪੀ ਰਾਜੇ ਨੂੰ ਅਸਵਾਰ ਕਰਕੇ ਤੇ ਸ਼ੁਭ ਗੁਣਾਂ ਨੂੰ ਇਕੱਤਰ ਕਰਕੇ ਵਾਹਿਗੁਰੂ ਜੀ ਦੀ ਪ੍ਰਾਪਤੀ ਦੇ ਮਾਰਗ ਤੇ ਇਸ ਦੇਹੀ ਨੂੰ ਦੜਾਵਣਾ ਕਰੋ। ਤੇ ਜਿਹੜੇ ਮਹਾਂਪੁਰਖ ਹੁੰਦੇ ਨੇ, ਬਹੁਤੇ ਆਰਾਮ ਐਸ਼ੋ ਇਸ਼ਰਤ ਵਿੱਚ ਨਹੀਂ, ਰਾਤ ਦਿਨ ਸੇਵਾ ਕਰਕੇ ਤੇ ਇਸ ਪ੍ਰਕਾਰ ਸ਼ੁਭ ਗੁਣਾਂ ਨੂੰ ਇਕੱਤਰ ਕਰਕੇ ਸਰੀਰ ਰੂਪੀ ਅਸਵਾਰੀ ਨੂੰ ਜ਼ਿਆਦਾ ਤੋਂ ਜ਼ਿਆਦਾ ਵਰਤਣਾ ਕਰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਵਣਾ ਕਰਦੇ ਨੇ, ਇੱਕ ਪੈਦਲ ਚੱਲਣ ਵਾਲਾ, ਇੱਕ ਅਸਵਾਰ ਘੋੜੀ ਤੇ ਚੜ੍ਹ ਕੇ ਘੋੜੀ ਨੂੰ ਦੜਾਉਣ ਵਾਲਾ, ਜਿਵੇਂ ਦੋਨਾਂ ਦਾ ਸਾਥ ਨਹੀਂ ਬਣਦਾ, ਇਵੇਂ ਸਾਖਤ ਦਾ, ਮਨਮੁਖ ਦਾ ਤੇ ਗੁਰਮੁਖ ਸਾਧੂ ਮਹਾਤਮਾ ਦਾ ਸਾਥ ਨਹੀਂ ਬਣ ਆਉਂਦਾ ਹੈ। ਜਿਉ ਕਾ ਪੁਰਖ ਪੁਚਾਰੈ ਨਾਰੀ। ਇੱਕ ਤੇ ਕਾਪੁਰਖ ਹੀ ਜੜਾ ਹੈ, ਜਿਹੜਾ ਇਸਤਰੀ ਦੀ ਸੰਗਤ ਕਰਕੇ ਔਲਾਦ ਰੂਪੀ ਫਲ ਪ੍ਰਾਪਤ ਨਹੀਂ ਕਰ ਸਕਦਾ। ਪਰ ਇੱਕ ਐਸਾ ਹੈ ਪੁਚਾਰੈ ਨਾਰੀ, ਇਸਤਰੀ ਨੂੰ ਧਰਵਾਸ ਦਿੰਦਾ ਹੈ, ਸੰਗਤ ਕਰਦਾ ਹੈ। ਇਸ ਪ੍ਰਕਾਰ ਇਸਤਰੀ ਸੁਖ ਵੀ ਮਾਣਦਾ ਹੈ ਤੇ ਔਲਾਦ ਰੂਪੀ ਫਲ ਵੀ ਪ੍ਰਾਪਤ ਕਰਦਾ ਹੈ। ਹੁਣ ਇਸ ਪ੍ਰਕਾਰ ਜਿਹੜਾ ਪੁਰਖ ਹੈ, ਗ੍ਰਸਥੀ ਬਾਲ ਬੱਚੇਦਾਰ, ਉਸ ਦਾ ਹੀਜੜੇ ਦੇ ਨਾਲ ਅਥਵਾ ਖੁਸਰੇ ਦੇ ਨਾਲ ਕਾਹਦਾ ਸੰਬੰਧ ਹੈ? ਦੋਵਾਂ ਦਾ ਜੋੜ ਮੇਲਾ ਨਹੀਂ ਬਣ ਆਉਂਦਾ। ਖੁਸਰੇ ਦਾ ਤੇ ਔਲਾਦ ਵਾਲੇ ਦਾ ਕੋਈ ਕਿਸੇ ਪ੍ਰਕਾਰ ਜੋੜ ਮੇਲਾ ਨਹੀਂ ਬਣਦਾ ਹੈ ਜੀ, ਬਰਾਬਰਤਾ ਨਹੀਂ ਬਣ ਆਉਂਦੀ ਹੈ। ਇਸੇ ਪ੍ਰਕਾਰ ਹੀਜੜਾ ਹੈ ਸ਼ੁਭ ਗੁਣਾ ਤੋਂ ਹੀਣ ਹੋਣੇ ਕਰਕੇ ਮਨਮੁਖ ਸਾਕਤ ਤੇ ਸ਼ੁਭ ਗੁਣਾ ਰੂਪੀ ਔਲਾਦ ਨੂੰ ਹਿਰਦੇ ਦੇ ਰੂਪੀ ਘਰ ਦੇ ਅੰਦਰ ਪੈਦਾ ਕਰਦਾ ਹੈ ਗੁਰਮੁਖ। ਦੋਵਾਂ ਦਾ ਆਪਸ ਵਿੱਚ ਜੋੜ ਮੇਲਾ ਨਹੀਂ ਬਣ ਆਉਂਦਾ ਹੈ। ਬੈਲ ਕਉ ਨੇਤਰਾ ਪਾਏ ਦੁਹਾਵੇ। ਇੱਕ ਬੰਦਾ ਤੇ ਐਸਾ ਹੈ ਜਿਹੜਾ ਬੈਲ ਕਉ, ਬੈਲਾਂ ਨੂੰ ਜੋਤ ਕਰਕੇ ਖੇਤਾਂ ਦੇ ਵਿੱਚ ਲੈ ਕੇ ਗਿਆ ਤੇ ਹਲ ਵਾਰਿਆ। ਤੇ ਦੂਸਰਾ ਪੁਰਸ਼ ਉਹ ਹੈ ਜਿਹੜਾ ਨੇਤਰਾ ਪਾਏ ਦੁਹਾਵੇ, ਗਾਂ ਨੂੰ ਨੇਤਰਾ ਪਾ ਕਰਕੇ, ਰੱਸੀ ਪਾ ਕਰਕੇ ਲੱਤਾਂ ਪੂਛ ਇਤਿਆਦਿਕ ਬੰਨ ਕਰਕੇ, ਇਸ ਪ੍ਰਕਾਰ ਨਿਆਣਾ ਪਾ ਕਰਕੇ ਦੁਹਾਵੇ, ਚੋਂਦਾ ਹੈ ਉਸ ਨੂੰ।
ਉਹ ਅੰਮ੍ਰਿਤ ਵਰਗਾ ਦੁੱਧ ਪ੍ਰਾਪਤ ਕਰ ਲੈਂਦਾ, ਦੂਸਰਾ ਮੁੜਕੋ ਮੁੜਕੀ ਹੋ ਰਿਹਾ। ਹੁਣ ਦੋਵਾਂ ਦਾ ਕਾਹਦਾ ਸਾਥ ਹੈ? ਉਹ ਪਸੀਨਾ ਵਹਾ ਰਿਹਾ, ਇਧਰ ਵਾਲਾ ਦੁੱਧ ਆਪ ਵੀ ਛਕ ਰਿਹਾ ਤੇ ਆਪਣੇ ਪੁੱਤਰ ਧੀਆਂ ਪਰਿਵਾਰ ਨੂੰ ਵੀ ਛਕਾ ਰਿਹਾ। ਇਸ ਪ੍ਰਕਾਰ ਹਜ਼ੂਰ ਫਰਮਾਵਣਾ ਕਰਦੇ ਨੇ, ਇੱਕ ਤੇ ਉਹ ਹੈ ਜਿਹੜਾ ਕੇਵਲ ਤਾਂ ਕੇਵਲ ਮਾਇਆ ਦੀ ਮੁਸ਼ੱਕਤ ਕਰਦਾ ਬੜਾ ਦੁਖੀ ਹੋ ਰਿਹਾ, ਤੇ ਦੂਸਰਾ ਉਹ ਹੈ ਜਿਹੜਾ ਸਤਿਗੁਰੂ ਜੀ ਦੀ ਬ੍ਰਹਮ ਬਾਣੀ ਬ੍ਰਹਮ ਉਪਦੇਸ਼ ਰੂਪੀ ਗਾਂ ਤੋਂ ਇਸੇ ਪ੍ਰਕਾਰ ਬ੍ਰਹਮ ਗਿਆਨ ਰੂਪੀ ਅਥਵਾ ਸਤਿਗੁਰੂ ਜੀ ਦੇ ਬਚਨਾਂ ਰੂਪੀ ਦੁੱਧ ਨੂੰ ਚੋ ਕਰਕੇ ਆਪ ਵੀ ਛਕਦਾ ਤੇ ਆਪਣੇ ਪਰਿਵਾਰ ਨੂੰ ਵੀ ਛਕਾਉਂਦਾ ਹੈ। ਮੰਨੈ ਪਰਿਵਾਰ ਐ ਸਾਧਾਰ, ਪਰਿਵਾਰ ਦਾ ਵੀ ਸੁਧਾਰ ਕਰ ਲੈਂਦਾ ਹੈ। ਇਸ ਪ੍ਰਕਾਰ ਉਪਦੇਸ਼ ਰੂਪੀ ਦੁੱਧ ਹੈ ਸਤਿਗੁਰੂ ਜੀ ਦੇ ਪਾਸੋਂ ਪ੍ਰਾਪਤ ਕਰਕੇ ਜਿਹੜੇ ਗੁਰਮੁਖ ਨੇ ਉਹ ਛਕਣਾ ਕਰਦੇ ਨੇ, ਭਾਵ ਉਪਦੇਸ਼ ਨੂੰ ਕਮਾਉਂਦੇ ਨੇ। ਇੱਕ ਕੇਵਲ ਤਾਂ ਕੇਵਲ ਵਿਸ਼ੇ ਵਿਕਾਰਾਂ ਦੇ ਪਿੱਛੇ ਦੌੜ ਰਿਹਾ ਹੈ। ਦੋਵਾਂ ਦਾ ਕਾਹਦਾ ਮੇਲ ਬਣੇਗਾ? ਜੋੜ ਮੇਲਾ ਬਣ ਨਹੀਂ ਆਉਂਦਾ ਹੈ। ਗਊ ਚਰ ਸਿੰਘ ਪਾਸ਼ੈ ਪਾਵੈ। ਸੋ ਇਸ ਪ੍ਰਕਾਰ ਜਿਹੜੀਆਂ ਇੰਦਰੀਆਂ ਨੇ ਨਾ ਸਰੀਰ ਦੀਆਂ, ਅੱਖਾਂ, ਨੱਕ, ਕੰਨ, ਮੂੰਹ, ਹੱਥ, ਪੈਰ ਇਤਿਆਦਿਕ, ਇਹ ਗਊ ਦੀ ਨਿਆਈ ਨੇ। ਇੱਕ ਤੇ ਇਹਨਾਂ ਗਊਆਂ ਨੂੰ ਚਾਰਨ ਵਿੱਚ ਲੱਗਾ ਹੋਇਆ ਹੈ, ਨੇਤਰਾਂ ਨੂੰ ਸੁੰਦਰ ਸਰੂਪ ਦੀ ਖੁਰਾਕ ਦੇ ਰਿਹਾ ਹੈ, ਰੂਪ ਦੇਖ ਦੇਖ ਕੇ ਖੁਸ਼ ਹੋ ਰਿਹਾ ਹੈ, ਨਿੰਦਿਆ ਚੁਗਲੀ ਸੁਣ ਕੇ ਕੰਨਾਂ ਨੂੰ ਇਸ ਪ੍ਰਕਾਰ ਕੰਨਾਂ ਰੂਪੀ ਗਊਆਂ ਨੂੰ ਘਾਹ ਦੀ ਖੁਰਾਕ ਪਾ ਰਿਹਾ ਹੈ। ਤੇ ਇੱਕ ਉਹ ਆ ਜਿਹੜਾ ਸਿੰਘ ਪਾਸ਼ਾ ਜਾਵੇ, ਸਿੰਘ ਤੋਂ ਭਾਵ ਹੈ ਉਪਦੇਸ਼, ਉਪਦੇਸ਼ ਨੂੰ ਧਾਰਨ ਕਰਕੇ ਸਤਿਗੁਰੂ ਜੀ ਦੇ ਪਿੱਛੇ ਚੱਲਦਾ ਹੈ, ਸਤਿਗੁਰੂ ਜੀ ਦੇ ਮਾਰਗ ਤੇ ਚੱਲਦਾ ਹੈ। ਇਸ ਪ੍ਰਕਾਰ ਸਿੰਘ ਪਾਸ਼ਾ ਜਾਵੇ, ਸਿੰਘ ਨਾਮ ਸ਼ੇਰ ਦਾ ਤੇ ਸ਼ੇਰ ਦੀ ਨਿਆਈ ਬਲਵਾਨ ਹੈ ਹੰਕਾਰ। ਉੱਤਮ ਜਗਿਆਸੂ ਸਾਧੂ ਮਹਾਤਮਾ ਹੰਕਾਰ ਰੂਪੀ ਸ਼ੇਰ ਨੂੰ ਮਾਰਨ ਵਾਸਤੇ ਸਤਿਗੁਰੂ ਜੀ ਦਾ ਉਪਦੇਸ਼ ਰੂਪੀ ਬਾਣ ਲੈ ਕਰਕੇ ਪਿੱਛੇ ਚੜਿਆ ਹੋਇਆ ਕਿ ਜੇ ਹੰਕਾਰ ਨੂੰ ਨਹੀਂ ਛੱਡਣਾ। ਇੱਕ ਤੇ ਸ਼ੇਰ ਦਾ ਸ਼ਿਕਾਰੀ ਹੈ। ਇਸ ਪ੍ਰਕਾਰ ਇਹਨਾਂ ਦੋਵਾਂ ਦਾ ਆਪਸ ਦੇ ਵਿੱਚ ਜਿਹੜਾ ਜੋੜ ਮੇਲਾ ਬਣ ਨਹੀਂ ਆਉਂਦਾ। ਇੱਕ ਨੇ ਆਪਣੀਆਂ ਇੰਦਰੀਆਂ ਰੂਪੀ ਗਊਆਂ ਨੂੰ ਵਿਕਾਰਾਂ ਵਿੱਚ ਲਾਇਆ ਹੈ, ਇੱਕ ਹੰਕਾਰ ਰੂਪੀ ਵਿਕਾਰਾਂ ਦਾ ਇਕੱਲੇ ਹੰਕਾਰ ਦਾ ਹੀ ਨਹੀਂ। ਸਾਧ ਸੰਗਤ ਜੀ ਜਿੱਥੇ ਇੱਕ ਆ ਜਾਵੇ ਹੰਕਾਰਾਦ, ਉੱਥੇ ਸਾਰੇ ਗਿਣ ਲੈਣੇ, ਹੰਕਾਰ ਤੇ ਆਦ ਕਹਿਣ ਤੋਂ ਭਾਵ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਿਕਾਰਾਂ ਨੂੰ ਮਾਰਨ ਲੱਗਾ ਹੋਇਆ ਹੈ। ਇੱਕ ਰੂਪ ਇਤਿਆਦਿਕ ਦੇਖ ਦੇਖ ਕਰਕੇ, ਰੂਪ ਦੇਖ ਦੇਖ ਨਾਰੀ ਮਨ ਦੇ ਅੰਦਰ ਵਿਕਾਰ ਪੈਦਾ ਕਰ ਰਿਹਾ। ਇਸ ਕਰਕੇ ਦੋਵਾਂ ਦਾ ਜੋੜ ਮੇਲਾ ਨਹੀਂ ਬਣ ਆਉਂਦਾ ਹੈ। ਦੋਵਾਂ ਦਾ ਕੋਈ ਮੁਕਾਬਲਾ, ਕੋਈ ਸਮਤਾ, ਕੋਈ ਬਰਾਬਰਤਾ ਨਹੀਂ ਬਣ ਆਉਂਦੀ ਹੈ। ਇਸੇ ਪ੍ਰਕਾਰ ਸਾਖਤਾਂ ਦੀ ਤੇ ਗੁਰਮੁਖਾਂ ਦੀ ਬਰਾਬਰਤਾ ਨਹੀਂ ਬਣ ਆਉਂਦੀ ਹੈ ਜੀ। ਗਾਡਰ ਲੈ ਕਾਮ ਧੇਨ ਕਰ ਪੂਜੀ। ਇੱਕ ਤਾਂ ਗੁਰਸਿੱਖਾਂ ਦੇ ਪਾਸ ਸਤਿਗੁਰੂ ਜੀ ਦਾ ਬਖਸ਼ਿਆ ਹੋਇਆ ਨਾਮ ਅਤੇ ਬਾਣੀ ਹੈ, ਜੋ ਕਾਮ ਧੇਨ ਗਊ ਦੀ ਨਿਆਈ ਹੈ। ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਬਚਨ ਕਰਦੇ ਨੇ ਨਾ, ਜਾ ਕੇ ਵਸ ਹੈ ਕਾਮ ਧੇਨਾ। ਇਹ ਨਾਮ ਰੂਪੀ ਐਸੀ ਦਾਤ ਹੈ ਕਿ ਕਾਮ ਧੇਨ ਗਊ ਵੀ ਇੱਕ ਦੇ ਵਸ ਹੈ। ਤੇ ਇੱਕ ਇਸੇ ਪ੍ਰਕਾਰ ਸਾਧ ਸੰਗਤ ਜੀ ਵਿਕਾਰਾਂ ਰੂਪੀ ਅਥਵਾ ਮਾਇਆ ਰੂਪੀ ਭੇਡ ਨੂੰ ਪੂਜ ਰਿਹਾ। ਇਦਾਂ ਕਹਿ ਲਈਏ ਦੁਨੀਆਦਾਰੀ ਦੇ ਵਿਵਹਾਰਾਂ ਵਿੱਚ ਲੱਗ ਕਰਕੇ ਭੇਡ ਚਾਲ ਦੇ ਵਿੱਚ ਲੱਗਾ ਹੋਇਆ। ਭੇਡ ਪੂਜੀ ਭੇਡ ਚਾਲ ਦੇ ਵਿੱਚ ਲੱਗਾ ਹੋਇਆ। ਸਾਰਕਤਾਵਲੀ ਗ੍ਰੰਥ ਦੇ ਵਿੱਚ ਬਚਨ ਆਉਂਦੇ ਨੇ ਨਾ, ਜਗ ਕੀ ਭੇਡਾ ਚਾਲ ਹੈ, ਚੱਲ ਤੇ ਕੇ ਪਾਛੇ ਚੱਲ ਹੈ। ਜਿੱਧਰ ਇੱਕ ਚੱਲ ਪਿਆ ਸਾਰੇ ਉਧਰ ਨੂੰ ਚੱਲ ਪੈਂਦੇ ਨੇ। ਇੱਕ ਵਿਕਾਰੀ ਹੋ ਗਿਆ ਬਹੁਤੇ ਵਿਕਾਰੀ ਹੋ ਜਾਂਦੇ ਨੇ। ਇੱਕ ਮਨਮੁਖ ਹੋ ਗਿਆ ਬਹੁਤੇ ਮਨਮੁਖ ਹੋ ਜਾਂਦੇ ਨੇ। ਇੱਕ ਪਿੰਡ ਦੇ ਵਿੱਚ ਕੋਈ ਇੱਕ ਦੰਭੀ ਪਖੰਡੀ ਦਾ ਚੇਲਾ ਬਣ ਗਿਆ ਤੇ ਬਹੁਤਿਆਂ ਨੂੰ ਆਪਣੇ ਨਾਲ ਜੋੜ ਲੈਂਦਾ। ਬਹੁਤੇ ਜੱਗ ਕੀ ਭੇਡਾ ਚਾਲ ਹੈ ਨਾ, ਇੱਕ ਗਿਆ ਸਾਰਾ ਪਿੰਡ ਪਿੱਛੇ ਹੀ ਚੱਲ ਪੈਂਦਾ। ਇਸ ਪ੍ਰਕਾਰ ਇੱਕ ਤਾਂ ਭੇਡਾ ਚਾਲ ਦੇ ਵਿੱਚ ਲੋਕਾਚਾਰੀ ਦੇ ਵਿੱਚ ਫਸਿਆ ਹੋਇਆ। ਇੱਕ ਕਾਮ ਧੇਨ ਲੈ ਪੂਜੀ, ਕਾਮ ਧੇਨ ਗਊ ਦੀ ਨਿਆਈ ਹੈ ਸਤਿਗੁਰੂ ਜੀ ਦੀ ਗੁਰਬਾਣੀ। ਹੁਣ ਕਾਮ ਧੇਨ ਗਊ ਤੋਂ ਵਸਤਾਂ ਪ੍ਰਾਪਤ ਹੁੰਦੀਆਂ ਜਾਂ ਨਹੀਂ ਹੁੰਦੀਆਂ ਇਹ ਤੇ ਵਾਹਿਗੁਰੂ ਜੀ ਜਾਣਨ, ਕੇਵਲ ਗ੍ਰੰਥਾਂ 'ਚ ਹੀ ਲਿਖੀਆਂ ਨੇ। ਪਰ ਗੁਰਬਾਣੀ ਰੂਪੀ ਕਾਮ ਧੇਨ ਗਊ ਤੇ ਐਸੀ ਹੈ ਜਿਹੜਾ ਵੀ ਆਇਆ ਝੋਲੀਆਂ ਭਰ ਕੇ ਹੀ ਗਿਆ, ਇਸ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ। ਇੱਕ ਨਾ ਨੇ ਕਾਮ ਧੇਨ ਗਊ ਦੀ ਨਿਆਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਤਿਗੁਰੂ ਜੀ ਦੇ ਉਪਦੇਸ਼ ਨੂੰ ਪੂਜਣਾ ਕੀਤਾ ਹੈ। ਉਹਨਾਂ ਨੇ ਮਨ ਇੱਛਤ ਫਲ ਪਾਏ ਨੇ। ਇੱਕ ਭੇਡਾ ਚਾਲ ਵਿੱਚ ਲੱਗਾ ਹੈ, ਇੱਕ ਕਾਮ ਧੇਨ ਦੀ ਨਿਆਈ ਅਥਵਾ ਕਾਮ ਧੇਨ ਜਿਸ ਦੇ ਵਸ ਹੈ ਐਸੀ ਗੁਰਬਾਣੀ ਨੂੰ ਪੂਜਣ ਵਿੱਚ ਲੱਗਾ ਹੈ। ਦੋਵਾਂ ਦਾ ਜੋੜ ਮੇਲਾ ਨਹੀਂ ਬਣ ਆਉਂਦਾ ਹੈ। ਇਸ ਪ੍ਰਕਾਰ ਪਿਆਰਿਓ ਸਾਧੂ ਦਾ ਤੇ ਸਾਖਤ ਦਾ ਜੋੜ ਮੇਲਾ ਨਹੀਂ ਬਣ ਆਉਂਦਾ ਹੈ। ਸੌਦੇ ਕਉ ਧਾਵੈ ਬਿਨ ਪੂੰਜੀ। ਇੱਕ ਮਨਮੁਖ ਐਸੇ ਨੇ ਸ਼ਰਧਾ ਰੂਪੀ ਅਥਵਾ ਭਗਤੀ ਬੰਦਗੀ ਕਰਨ ਰੂਪੀ ਵਾਹਿਗੁਰੂ ਜੀ ਦੇ ਪ੍ਰੇਮ ਰੂਪੀ ਰਾਸ ਹੀ ਉਹਨਾਂ ਦੇ ਕੋਲ ਹੈ ਨਹੀਂ। ਉਹ ਬਿਨਾਂ ਪੂੰਜੀ ਤੋਂ ਨੇ। ਤੇ ਇੱਕ ਐਸੇ ਨੇ ਧਾਵਾ, ਰਾਤ ਦਿਨ ਧਾਵਾ ਕਰਦੇ ਨੇ। ਉਹਨਾਂ ਦੇ ਪਾਸ ਸ਼ਰਧਾ ਰੂਪੀ ਪੂੰਜੀ ਹੈ, ਵਾਹਿਗੁਰੂ ਜੀ ਦਾ ਵਿਸ਼ਵਾਸ ਰੂਪ ਪੂੰਜੀ ਹੈ, ਵਾਹਿਗੁਰੂ ਜੀ ਦਾ ਪ੍ਰੇਮ ਰੂਪੀ ਪੂੰਜੀ ਹੈ।
ਤੇ ਪ੍ਰੇਮ ਰੂਪੀ ਧਨ ਦੇ ਕਰਕੇ ਵਾਹਿਗੁਰੂ ਜੀ ਦੇ ਪਾਸੋਂ ਨਾਮ ਰੂਪੀ ਵਪਾਰ ਕਰਨਾ ਕਰਦੇ ਨੇ, ਬੰਦਗੀ ਰੂਪੀ ਵਪਾਰ ਕਰਨਾ ਕਰਦੇ ਨੇ। ਹੁਣ ਇੱਕ ਜੇਬ ਤੋਂ ਖਾਲੀ ਹੋਵੇ, ਇੱਕ ਕਰੋੜਾਂ ਦਾ ਵਪਾਰ ਕਰਦਾ ਹੋਵੇ, ਦੋਵਾਂ ਦਾ ਕਾਹਦਾ ਜੋੜ ਮੇਲਾ ਹੈ। ਇਸੇ ਪ੍ਰਕਾਰ ਜਿਨ੍ਹਾਂ ਦੇ ਪਾਸ ਸ਼ਰਧਾ ਰੂਪੀ ਪੂੰਜੀ ਨਹੀਂ, ਉਹ ਕੰਗਾਲ ਨੇ। ਭਾਵੇਂ ਮਹਿਲਾਂ ਵਿੱਚ ਵਸਣ ਵਾਲਾ ਰਾਜਾ ਵੀ ਕਿਉਂ ਨਾ ਹੋਵੇ, ਪਰ ਜੇ ਨਾਮ ਨਹੀਂ ਜਪਦਾ, ਸ਼ੁਭ ਗੁਣ ਹਿਰਦੇ ਦੇ ਅੰਦਰ ਨਹੀਂ, ਬੰਦਗੀ ਰੂਪੀ ਨਾਮ ਰੂਪੀ ਦੌਲਤ ਹਿਰਦੇ ਰੂਪੀ ਖਜ਼ਾਨੇ ਦੇ ਵਿੱਚ ਨਹੀਂ, ਤੇ ਮਹਾਰਾਜ ਜੀ ਕਹਿੰਦੇ ਉਹ ਕੰਗਾਲ ਹੈ। ਤੇ ਦੂਸਰੇ ਪਾਸੇ ਭਾਵੇਂ ਬਸਤਾ ਟੁੱਟੀ, ਝੁੰਪੜੀ ਚੀਰ ਸਭ ਛਿੰਨਾ, ਟੁੱਟੀ ਹੋਈ ਝੁੰਪੜੀ ਚ ਵਸਦਾ ਹੋਵੇ ਭਾਈ ਹੇਮਾ ਜੀ ਦੀ ਵਾਂਗੂ, ਬਸਤਰ ਚਾਹੇ ਜ਼ੀਰਣ ਹੋਣ, ਲੀਰੋ ਲੀਰ ਹੋਏ ਹੋਣ, ਪੁਰਾਣੇ ਫਟੇ ਵੀ ਹੋਣ, ਜਾਤ ਨਾ ਪਤ ਨਾ ਆਦਰੋ, ਉਦਿਆਨ ਭਰਮਿੰਨਾ, ਜੰਗਲਾਂ ਵਿੱਚ ਭਰਮਦਾ ਹੋਵੇ, ਜਾਤ ਵੀ ਉੱਚੀ ਨਾ ਹੋਵੇ, ਸੰਸਾਰ ਦੇ ਵਿੱਚ ਸੰਸਾਰ ਦੇ ਲੋਕ ਇੱਜ਼ਤ ਮਾਨ ਸਨਮਾਨ ਵੀ ਨਾ ਦਿੰਦੇ ਹੋਣ। ਇਸੇ ਪ੍ਰਕਾਰ ਜਾਤ ਨਾ ਪਤ ਨਾ ਆਦਰੋ, ਉਦਿਆਨ ਭਰਮਿੰਨਾ, ਮਿੱਤਰ ਨਾ ਏਠ ਧਨ, ਰੂਪਹੀਣ ਕਿਛ ਸਾਖ ਨਾ ਸਿੰਨਾ। ਮਿੱਤਰ ਪਿਆਰੇ ਵੀ ਕੋਲ ਨਹੀਂ, ਸਕੇ ਸੰਬੰਧੀ ਵੀ ਮੂੰਹ ਨਹੀਂ ਲਾਉਂਦੇ। ਇਸੇ ਪ੍ਰਕਾਰ ਦੁਨੀਆਦਾਰੀ ਦੇ ਅੰਦਰ ਬਹੁਤੀ ਪਹੁੰਚ ਵੀ ਨਹੀਂ ਰੱਖਦਾ। ਤੇ ਸਾਹਿਬ ਜੀ ਫਰਮਾਉਂਦੇ ਨੇ ਤਾਂ ਵੀ ਉਸ ਨੂੰ ਗਰੀਬ ਨਾ ਜਾਣੋ। ਜੇ ਐਸਾ ਵੀ ਹੈ, ਜੇ ਨਾਮ ਨੂੰ ਜਪਦਾ ਤੇ ਸਮਝੋ ਕਰੋੜਾਂ ਪਤੀ ਹੈ, ਉਹ ਤੇ ਕਰੋੜਾਂ ਦਾ ਵਪਾਰ ਕਰਦਾ ਹੈ। ਬਲਕਿ ਕਰੋੜਾਂ ਦਾ ਵਪਾਰ ਵੀ ਨਿੱਕੀ ਗੱਲ ਹੈ, ਉਹ ਤੇ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ, ਜਿਸ ਦਾ ਮਨ ਨਾਮ ਦੇ ਅੰਦਰ ਜੁੜਿਆ ਹੋਇਆ ਹੈ। ਰਾਜਾ ਸਗਲੀ ਸ੍ਰਿਸ਼ਟ ਕਾ, ਹਰ ਨਾਮ ਮਨ ਭਿੰਨਾ। ਜੇ ਨਾਮ ਭਿੰਨਾ ਭਿੱਜਿਆ ਹੋਇਆ ਵਾਹਿਗੁਰੂ ਜੀ ਦੀ ਬੰਦਗੀ ਦੇ ਅੰਦਰ, ਪਿਆਰਿਓ, ਇੱਕ ਨੰਗ ਧੜੰਗ ਕੰਗਾਲ ਹੈ, ਦੂਸਰਾ ਕਰੋੜਾਂ ਦਾ ਵਪਾਰ ਰੋਜ਼ ਕਰਦਾ ਹੈ। ਹੁਣ ਦੋਵਾਂ ਦਾ ਜੋੜ ਮੇਲਾ ਨਹੀਂ ਬਣਾਉਂਦਾ ਹੈ। ਵਾਹਿਗੁਰੂ ਜੀ ਦੇ ਪਿਆਰੇ ਹੀਰੇ ਰਤਨਾਂ ਦਾ ਅਮੋਲਕ ਵਪਾਰ ਰੋਜ਼ ਕਰਦੇ ਨੇ, ਗੁਰ ਕਾ ਸ਼ਬਦ ਰਤਨ ਹੈ। ਇਸੇ ਪ੍ਰਕਾਰ ਸਤਿਗੁਰਾਂ ਦੇ ਪਾਵਨ ਬਚਨ ਨੇ ਨਾ, ਬਾਣੀ ਗੁਰਬਾਣੀ ਰਤਨਾ ਰਤਨ ਪਦਾਰਥ, ਬਹੁ ਸਾਗਰ ਭਰਿਆ ਰਾਮ। ਇਹ ਕੋਈ ਛੋਟਾ ਜਿਹਾ ਖਜ਼ਾਨਾ ਥੋੜਾ, ਇਹ ਤੇ ਨਾਮ ਦਾ ਬ੍ਰਹਮ ਗਿਆਨ ਦਾ ਸਾਗਰ ਹੀ ਭਰਿਆ ਹੋਇਆ ਹੈ। ਬਾਣੀ ਗੁਰਬਾਣੀ ਲਾਗੇ, ਤਿੰਨ ਹੱਥ ਚੜਿਆ ਰਾਮ। ਜਿਹੜੇ ਸਤਿਗੁਰੂ ਜੀ ਦੀ ਗੁਰਬਾਣੀ ਦੁਆਰਾ ਸਦਾ ਹੀ ਗੁਰਬਾਣੀ ਨੂੰ ਪੜ੍ਹਨ ਜਪਣ ਬੰਦਗੀ ਕਰਨ ਦੇ ਵਿੱਚ ਲੱਗੇ ਨੇ, ਉਹਨਾਂ ਦੇ ਹੱਥ ਦੇ ਵਿੱਚ ਇਹ ਅਮੋਲਕ ਲਾਲ ਰਤਨ ਚੜ੍ਹਦੇ ਨੇ। ਇਹ ਸੋਹਣਾ ਵਪਾਰ ਉਹ ਕਰਦੇ ਨੇ ਜਿਹੜੇ ਨਾਮ ਦੇ ਰਸੀਏ ਨੇ। ਹੁਣ ਇੱਕ ਨੇ ਕਦੇ ਵਾਹਿਗੁਰੂ ਆਖਿਆ ਹੀ ਨਹੀਂ, ਦੂਸਰੇ ਨੂੰ ਵਾਹਿਗੁਰੂ ਕਦੇ ਭੁੱਲਦਾ ਹੀ ਨਹੀਂ। ਦੋਵਾਂ ਦਾ ਕਾਹਦਾ ਜੋੜ ਹੈ? ਸਾਖਤ ਦਾ ਤੇ ਨਾਮ ਰਸੀਏ ਦਾ ਇਵੇਂ ਜੋੜ ਨਹੀਂ ਬਣਦਾ ਜਿਵੇਂ ਇੱਕ ਕੰਗਾਲ ਦਾ ਤੇ ਕਰੋੜਾਪਤੀ ਵਪਾਰ ਕਰਨੇ ਵਾਲਾ ਦਾ ਕੋਈ ਜੋੜ ਮੇਲਾ ਨਹੀਂ ਬਣ ਆਉਂਦਾ ਹੈ। ਨਾਨਕ RAM ਨਾਮ ਜਪ ਚੀਤ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਫਿਰ ਸਾਡੇ ਵਾਸਤੇ ਸ੍ਰੇਸ਼ਟ ਆਚਰਣ ਕੀ ਹੈ? ਸਾਡੇ ਵਾਸਤੇ ਸ੍ਰੇਸ਼ਟ ਕਰਨੇ ਵਾਸਤੇ ਕਰਤੱਵ ਕੀ ਹੈ ਜੋ ਅਸੀਂ ਕਰਨਾ ਕਰੀਏ? ਹੁਣ ਅਗਲੀ ਪੰਕਤੀ ਪਹਿਲਾਂ ਪੜ੍ਹ ਦਿਓ। ਅਗਲੀ ਪੰਕਤੀ ਦਾ ਅਰਥ ਪਹਿਲਾਂ ਤੇ ਪਹਿਲੀ ਦਾ ਬਾਅਦ ਵਿੱਚ ਹੋਵੇਗਾ। ਸਿਮਰ ਸੁਆਮੀ ਹਰਿ ਸਾ ਮੀਤ। ਹੇ ਮਿੱਤਰੋ, ਹੇ ਪਿਆਰਿਓ, ਜੋ ਹਰੀ ਪਰਮੇਸ਼ਰ ਵਾਹਿਗੁਰੂ ਜੀ ਕਰੋੜਾਂ ਬ੍ਰਹਮੰਡਾਂ ਦੇ ਸੁਆਮੀ ਮਾਲਕ ਨੇ, ਮੀਤ ਮਿੱਤਰ ਨੇ। ਮਾਤਾ ਦੇ ਗਰਭ ਅਵਸਥਾ ਵਿੱਚ ਵੀ ਮਿੱਤਰ, ਇਸ ਲੋਕ ਵਿੱਚ ਵੀ ਮਿੱਤਰ, ਤੇ ਪ੍ਰਾਣਾ ਦੇ ਵਿਜੋਗ ਕਾਲ ਦੇ ਸਮੇਂ ਦੇ ਵੀ ਮਿੱਤਰ। ਜਦੋਂ ਪ੍ਰਾਣਾ ਦਾ ਵਿਜੋਗ ਸਰੀਰ ਦੇ ਨਾਲ ਹੁੰਦਾ, ਜਾਨ ਸਰੀਰ ਚੋਂ ਨਿਕਲਦੀ ਹੈ, ਤੇ ਕੋਈ ਸਕਾ ਸੰਬੰਧੀ ਸਹਾਇਤਾ ਨਹੀਂ ਕਰਨ ਵਾਲਾ। ਪਰ ਵਾਹਿਗੁਰੂ ਜੀ ਤੇ ਉਦੋਂ ਵੀ ਮਿੱਤਰ ਰੂਪ ਨੇ, ਉਦੋਂ ਵੀ ਸਹਾਇਤਾ ਕਰਦੇ ਨੇ। ਐਸੇ ਮਿੱਤਰ ਸਰੂਪ ਜੀ ਨੂੰ, ਐਸੇ ਦੋਸਤ ਸਰੂਪ ਜੀ ਨੂੰ, ਐਸੇ ਸੁਆਮੀ ਮਾਲਕ ਸਰੂਪ ਜੀ ਨੂੰ, ਵਾਹਿਗੁਰੂ ਜੀ ਨੂੰ ਸਦਾ ਹੀ ਆਪਣੇ ਹਿਰਦੇ ਦੇ ਅੰਦਰ ਹਜ਼ੂਰ ਫਰਮਾਉਂਦੇ, ਭਾਈ ਸਿਮਰਨਾ ਕਰੋ। ਹੁਣ ਇਸ ਤੋਂ ਪਹਿਲੀ ਪੰਕਤੀ ਪੜ੍ਹ ਦਿਓ। ਨਾਨਕ RAM ਨਾਮ ਜਪ ਚੀਤ। ਹੇ ਸੱਚੇ ਪਾਤਸ਼ਾਹ ਮਹਾਰਾਜ ਜੀ, ਕਿਸ ਪ੍ਰਕਾਰ ਸਾਡੇ ਹਿਰਦੇ ਦੇ ਅੰਦਰ ਐਸੇ ਵਾਹਿਗੁਰੂ ਜੀ ਵਸ ਜਾਣ ਤਾਂ ਹਜ਼ੂਰ ਫਰਮਾਵਣਾ ਕਰਦੇ ਨੇ। RAM ਨਾਮ ਜਿਹੜਾ ਰਮਿਆ ਹੋਇਆ ਪ੍ਰਮਾਤਮਾ ਜੀ ਨੇ ਨਾ, ਵਾਹਿਗੁਰੂ ਜੀ, ਉਸ ਦੇ ਨਾਮ ਨੂੰ ਸਦਾ ਹੀ ਚੀਤ ਚਿੱਤ ਦੇ ਅੰਦਰ, ਹਿਰਦੇ ਦੇ ਅੰਦਰ ਵਸਾਉਣਾ ਕਰ, ਜਪਣਾ ਕਰ। ਚੱਲਦਿਆਂ ਬੈਠਦਿਆਂ ਸੁੱਤਿਆਂ ਤੁਰਦਿਆਂ ਫਿਰਦਿਆਂ ਹਰ ਵੇਲੇ ਜਪਣਾ ਕਰ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਹਰ ਵੇਲੇ ਆਪਣੇ ਹਿਰਦੇ ਦੇ ਅੰਦਰ ਜਪਦਾ ਰਹੇਗਾ, ਚਿਤਾਰਦਾ ਰਹੇਗਾ, ਚਿੰਤਨ ਕਰਦਾ ਰਹੇਗਾ। ਪੜ੍ਹ ਦਿਓ ਲਾਸਟ ਪੰਕਤੀ। ਸਿਮਰ ਸੁਆਮੀ ਹਰਿ ਸਾ ਮੀਤ। ਹਿਰਦੇ ਦੇ ਅੰਦਰ ਚਿਤਾਰਦਿਆਂ ਚਿਤਾਰਦਿਆਂ, ਸਿਮਰਦਿਆਂ ਸਿਮਰਦਿਆਂ, ਜਪਦਿਆਂ ਜਪਦਿਆਂ, ਆਰਾਧਦਿਆਂ ਆਰਾਧਦਿਆਂ ਮਿੱਤਰ ਜੋ ਮਾਲਕ ਹਰੀ ਅਕਾਲ ਪੁਰਖ ਵਾਹਿਗੁਰੂ ਹੈ ਨਾ, ਉਸ ਦੀ ਅਭੇਦਤਾ ਪ੍ਰਾਪਤ ਕਰਕੇ ਫਿਰ ਉਸੇ ਦਾ ਹੀ ਸਰੂਪ ਹੋ ਜਾਵੇਗਾ। ਬਹੁੜੋ ਜੰਮਣ ਮਰਨ ਦੇ ਵਿੱਚ ਨਹੀਂ ਆਉਣਾ ਪਵੇਗਾ। ਦੁੱਖ ਕਲੇਸ਼ ਵਿਪਤਾ ਭੀੜਾ ਇਤਿਆਦਿਕ ਸਾਰੇ ਤੇਰੇ ਮਿਟ ਜਾਣਗੇ। ਸਦੀਵ ਕਾਲ ਬ੍ਰਹਮਾਨੰਦ ਦੀ ਪ੍ਰਾਪਤੀ ਨੂੰ ਪ੍ਰਾਪਤ ਕਰਕੇ ਬ੍ਰਹਮ ਪ੍ਰਮਾਤਮਾ ਜੀ ਦੇ ਅੰਦਰ ਹੀ ਅਭੇਦ ਹੋ ਕਰਕੇ ਅਨੰਤ ਕਾਲ ਤੱਕ ਆਤਮ ਸੁਖ ਦਾ ਮਾਨਣ ਵਾਲਾ ਹੋ ਜਾਵੇਗਾ। ਅਨੰਤ ਕਾਲ ਤੱਕ ਆਨੰਦ ਹੀ ਆਨੰਦ ਪ੍ਰਮਾਤਮਾ ਜੀ ਦੀ ਪ੍ਰਾਪਤੀ ਦਾ ਫਿਰ ਮਾਨਣਾ ਕਰੇਗਾ।
ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਜਨਾਵਣਾ ਕੀਤਾ ਹੈ, ਸਾਖਤਾਂ ਦਾ ਤੇ ਗੁਰਮੁਖਾਂ ਦਾ ਕੋਈ ਸੰਗ ਨਹੀਂ ਬਣਿਆ ਕਰਦਾ। ਤੇ ਭਗਤ ਕਬੀਰ ਸਾਹਿਬ ਜੀ ਵੀ ਬਚਨ ਕਰਨਾ ਕਰਦੇ ਨੇ ਨਾ, ਕਬੀਰ ਸਾਖਤ ਸੰਗ ਨਾ ਕੀਜੀਐ, ਦੂਰਹਿ ਜਾਈਐ ਭਾਗ, ਬਾਸਨ ਕਾਰੋ ਪਰਸੀਐ, ਤਉ ਕਿਛ ਲਾਗੈ ਦਾਗ। ਜੇ ਇਹਨਾਂ ਦੀ ਸੰਗਤ ਕਰ ਲਈਏ, ਹਿਰਦੇ ਨੂੰ ਕੁਛ ਨਾ ਕੁਛ ਛੋਟਾ ਮੋਟਾ ਪਾਪ ਜਾਂ ਸ਼ੰਕਾ ਜ਼ਰੂਰ ਲੱਗ ਜਾਂਦਾ ਹੈ। ਇਸ ਕਰਕੇ ਸੰਗਤ ਤੋਂ ਦੂਰ ਹੀ ਰਹਿਣਾ, ਸਾਖਤਾਂ ਦੀ ਸੰਗਤ ਤੋਂ। ਤੇ ਸੰਗਤ ਕਰਨੀ ਕਿਹਨਾਂ ਦੀ ਹੈ? ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਤੇ ਐਸੇ ਗੁਰਮੁਖਾਂ ਦੀ ਸੰਗਤ ਸਦਾ ਕਰਨੀ ਹੈ। ਇਹ ਪਾਵਨ ਉਪਦੇਸ਼ ਸਤਿਗੁਰੂ ਅਰਜਨ ਦੇਵ ਸਾਹਿਬ ਪਰਮ ਕਿਰਪਾਲੂ ਜੀ ਨੇ ਕਿਰਪਾਲਤਾ ਕਰਕੇ ਬਖਸ਼ਿਆ ਹੈ ਜੀ। ਪਾਵਨ ਗੁਰੂ ਉਪਦੇਸ਼ ਦੀ ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਣੀਆਂ ਸੁਭਾਵਿਕ ਨੇ। ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤਖਤਾਂ ਤੇ ਸੁਭਾਇਮਾਨ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ ਤੇ ਸੁਭਾਇਮਾਨ ਹੈ। ਸਤਿਗੁਰੂ ਜੀ ਦੀ ਸੰਗਤ ਗੁਰੂ ਗੋਦ ਦੇ ਅੰਦਰ ਸੁਭਾਇਮਾਨ ਹੈ। ਸਤਿਗੁਰੂ ਜੀ ਤੇ ਗੁਰੂ ਜੀ ਦੀ ਸੰਗਤ ਨੇ ਕਿਰਪਾਲਤਾ ਕਰਕੇ ਬਖਸ਼ ਲੈਣਾ। ਅੱਗੇ ਵਾਸਤੇ ਸਮਤ ਬਖਸ਼ੋ ਜੀ। ਸਤਿਗੁਰੂ ਜੀ ਦੇ ਪਾਵਨ ਉਪਦੇਸ਼ ਦੀਆਂ 2 ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਨਾਨਕ RAM ਨਾਮ ਜਪ ਚੀਤ, ਸਿਮਰ ਸੁਆਮੀ ਹਰਿ ਸਾਮੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हे अच्युत हे पार ब्रह्म अविनाशी अगनास, हे पूरन हे सर्ब मैं दुख पंजन गुणतास। हे संगी हे निरंकार, हे निर्गुण सब टेक। हे गोबिंद हे गुण निधान, जाकै सदा विवेक। हे अपरंपर हर हरे, है पी होवनहार। हे संतह कै सदा संग, निधारा आधार। हे ठाकुर हौ दस रू, मैं निर्गुण गुण नहीं कोई। नानक दीजै नाम दान, राखो हिय परोई। आई प्रभ सरनागति, कृपा निध दयाल। एक अखर हर मन बसत, नानक होत निहाल। वाहिगुरु नाम जहाज है, चढ़े सो उतरै पार।